ਤੇ ਮੇਦ ਮਾਸ ਜੋ ਪਰਹੀ ਰਥੀ ਗਜੀ ਬਾਜੀ ਤਨ ਧਰਹੀ। ਜਿਹੜੀ ਪਿੱਛੇ ਚਰਚਾ ਹੋਈ ਜਿੱਥੋਂ ਪ੍ਰਿਥਵੀ ਦਾ ਵੀ ਇੱਕ ਪੱਟ ਰਹਿ ਗਿਆ, ਬਹੁਤ ਬਰੀਕੀ ਨਾਲ ਮਾਇਆ ਦੀ ਚਰਚਾ ਹੋਈ। ਆਖਰ ਜਾ ਕੇ ਮਾਇਆ ਦਾ ਇੱਕੋ ਹੀ ਰੂਪ ਰਹਿ ਜਾਂਦਾ। ਮਾਇਆ ਦਾ ਰੂਪ ਹੈ ਜਿਹੜਾ ਮਾਇਆ, ਇਹ ਤੱਤ ਨੇ ਜੋ ਦੀਂਦੇ ਨੇ, ਮਾਇਆ ਨਹੀਂ ਦਿੰਦੀ। ਮਾਇਆ ਦ੍ਰਿਸ਼ ਹੈ, ਮਾਇਆ ਨਹੀਂ ਦੇਖਣ ਵਾਲੀ ਚੀਜ਼ ਹੈ। ਮਾਇਆ ਦੇਖਣ ਵਾਲੀ ਚੀਜ਼ ਨਹੀਂ ਹੈ। ਇਹ ਜਿਹੜੇ ਦੀਂਦੇ ਨੇ ਮਾਇਆ, ਜਿਵੇਂ ਬ੍ਰਹਮ ਦਾ ਜਿਹੜਾ ਬ੍ਰਹਮ ਹੈ ਉਹ ਦ੍ਰਿਸ਼ ਹੈ, ਮਨ ਹੈ ਉਹ ਪ੍ਰਗਟ ਹੈ, ਮਨ ਦੇ ਰੂਪ ਚ ਪ੍ਰਗਟ ਹੈ। ਮਨ ਦਾ ਜਿਹੜਾ ਮੂਲ ਹੈ ਉਹਦਾ ਅਦ੍ਰਿਸ਼ ਹੈ। ਬ੍ਰਹਮ ਬਾਰੇ ਨਹੀਂ ਲੋਕ ਜਾਣਦੇ, ਮਨ ਬਾਰੇ ਤਾਂ ਸਾਰਿਆਂ ਨੂੰ ਜਾਣਦੇ ਨੇ। ਆਪਣੇ ਮਨ ਬਾਰੇ ਅਸੀਂ ਵੀ ਜਾਣਦੇ ਹਾਂ। ਮਨ ਪ੍ਰਗਟ ਹੈ, ਮਨ ਦੇ ਵਿੱਚ ਇੱਛਾਵਾਂ ਪ੍ਰਗਟ ਨੇ, ਧਿਆਨ ਹੈ ਜਿਹੜਾ ਉਹੀ ਮਨ ਹੈ, ਪ੍ਰਗਟ ਮਨ ਹੈ। ਭਾਵੇਂ ਅੱਖਾਂ ਨੂੰ ਨਹੀਂ ਦਿੰਦਾ, ਪ੍ਰਗਟ ਤਾਂ ਹੈ ਉਹ। ਇਵੇਂ ਮਾਇਆ ਜਦ ਪ੍ਰਗਟ ਹੈ, ਟੁਕੜੇ ਦੇ ਰੂਪ ਚ ਪ੍ਰਗਟ ਹੈ, ਤੱਤਾਂ ਦੇ ਰੂਪ ਚ। ਸਮੁੱਚੀ ਮਾਇਆ ਦ੍ਰਿਸ਼ ਹੋ ਜਾਂਦੀ ਹੈ। ਜਦ ਮਾਇਆ ਇੱਕ ਰੂਪ ਹੋ ਜਾਂਦੀ ਹੈ ਨਾ, ਫਿਰ ਨਹੀਂ, ਫਿਰ ਬ੍ਰਹਮ ਔਰ ਫਿਰ ਇਹ ਵੀ ਬ੍ਰਹਮ ਲੀਨ ਹੋ ਜਾਂਦੀ ਹੈ ਮਾਇਆ ਵੀ। ਮਾਇਆ ਬ੍ਰਹਮ ਬਸਾਂ ਸਦ, ਬ੍ਰਹਮ ਨਾ ਬਸਦੀ ਹੈ। ਫਿਰ ਹੁਣ ਇਹ ਮਨ ਨਾ ਬਸਦੀ ਹੈ। ਟੁਕੜੇ ਦੇ ਰੂਪ ਚ ਮਾਇਆ ਟੁਕੜੇ ਚ ਬਸਦੀ ਹੈ, ਟੁਕੜਾ ਮਨ ਵੀ ਟੁਕੜਾ ਹੀ ਹੈ। ਸਪਲਿਟ ਹੋਈ ਮਾਇਆ ਸਪਲਿਟ ਹੋਏ ਮਨ ਨਾਲ ਬਸਦੀ ਹੈ। ਇੱਕ ਰੂਪ ਮਾਇਆ ਇੱਕ ਰੂਪ ਨਾਲ ਬਸਦੀ ਹੈ, ਫਿਰ ਦੋਏ ਦ੍ਰਿਸ਼ ਹੋ ਜਾਂਦੇ ਨੇ। ਉਹ ਦ੍ਰਿਸ਼ ਹੈ ਮਾਇਆ। ਹਾਂਜੀ, ਤਿਨ ਤੇ ਮੇਦ ਮਾਸ ਜੋ ਪਰਹੀ। ਜਿਹੜੀ ਚਰਚਾ ਦੇ ਵਿੱਚੋਂ ਤੱਤ ਨਿਕਲਿਆ, ਗਿਆਨ ਗੂੜ ਗਿਆਨ ਜੋ ਨਿਕਲਿਆ, ਉਹ ਤਾਂ ਸੀ ਮੇਦ। ਤਿਨ ਤੇ ਮੇਦ ਮਾਸ ਜੋ ਪਰਹੀ, ਜੋ ਮਾਸ ਹੈ ਉਹ ਸੰਸਾਰੀ ਗਿਆਨ ਹੈ ਮੋਟਾ। ਉਹ ਜੋ ਨਿਕਲ ਕੇ ਸਾਹਮਣੇ ਆਇਆ, ਜਿਨ੍ਹਾਂ ਨੇ ਉਹ ਖਾਧਾ ਸਮਝਿਆ, ਸੁਣਨ ਵਾਲਿਆਂ ਨੇ ਵੀ ਤਾਂ ਸੁਣਿਆ ਮਾਸਰ ਮੇਦ, ਉਹਨਾਂ ਤੇ ਰਥੀ ਗਜੀ ਹੋਰ ਵਿਦਵਾਨ ਪੈਦਾ ਹੋ ਗਏ। ਰਥੀ ਗਜੀ ਬਾਜੀ ਤਨ ਧਰਹੀ, ਹੋਰ ਪੈਦਾ ਹੋ ਗਏ, ਘੋੜਸਵਾਰ ਹੋਰ ਵਿਦਵਾਨ ਪੈਦਾ ਹੋ ਗਏ। ਉਹ ਗੱਲਾਂ ਦੀ ਬਾਲ ਦੀ ਖਲ ਲਾਉਣ ਵਾਲੇ ਹੋਰ ਪੈਦਾ ਹੋ ਗਏ। ਹੋਰ ਵੀ ਤਾਂ ਸਮਝਦਾਰ ਹੁੰਦੇ ਹੀ ਨੇ। ਰਥੀ ਗਜੀ ਹਾਥੀਆਂ ਵਾਲੇ, ਹੰਕਾਰੀ ਤਨ ਧਰਹੀ। ਹੰਕਾਰੀ ਬੁੱਧੀ ਮੋਟੀ ਵਾਲੇ ਹੁੰਦੇ ਨੇ, ਮਾਨਾ ਮਨੂ ਵਾਲੇ ਹੀ ਹੁੰਦੇ ਨੇ ਇਹ ਹੰਕਾਰੀ। ਰਥੀ ਗਜੀ ਤੇਜ ਬੁੱਧੀ ਵਾਲੇ ਹੁੰਦੇ ਨੇ। ਰਥੀ ਤਾਂ ਮੰਨਣ ਵਾਲੇ ਵੀ ਹੁੰਦੇ ਨੇ। ਰਥੀ ਉਹ ਤਰੱਕੀ ਕਰਨ ਵਾਲੇ ਨੇ। ਕਈ ਘੋੜੇ ਨੇ, ਕਾਫੀ, ਜਿਵੇਂ ਇੱਕ ਘੋੜਾ ਵਿਦਵਾਨ ਹੈ ਜਿਹਦੇ ਮੂਹਰੇ 16 ਘੋੜੇ ਜੁੜੇ ਹੋਏ ਨੇ, 16 ਵਿਦਵਾਨਾਂ ਜਿੰਨੀ ਦਿਮਾਗ ਹੈ ਉਹਦੇ ਕੋਲ, ਅਕਲ ਹੈ ਉਹਦੀ, ਅਕਲ ਹੈ 16 ਵਿਦਵਾਨਾਂ ਜਿੰਨੀ ਹੈ। 8 ਘੋੜੇ ਨੇ, 8 ਵਿਦਵਾਨਾਂ ਜਿੰਨੀ ਅਕਲ ਹੈ ਉਹਦੇ ਕੋਲ। ਖਿੱਚ ਤਾਕਤ ਜੋ ਮੂਹਰੇ, ਤਾਕਤ ਘੋੜਿਆਂ ਦੀ ਤਾਕਤ ਜਿਹੜੀ ਰੱਥ ਖਿੱਚਦੇ। ਇਸ ਤਰੀਕੇ ਨਾਲ ਇਹ ਅਰਥਾਇਆ ਜਾਂਦਾ ਹੈ। ਹਾਥੀ ਹੁੰਦਾ ਹੀ ਹੈ, ਹਾਥੀ ਇਕੱਲਾ ਹੀ ਹੁੰਦਾ, ਮੋਟੀ ਅਕਲ ਦਾ ਮਾਲਕ ਹੁੰਦਾ, ਪਰ ਮੋਟੀ ਅਕਲ ਦਾ ਮਾਲਕ ਹੁੰਦਾ, ਉਹ ਤੇਜ਼ ਬੁੱਧੀ ਨਹੀਂ ਹੁੰਦੀ ਉਹਦੀ। ਘੋੜਾ ਤੇਜ਼ ਹੁੰਦਾ, ਹਾਥੀ ਘੋੜੇ ਦਾ ਮੁਕਾਬਲਾ ਨਹੀਂ ਵੈਸੇ ਕਰ ਸਕਦਾ। ਘੋੜਿਆਂ ਦੇ ਉੱਤੇ ਸੀ ਜਿਨ੍ਹਾਂ ਨੇ ਹਾਥੀ ਤੇ ਵਜੀਦਾ ਮਾਰਿਆ ਘੇਰ ਕੇ, ਘੋੜਿਆਂ ਦੇ ਉੱਤੇ ਸੀ। ਹਾਥੀ ਵਾਲਾ ਮਾਰ ਲਿਆ ਘੇਰ ਕੇ, ਲਿਆ ਕੇ। ਘੋੜੇ ਤੇਜ਼ ਹੁੰਦੇ ਨੇ, ਹਾਥੀ ਕਿੰਨਾ ਕੁ ਭੱਜ ਲੂਗਾ। ਹਾਥੀ ਵਾਲੇ ਤਾਂ ਜਦੇ ਬਚਾਉਂਦੇ ਨੇ, ਹਾਥੀ ਵਾਲਿਆਂ ਨੂੰ ਆਲੇ ਦੁਆਲੇ ਘੋੜਿਆਂ ਵਾਲੇ ਹੀ ਬਚਾਉਂਦੇ ਨੇ, ਇਹ ਹਾਥੀ ਵਾਲੇ ਬਚਾਉਂਦੇ ਨੇ। ਹਾਂਜੀ, ਕੇਤਕ ਭਏ ਅਸੁਰ ਬਿਕਰਾਰਾ। ਕਿੰਨੇ ਅਸੁਰ ਪੈਦਾ ਹੋ ਗਏ ਹੋਰ ਬਿਕਰਾਰਾ।
ਉਹ ਕਰਦੇ ਵਿਰੋਧੇ ਨੇ ਸੱਚ ਦਾ, ਕਿਉਂਕਿ ਜਿਹੜੀ ਬਰੀਕ ਗੱਲ ਹੈ ਉਹ ਨਹੀਂ ਸਮਝ ਆ ਰਹੀ, ਤਤ ਗਿਆਨ ਨਹੀਂ ਸਮਝ ਆ ਰਿਹਾ, ਮੋਟੀ ਬੁੱਧ ਹੈ। ਅਜੋ ਇਹ ਨਹੀਂ ਪਤਾ ਲੱਗਿਆ ਚੇਤਨ ਔਰ ਜੜ ਸ਼ਕਤੀਆਂ ਅੱਡ ਅੱਡ ਨੇ, ਇਹਦਾ ਨਹੀਂ ਪਤਾ ਲੱਗਿਆ। ਅਦ੍ਰਿਸ਼ਤਾ ਦੋ ਚੀਜ਼ਾਂ ਹੋ ਗਈਆਂ, ਪਰ ਦੋਹਾਂ ਦੇ ਫਰਕ ਦਾ ਨਹੀਂ ਸਮਝ ਆਇਆ। ਉਹ ਇੱਕ ਨੂੰ ਹੀ ਸਮਝਦੇ ਨੇ, ਇੱਕ ਸ਼ਕਤੀ ਦਾ ਕੁਝ ਕਰ ਰਹੀ ਹੈ ਸਾਹਮਣੇ। ਜਿਹਨੇ ਐਟਮ ਬੰਬ ਬਣਾਇਆ ਉਹ ਸ਼ਕਤੀ ਐਟਮ ਬੰਬ ਦਾ ਸਾਹਮਣੇ ਕੁਝ ਕਰ ਰਿਹਾ, ਉਹ ਦੂਈ ਤਾਂ ਦੀਦੀ ਨਹੀਂ ਕੁਝ ਕਰਦੀ। ਦੂਈ ਸ਼ਕਤੀ ਦੀ ਸੰਸਾਰ ਤਾਂ ਕੁਝ ਨਹੀਂ ਕਰ ਰਹੀ, ਉਹ ਤਾਂ ਸੰਸਾਰ ਦੀ ਤਬਾਹੀ ਕਰ ਰਿਹਾ। ਐਟਮ ਬੰਬ ਤਾਂ, ਹਾਈਡਰੋਜਨ ਬੰਬ ਤਾਂ ਉਹ ਤਬਾਹੀ ਕਰ ਨਹੀਂ ਸਕਦੀ। ਉਹ ਕਹਿੰਦੇ ਫਿਰ ਜੇ ਉਹ ਸ਼ਕਤੀ ਜ਼ਿਆਦਾ ਸ਼ਕਤੀਸ਼ਾਲੀ ਹੈ ਇਹਦੇ ਨਾਲ, ਫਿਰ ਐਟਮ ਬੰਬ ਬਣਾਉਣ ਦੀ ਕੀ ਆਪੇ ਫਨਾ ਕਰ ਦੇਵੇ। ਕਰਾਮਾਤ ਆ ਗਈ ਇੱਥੇ ਆ ਕੇ ਕਰਾਮਾਤ ਆ ਜਾਂਦੀ ਹੈ। ਸ਼ਕਤੀ ਨਾਲ ਆਪਣੀ ਨਾਲ ਕਰ ਦੇਵੇ ਕੁਝ। ਮਾਇਆ ਜੋ ਸ਼ਕਤੀ ਏਦਾਂ ਨਹੀਂ ਕਰਦੀ ਹੈ। ਮਾਇਆ ਦਾ ਨਫਾ ਨੁਕਸਾਨ ਮਾਇਆ ਦਾ ਹੀ ਕਰਾਉਂਦੀ ਹੈ। ਅਕਲ ਨੂੰ ਘੜ ਸਕਦੀ ਹੈ, ਮਨ ਨੂੰ ਘੜ ਸਕਦਾ ਹੈ, ਮਨ ਹੀ ਦੇ ਮਨ ਮਾਨਿਆ। ਮਾਇਆ ਨਾਲ ਮਨ ਨਹੀਂ ਮੰਨ ਸਕਦਾ। ਮਾਇਆ ਮਨ ਦੇ ਕੰਟਰੋਲ ਤਾਂ ਰਹਿ ਸਕਦੀ ਹੈ, ਇਹ ਤਾਂ ਹੈ, ਪਰ ਲੱਕੜ ਨੂੰ ਘੜਨ ਵਾਸਤੇ ਲੋਹੇ ਦਾ ਬੋਲਾ ਚਾਹੀਦਾ, ਲੋਹੇ ਦੀ ਘੋੜੀ ਚਾਹੀਦੀ ਹੈ। ਲੱਕੜ ਨੂੰ ਕੱਟਣ ਵਾਸਤੇ ਲੋਹਾ ਚਾਹੀਦਾ ਹੈ। ਆਤਮਾ ਨਹੀਂ ਕੱਟ ਸਕਦੀ। ਜੇ ਆਤਮਾ ਨੇ ਤਾਂ ਬਣਾ ਲਿਆ, ਅਕਲ ਨੇ ਬਣਾ ਲਿਆ, ਅਕਲ ਨੂੰ ਘੜ ਸਕਦੀ ਹੈ, ਲੱਕੜ ਨੂੰ ਲੋਹੇ ਨੂੰ ਨਹੀਂ ਘੜ ਸਕਦੀ। ਲੋਹੇ ਨੂੰ ਘੜਨ ਨੂੰ ਅਕਲ ਨੇ ਲੋਹਾ ਬਣਾ ਲਿਆ, ਟੂਲ ਬਣਾ ਲਿਆ। ਬਣਾਇਆ ਅਕਲ ਨਹੀਂ ਹੈ, ਬਣਾਇਆ ਅਕਲ ਨਹੀਂ ਹੈ। ਜੁੜ ਕਹੇ ਵੀ ਅਕਲ ਦਾ ਹੀ ਟੂਲ ਲਾ ਦੋ ਲੋਹੇ ਤੇ ਵੀ, ਦੂਆ ਲਾਓ ਨਾ, ਇਹ ਨਹੀਂ ਹੋ ਸਕਦਾ। ਹੁਣ ਉਹ ਮੋਟੀ ਬੁੱਧੀ ਵਾਲੇ ਆਹ ਗੱਲ ਨਹੀਂ ਸਮਝ ਰਹੇ। ਉਹ ਕਹਿੰਦੇ ਜੇ ਉਹ ਜ਼ਿਆਦਾ ਸ਼ਕਤੀ ਹੈ ਉਹਦੇ ਚ, ਉਹ ਫਿਰ ਆਪੇ ਕਰੇ ਸਿੱਧਾ ਕੰਮ। ਫਿਰ ਤੁਸੀਂ ਕਰ ਲਓ, ਤੁਹਾਡੇ ਕੋਲ ਵੀ ਉਹੀ ਬੁੱਧੀ ਹੈ, ਤੁਸੀਂ ਕਰਕੇ ਦਿਖਾ ਦਿਓ। ਤੁਸੀਂ ਕਰਕੇ ਆਪ ਦਿਖਾ ਦਿਓ। ਉਹੀ ਕਰ ਰਹੀ ਹੈ ਜਿਹਨੇ ਬਣਾਇਆ ਐਟਮ ਬੰਬ, ਜਿਹਨੇ ਬਣਾਇਆ। ਕਰਾਮਾਤ ਉਸੇ ਦੀ ਹੈ। ਬਣਾਇਆ ਕਿਸੇ ਨੇ ਨਹੀਂ ਲੈ ਗਿਆ ਕੋਈ, ਜਿਹਨੇ ਚਲਾਤਾ। ਜੇ ਚੱਲ ਜਾਏ ਗਲਤੀ ਨਾ, ਬਣਾਉਣ ਵਾਲੇ ਨੂੰ ਨਹੀਂ ਛੱਡਦਾ। ਉਹ ਤਾਂ ਆਤਮਾ ਨੂੰ ਕੁਝ ਕਹਿਣਾ ਨਹੀਂ, ਸਰੀਰ ਨੂੰ ਛੱਡਦਾ ਨਹੀਂ। ਫਿਰ ਵੀ ਉਹਦੀ ਮਾਰ ਐਟਮ ਬੰਬ ਦੀ ਆਤਮਾ ਤੱਕ ਨਹੀਂ, ਸਰੀਰ ਤੱਕੇ ਮਾਰ। ਉਹਦੀ ਮਾਰ ਨਹੀਂ ਹੈ, ਮਾਰ ਸਰੀਰ ਤੱਕ ਹੀ, ਆਤਮਾ ਤੱਕ ਮਾਰੇ ਨਹੀਂ ਹੈ ਉਹਦੀ। ਸਰੀਰ ਦੇ ਚੀਥੜੇ ਉੱਡਣਗੇ, ਸਰੀਰ ਦੇ ਚੀਥੜੇ ਉੱਡ ਜਾਣਗੇ, ਆਤਮਾ ਤਾਂ ਕੁਝ ਨਹੀਂ ਕਹਿੰਦਾ ਉਹ ਵੀ। ਇਹ ਗੱਲ ਦੀ ਸਮਝ ਨਹੀਂ ਆ ਰਹੀ ਮੋਟੀ ਬੁੱਧੀ ਵਾਲਿਆਂ ਨੂੰ, ਨਾ ਵਿਦਵਾਨਾਂ ਨੂੰ ਆਵੇ, ਰਥੀ ਗਜੀਆਂ ਨੂੰ, ਨਾ ਬਾਜੀਆਂ ਨੂੰ। ਨਾ ਘੋੜੇ ਵਾਲੇ ਤਾਂ ਚੱਲ ਵਿਚਾਰੇ ਉਦਾਂ ਹੀ ਹੁੰਦੇ ਨੇ, ਉਹ ਤਾਂ ਹੁੰਦਾ ਹੀ ਨਹੀਂ ਕੁਛ। ਇਹ ਵਿਦਵਾਨ ਤਾਂ ਹੁੰਦਾ ਹੀ ਨਹੀਂ ਕੁਛ, ਇਹਨਾਂ ਨੂੰ ਤਾਂ ਮੂਰਖ ਕਿਹਾ ਹੋਇਆ। ਇਹ ਪੰਡਤ ਤਾਂ ਉਹੀ ਮੂਰਖ ਨੇ, ਘੋੜਿਆਂ ਵਾਲੇ ਤਾਂ ਹੁੰਦਾ ਹੀ ਮੂਰਖ ਨੇ। ਅਰ ਘੋੜੇ ਵਾਲੇ ਨੂੰ ਨਹੀਂ ਮਾਰੀਦਾ ਹੁੰਦਾ, ਹਮੇਸ਼ਾ ਘੋੜੇ ਨੂੰ ਮਾਰ ਦਈਦਾ, ਪੈਦਲ ਕਰ ਦਈਦਾ ਉਹਨੂੰ। ਘੋੜਾ ਮਾਰ ਦੋ, ਅਕਲ ਤੋਂ ਪੈਦਲ ਹੈ ਉਹਦਾ। ਘੋੜਾ ਮਾਰਤਾ, ਅਕਲ ਤੋਂ ਪੈਦਲ ਕਰਤਾ ਉਹਨੂੰ। ਘੋੜੇ ਨੂੰ ਨਹੀਂ ਮਾਰੀਦਾ ਹੁੰਦਾ ਨਾ, ਉਹਨੂੰ ਅਕਲ ਵਾਲੇ ਨੂੰ ਨਹੀਂ ਮਾਰੀਦਾ, ਘੋੜੇ ਵਾਲੇ ਨੂੰ। ਉਹਦਾ ਜਿਹੜਾ ਹੈ ਨਾ ਸਟੈਂਡ, ਉਹ ਤੋੜ ਦਈਦਾ, ਬਸ ਅਕਲ ਤੋਂ ਪੈਦਲ ਹੋ ਗਿਆ। ਉਹਨੂੰ ਸਾਬਤ ਕਰਤਾ ਵੀ ਅਕਲ ਤੋਂ ਪੈਦਲ ਹੈ ਇਹ ਸਾਰੇ ਅਕਲ ਤੋਂ ਪੈਦਲ ਨੇ। ਜਿੰਨੇ ਵੀ ਵਿਦਵਾਨ ਨੇ ਤੁਰੇ ਫਿਰਦੇ ਸੀ, ਸੰਤ ਵਗੈਰਾ, ਇਹ ਅਕਲ ਤੋਂ ਪੈਦਲ ਨੇ ਸਾਰੇ ਹੀ, ਪੈਦਲ ਤੁਰੇ ਫਿਰਦੇ ਨੇ। ਹੁਣ ਨਹੀਂ ਬੋਲਦੇ, ਕਿਉਂਕਿ ਇਹਨਾਂ ਦੇ ਘੋੜੇ ਮਾਰਤੇ। ਜਿਹੜੇ ਘੋੜਿਆਂ ਤੇ ਚੜੇ ਫਿਰਦੇ ਤੇ ਅਕਲ ਦੇ ਘੋੜੇ ਜਿਹੜੇ ਦੜਾਉਂਦੇ ਤੇ, ਮਾਇਆ ਵਾਸਤੇ ਦੜਾਉਂਦੇ ਤੇ, ਹੁਣ ਵੀ ਮਾਇਆ ਵਾਸਤੇ ਦੜਾਉਂਦੇ ਨੇ। ਅਕਲ ਦੇ ਘੋੜੇ ਮਾਇਆ ਤੱਕੇ ਸੀਮਤ ਹੁੰਦੇ ਨੇ, ਤੇ ਮਾਇਆ ਤੋਂ ਅੱਗੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ। ਇੱਥੇ ਹੀ ਇਹ ਖੜੇ ਨੇ, ਇਹ ਮਾਇਆ ਤੱਕੇ ਖੜੇ ਨੇ। ਹਾਂ, ਅੱਗੇ ਨਹੀਂ ਹੈ, ਅੱਗੇ ਇਹਨਾਂ ਦੀ ਅਪਰੋਚ ਤੇ ਪਰੇ ਹੈ। ਅੱਗੇ ਅਪਰੋਚ ਕਿਹਦੀ? ਅੱਗੇ ਗੁਰਮੁਖ ਦੀ ਅਪਰੋਚ ਹੈ।
ਉਦੋਂ ਅੱਗੇ ਗੁਰਮੁਖ ਦੀ ਦ੍ਰਿਸ਼ਟੀ ਹੈ, ਗੁਰਮੁਖੀ ਦ੍ਰਿਸ਼ਟੀ ਹੈ, ਉਹ ਗੁਰਮੁਖੀ ਦ੍ਰਿਸ਼ਟੀ ਹੈ। ਫਿਰ ਅੱਗੇ ਉੱਥੇ ਹੰਕਾਰ ਦਾ ਕੋਈ ਕੰਮ ਨਹੀਂ, ਉੱਥੇ ਸੰਸਾਰੀ ਵਡਿਆਈ ਦਾ ਕੋਈ ਕੰਮ ਨਹੀਂ, ਉੱਥੇ ਆਪਣਾ ਆਪ ਮਿਟਾਉਣ ਦੀ ਗੱਲ ਹੈ। ਉੱਥੇ ਆਪਣਾ ਆਪ ਮਿਟਾਉਣ ਦੀ ਗੱਲ ਹੈ, ਕਿਸੇ ਨੂੰ ਮਿਟਾਉਣ ਦੀ ਗੱਲ ਨਹੀਂ। ਉੱਥੇ ਆਪਣਾ ਆਪ ਮਿਟਾਉਣ ਦੀ ਗੱਲ ਹੈ। ਬਾਕੀਆਂ ਨੂੰ ਤਾਂ ਦੱਸਣ ਦੀ ਗੱਲ ਹੈ ਵੀ ਆਪਣਾ ਆਪ ਐ ਮਿਟਦਾ, ਬਾਕੀਆਂ ਨੂੰ ਤਾਂ ਦੱਸਣਾ ਹੀ ਆ ਵੀ ਐ ਮਿਟਦਾ ਆਪਣਾ ਆਪ। ਜੇ ਕਿਸੇ ਨੇ ਮਨ ਜਿੱਤਣਾ ਐ ਜਿੱਤ ਹੋਊਗਾ, ਬਾਕੀ ਤਾਂ ਦੱਸਿਆ ਹੀ ਹੋਇਆ, ਦੂਏ ਦਾ ਮਨ ਜਿੱਤਿਆ ਨਹੀਂ ਜਾ ਸਕਦਾ। ਜਿਹੜੇ ਮਨ ਜਿੱਤਣ 'ਚ ਵਿਘਨ ਪਾਉਂਦੇ ਨੇ ਉਹਨਾਂ ਦਾ ਘੋੜੇ ਮਾਰੇ ਜਾ ਸਕਦੇ ਨੇ। ਜਿਹੜੇ ਮਨ ਜਿੱਤਣ ਵਿੱਚ ਵਿਘਨ ਪਾਉਂਦੇ ਨੇ ਨਾ, ਇਹ ਰਾਹ ਗਿਆਨ ਦਾ ਮਾਰਗ ਛੱਡ ਕੇ ਧਰਮ ਬਣਾਈ ਫਿਰਦੇ ਨੇ, ਧਰਮ 'ਚ ਗਿਆਨ ਹੈ ਨਹੀਂ ਉਹਨਾਂ ਦਾ। ਉਹ ਧਰਮ ਦਾ ਘੋੜਾ ਨੰਗਾ ਕੀਤਾ ਜਾ ਸਕਦਾ, ਉਹ ਮਾਰਿਆ ਜਾ ਸਕਦਾ। ਮਨਮਤ ਦੇ ਘੋੜੇ ਮਾਰਤੇ ਸਾਰੇ ਹੀ। ਰਥਾਂ ਵਾਲੇ ਦੇ ਰਥ ਜਾਂ ਘੋੜੇ ਮਰ ਗਏ, ਰਥਾਂ ਵਾਲੇ ਦੇ ਰਥ ਖੜ ਗਏ। ਰਥ ਵਾਲਾ ਵੀ ਪੈਦਲ, ਘੋੜੇ ਵਾਲਾ ਵੀ ਪੈਦਲ, ਹਾਥੀ ਵਾਲਾ ਵੀ ਪੈਦਲ। ਹਾਥੀ ਵਾਲੇ ਦਾ ਹਾਥੀ ਮਰ ਗਿਆ। ਇੱਕੋ ਹੀ ਹਵਾ ਹੁੰਦੀ ਹੈ, ਇੱਕੋ ਹੀ ਹਵਾ ਨਾਲ ਸਾਰੇ ਹੀ ਮਰ ਜਾਂਦੇ ਨੇ, ਇੱਕੋ ਗੈਸ ਨਾਲ ਮਰ ਜਾਂਦੇ ਨੇ। ਹਾਂਜੀ, ਕਿ ਮਾਇਆ ਨਾਲ ਜੁੜੇ ਹੋਏ ਨੇ, ਉਹ ਮਾਇਆ ਨਾਲ ਜੁੜੇ ਹੋਏ ਨੇ। ਹਾਂਜੀ, ਕੀਤਕ ਭਏ ਅਸੁਰ ਬਿਕਰਾਰਾ, ਤਿਲ ਕੇ ਵਰਣਨ ਕਰੋ ਸਿਧਾਰਾ। ਜਿਹੜੇ ਅਸੁਰ ਪੈਦਾ ਹੋਏ ਉਹ ਉੱਥੋਂ ਤਿਲ ਕੇ ਵਰਣਨ ਕਰੋ ਸਿਧਾਰਾ, ਬਈ ਇਹ ਸਾਬਤ ਕਰੋ ਜਿਹੜੀ ਪਿੱਛੇ ਕਹੀ ਹੈ ਵੀ ਉਹ ਜੜ ਸ਼ਕਤੀ ਜਾਂ ਚੇਤਨ ਸ਼ਕਤੀ ਦਾ ਅੱਡੋ ਅੱਡ ਨਹੀਂ ਸਮਝ ਸਕਦੇ। ਜਿਹੜੇ ਹੁਣ ਵੀ ਹੈਗੇ ਵਿਦਵਾਨ ਯੂਨੀਵਰਸਿਟੀਆਂ ਵਾਲੇ, ਜਿਹੜੇ ਜੜ ਔਰ ਚੇਤਨ ਨੂੰ ਇੱਕੋ ਸਮਝਦੇ ਨੇ। ਜਿਹੜੇ ਪੱਥਰ ਦਾ ਯੁੱਗ ਕਹਿੰਦੇ ਤੇ ਪੱਥਰ ਦਾ ਯੁੱਗ ਹੈ, ਉਹਨੂੰ ਪੱਥਰ ਕਹੀ ਜਾਂਦੇ ਨੇ। ਸਮਝਿਆ ਨਹੀਂ? ਉਹਨਾਂ ਨੂੰ ਚੇਤਨ ਔਰ ਜੜ ਦਾ ਗਿਆਨ ਨਹੀਂ। ਤਿਨਕੇ ਕਹਿੰਦੇ ਜਿਹੜੇ ਪੈਦਾ ਹੋਏ ਉਹਨਾਂ ਨਾਲ ਮੈਂ ਵਰਣਨ ਕਰਦਾਂਗਾ। ਕਿਹੋ ਜਿਹੇ ਸੀ ਵਰਣਨ ਕਰੂੰ ਸਿਧਾਰਾ, ਸਿਧਾਰਾ ਸਮਝ ਕੇ ਮੈਂ ਵਰਣਨ ਕਰਦਾ ਉਹਨਾਂ ਦਾ। ਕਿਹੋ ਜਿਹੇ ਵਿਦਵਾਨ ਪੈਦਾ ਹੋ ਜਾਂਦੇ ਨੇ, ਇੱਥੇ ਜਾਂ ਚਰਚਾ ਪਹੁੰਚ ਜਾਂਦੀ ਹੈ ਫਿਰ ਕਿਹੋ ਜਿਹੇ ਵਿਦਵਾਨ ਪੈਦਾ ਹੁੰਦੇ ਨੇ। ਜੇ ਹੁਣ ਕੋਈ ਵਿਦਵਾਨ ਬੋਲੂਗਾ, ਹੁਣ ਅਕਲ ਦੀ ਟੌਪ ਦੀ ਗੱਲ ਕਰੂਗਾ, ਪਿੱਛੇ ਜੋ ਚੁੱਪ ਹੋ ਗਏ ਉਹ ਤਾਂ ਹੋ ਗਏ। ਏਦਾਂ ਹੁਣ ਗਾਹਾਂ ਕੋਈ ਅਕਲ ਦੀ ਗੱਲ ਕਰੂਗਾ। ਜੇ ਮੂਰਖ ਹੋਊਗਾ, ਜਿਹੜਾ ਪਿੱਛੇ ਵਾਲੀ ਗੱਲ ਕਰੂਗਾ ਬਿਲਕੁਲ ਉਹ ਜੱਟ ਮੂਰਖ ਹੋਊਗਾ। ਉਹ ਜਾਇਆ ਦਲਬੀਰ ਸਿੰਘ ਜਿਹੜਾ ਇਹਨੇ ਦਿੱਤਾ ਦਿੱਲੀ ਵਾਲਾ, ਉਹਨੂੰ ਪਤਾ ਹੀ ਨਹੀਂ ਵੀ ਕਿੰਨਾ ਕੁਛ ਹੋ ਚੁੱਕਿਆ, ਕਿੰਨਾ ਕੁਛ ਕਿਹਾ ਜਾ ਚੁੱਕਿਆ। ਉਹ ਉੱਥੇ ਹੀ ਖੜਾ। ਇਹਦਾ ਮਤਲਬ ਕਿਸੇ ਨੂੰ ਪੜ੍ਹਦਾ ਸੁਣਦਾ ਹੀ ਨਹੀਂ, ਉਹ ਜੱਟ ਹੈ ਬਿਲਕੁਲ। ਇਹ ਜੋ ਮਾਰਕੀਟ 'ਚ ਗੱਲ ਚੱਲਦੀ ਹੈ ਪਹਿਲਾਂ ਉਹ ਸਾਰੀ ਗਿਆਨ ਚਰਚਾ ਨੂੰ ਸੁਣ ਲਈਦਾ ਹੁੰਦਾ ਵੀ ਗੱਲ ਕਿੱਥੇ ਪਹੁੰਚ ਗਈ। ਤੂੰ ਕਿਹੜੀਆਂ ਗੱਲਾਂ ਕਰਦਾ? ਕਿੱਥੇ ਖੜਾ ਤੂੰ? ਉੱਥੇ ਹੀ ਖੜਾ ਜਿੱਥੇ ਪਿੱਛੇ ਖੜੇ ਸੀ ਲੋਕ। ਉਹ ਤਾਂ ਹੋਰ ਵੀ ਬਹੁਤ ਨੇ ਇਹਨਾਂ ਗੱਲਾਂ ਨੂੰ ਜਾਣਦੇ, ਉਹ ਨਹੀਂ ਬੋਲਦੇ। ਉਹਦੇ ਮਹਾਮੂਰਖ ਹੁੰਦੇ ਨੇ, ਉਹ ਇਹੋ ਜਿਹੇ ਹੁੰਦੇ ਨੇ, ਉਹ ਜੱਟ ਬਿਲਕੁਲ। ਹਾਂਜੀ, ਏਕੈ ਚਰਨ ਆਂਖ ਏਕੈ ਜਨੀ, ਏਕੈ ਚਰਨ, ਦੋ ਪੈਰ ਤੇ ਇੱਕ ਚਰਨ ਤੇ ਖੜੇ ਹੋ ਗਏ। ਹੁਣ ਮਾਇਆ ਦਾ ਇੱਕ ਰੂਪ ਤਾਂ ਦੇਖਦੇ ਨੇ, ਇੱਕ ਰੂਪ ਤਾਂ ਦੇਖਦੇ ਨੇ ਮਾਇਆ ਦਾ। ਪੰਜ ਚਰਨ ਜਿਹੜੇ ਸੀ, ਚਾਰ ਚਰਨ ਕੱਟੇ ਗਏ, ਦੂਏ ਪਾਸੇ ਦਾ ਚਰਨ ਹੈ ਹੀ ਨਹੀਂ। ਦੋ ਚਰਨ ਤਾਂ ਸਰੀਰ ਦੇ ਨੇ, ਫਿਰ ਮਾਇਆ ਦਾ ਤਾਂ ਚਰਨ ਅੰਦਰ ਚਿੱਤਮਨ ਦਾ ਵੀ ਚਰਨ ਇੱਕ ਹੈ। ਕਹਾਂ ਜਾ ਕੇ ਇੱਕ ਬਣਾਤੇ ਨਾ। ਉਹਦੇ ਦਰਖਤ ਦਾ ਬਿਰਛ ਦਾ ਵੀ ਇੱਕ ਚਰਨ, ਬਿਰਛ ਵੀ ਤਪ ਕਰਦਾ ਲਿਖਿਆ। ਇੱਕ ਭਾਰ ਲੱਤ ਬਿਨਾ ਤਪ ਨਹੀਂ ਹੋ ਸਕਦਾ, ਰੁਕੇ ਬਿਨਾ ਤਪ ਨਹੀਂ ਹੋ ਸਕਦਾ। ਮਨ ਰੁਕਿਆ ਹੋਇਆ ਗਰਭ 'ਚ ਤਪ ਤਾਂ ਹੋ ਰਿਹਾ, ਕਲਪਨਾ ਕਰਦੇ ਮਨ ਦਾ ਤਪ ਨਹੀਂ ਹੋ ਰਿਹਾ। ਚਲਾਏ ਮਨ ਜਿਹੜਾ ਮਨ ਹੈ, ਜੇ ਚੱਲ ਰਿਹਾ ਤਾਂ ਤਪ ਨਹੀਂ ਹੋ ਰਿਹਾ। ਤਪ ਵਿੱਚ ਮਨ ਨੂੰ ਰੋਕ ਰਿਹਾ ਯੋਗੀ, ਰੋਕਣ ਦਾ ਨਾਂ ਤਪ ਹੈ। ਜਦ ਮਨ ਰੁਕ ਗਿਆ, ਚਿੱਤ ਔਰ ਮਨ ਦੋਏ ਚਰਨ ਇੱਕ ਹੋ ਗਏ ਤਾਂ ਤਪ ਹੋਇਆ। ਇਹ ਤਾਂ ਕਹਿ ਦਿੱਤਾ ਜੋਗੀਆਂ ਨੂੰ ਚਰਨ ਇੱਕ ਹੈ।
ਇਹ ਸਿੱਖ ਚਰਨ ਦੀ ਗੱਲ ਕਰਦੇ ਨੇ, ਯੋਗੀ ਨੇ ਕਹਾ ਜਿਹੜੇ ਨੇ ਜਿਨ੍ਹਾਂ ਨਾਲ ਗੱਲ ਹੋ ਰਹੀ ਹੈ, ਜੋਗੀ ਨੇ, ਦੂਏ ਨਹੀਂ ਹਨ। ਚਾਹੇ ਉਹ ਮੁਸਲਮਾਨਾਂ ਦੇ ਨਾਥ ਨੇ, ਚਾਹੇ ਜੋਗੀ ਨੇ। ਇੱਕ ਚਰਨ ਦੀ ਗੱਲ ਹੈ, ਇੱਕ ਚਰਨ ਤੇ ਆ ਕੇ ਗੱਲ ਹੋਈ। ਇੱਕ ਚਰਨ ਵਾਲਾ ਆਦਮੀ ਤੁਰੇ ਨਹੀਂ ਸਕਦਾ, ਇੱਕ ਲੱਤ ਭਾਰ ਖੜਾ ਹੋ ਕੇ ਕਿਵੇਂ ਤੁਰੂਗਾ? ਫਿਰ ਤਾਂ ਰੁਕਣਾ ਹੀ ਪਊ। ਬਿਰਖ ਇਸ ਅਸਥਾਵਰ ਤਾਂ ਹੀ ਕਿਹਾ ਹੈ। ਪਸ਼ੂ ਪੰਛੀ, ਪਸ਼ੂ ਵੀ ਤੁਰਦਾ ਹੈ, ਪੰਛੀ ਵੀ ਤੁਰਦਾ ਹੈ। ਬਿਰਖ ਅਸਥਾਵਰ, ਬਿਰਖ ਨਹੀਂ ਤੁਰਦਾ, ਅਸਥਾਵਰ ਹੈ, ਖੜਾ ਹੈ, ਸਥਿਰ ਹੋ ਗਿਆ। ਵਾਹ ਦੀ ਜੋਨ ਭਰਮਿਓ ਅਤ ਭਾਰੀ। ਜਿਹੜੇ ਤਪ ਕਰਦੇ ਨੇ ਇੱਕ ਲੱਤ ਪਾਰ ਬਿਰਛ ਦੀ ਜੋਨ ਚ ਬਥੇਰਾ ਕਰ ਲਿਆ। ਬਿਰਛ ਤੋਂ ਆਦਮੀ ਬਣਿਆ, ਹੁਣ ਅਕਲ ਦਾ ਤਪ ਕਰ। ਹੁਣ ਸਰੀਰ ਦੇ ਤਪ ਦੀ ਲੋੜ ਨਹੀਂ, ਅਕਲ ਦੇ ਤਪ ਦੀ ਲੋੜ ਹੈ। ਹੁਣ ਅਕਲ ਦੀ ਖੋਟ ਕੱਢ ਤਪਾ ਕੇ, ਜਿਹੜੀ ਚੀਜ਼ ਤਪਾਈ ਦੀ ਹੈ ਨਾ ਉਹਦੀ ਖੋਟ ਨਿਕਲਦੀ ਹੈ। ਅਕਲ ਦਾ ਖੋਟ ਹੈ, ਉਹ ਮਨ ਜਿਹੜਾ ਭੱਜਿਆ ਫਿਰਦਾ, ਇਹਦੀ ਖੋਟ ਕੱਢ, ਟਕਾ ਕੇ ਕੁਠਾਲੀ ਚ ਪਾ ਕੇ ਪਹਾੜਾਂ ਮੱਤ ਵੇਦ ਹਥਿਆਰ ਨਾਲ ਫਿਰ ਕੱਢ, ਫਿਰ ਘਾੜੇ ਨੂੰ, ਮਨ ਨੂੰ। ਜਤ ਪਹਾਰਾ ਧੀਰਜ ਸੁਨਿਆਰ। ਪਹਾਰਾ ਭੱਠੀ ਚ ਪਾ, ਹਿਰਦਾ ਭੱਠੀ ਹੈ। ਇੱਥੇ ਮਨ ਨੂੰ ਰੱਖ, ਇੱਥੇ ਬ੍ਰਹਮਾਗਨ ਜਾਲ, ਇੱਥੇ ਇਹਦੀ ਜਾਊਗੀ। ਗੱਲ ਤਾਂ ਇਹ ਸੀ। ਤੇ ਉਹ ਵਿਚਾਰੇ ਕੁਛ ਹੋਰੇ ਲਈ ਬੈਠੇ ਨੇ। ਉਹ ਫੇਰ ਇੱਕ ਲੱਤ ਸਰੀਰ ਦੀ ਆਉਂਦੇ ਨੇ, ਇੱਕ ਲੱਤ ਹੋ ਗਈ, ਮਨ ਇੱਕ ਹੋ ਗਿਆ। ਮਨ ਰੋਕ ਕੇ ਇੱਕ ਲੱਤ ਬਾਹਰ ਖੜਾ ਹੋ ਸਕਦਾ। ਹੁਣ ਮਨ ਆ ਲੱਤ ਬਾਹਰ ਲਈ ਇੱਕੋ ਹੀ ਮੰਨਦੇ ਨੇ। ਉਹ ਇੱਕ ਲੱਤ ਬਾਹਰ ਖੜਾ, ਇੱਕ ਮਨ ਹੋ ਕੇ ਖੜਾ। ਉਹ ਜ਼ਰੂਰੀ ਹੈ। ਮਨ ਕਿਤੇ ਫਿਰਦਾ ਹੋਵੇ, ਲੱਤ ਬਾਹਰ ਖੜਨਾ ਹੋਰ ਗੱਲ ਹੈ, ਮਨ ਦਾ ਰੁਕਣਾ ਹੋਰ ਗੱਲ ਹੈ। ਇਹ ਨਹੀਂ ਸਮਝ ਰਹੇ ਹੋ। ਹਾਂ, ਏਕੈ ਚਰਨ ਆਂਖ ਏਕੈ ਜਣੀ। ਕਹਿੰਦੇ ਅੱਖ ਵੀ ਇੱਕ ਚਾਹੀਦੀ ਹੈ, ਦ੍ਰਿਸ਼ਟੀਆਂ ਦੋ ਨਹੀਂ ਚਾਹੀਦੀਆਂ। ਇੱਕ ਅੱਖ ਨਾਲ ਦੇਖੋ ਸਭ ਨੂੰ, ਸਭ ਦ੍ਰਿਸ਼ਟੀ ਹੈ। ਇੱਕ ਅੱਖ ਦਾ ਇਹ ਨਹੀਂ ਵੀ ਦੂਈ ਨੂੰ ਨਹੀਂ ਕਰ ਲੋ। ਉਹ ਕਾਣਾ ਨਹੀਂ ਬਣਨ ਦੀ ਲੋੜ, ਕਾਣਾ ਹੋਣਾ ਨਹੀਂ, ਅੱਖ ਇੱਕੋ ਰਹਿਣੀ ਹੈ। ਉਹ ਦੇਖਣ ਸ਼ਕਤੀ ਦਾ ਪਿੱਛੇ ਇੱਕੋ ਹੀ ਆ, ਉਹ ਦੇਖਣ ਵਾਲੀ ਸ਼ਕਤੀ ਤਾਂ ਇੱਕ ਹੀ ਆ। ਉਹ ਜਿਹੜੀ ਦੇਖਣ ਵਾਲੀ ਸ਼ਕਤੀ ਆ ਉਹੀ ਅੱਖ ਹੈ। ਜੇ ਉਹਦੇ ਨਾਲ ਦੇਖਦਾ ਫਿਰ ਘੱਟ ਘੱਟ ਹਰ ਜੂ ਹੈ। ਸਭ ਵਿੱਚ ਜੋਤ ਜੋਤ ਹੈ ਸੋਈ ਹੈ। ਆਹ ਦੇਖੋ, ਜੇ ਸਭ ਚ ਜੋਤ ਇੱਕ ਹੈ, ਫਿਰ ਊਚ ਨੀਚ ਕਿੱਥੋਂ ਹੈ? ਫਿਰ ਆਪਣਾ ਪਰਾਇਆ ਕੌਣ ਹੈ? ਫਿਰ ਕੌਣ ਕਿਹਦਾ ਬਾਪ ਹੈ, ਕੌਣ ਕਿਹਦੀ ਮਾਂ ਹੈ, ਫਿਰ ਕੌਣ ਕਿਹਦਾ ਭਾਈ ਹੈ, ਕੌਣ ਕਿਹਦਾ ਦੁਸ਼ਮਣ ਹੈ? ਇਹ ਕੱਖ ਦਾ ਦੇਖਣਾ ਸੀ। ਉਹਨਾਂ ਨੇ ਕੱਖ ਬੰਦ ਕਰ ਲਈ। ਹਾਂ, ਪੂਜਾ ਅਮਿਤੋ ਸਹਸ ਦਵੈ ਕੇ ਤਿਨ। ਪੂਜਾ ਅਮਿਤ, ਅੱਖ ਤਾਂ ਇੱਕੋ ਹੀ ਹੈ, ਸੋਚ ਤਾਂ ਇੱਕੋ ਹੀ ਹੈ ਸਾਰਿਆਂ ਦੀ। ਇਹ ਤੇ ਸੋਚ ਹੈ ਉਹਨਾਂ ਦੀ। ਇੱਕ ਵਿਦਵਾਨ ਨੇ ਆਪਣੇ ਨਾਲ ਹਜ਼ਾਰਾਂ ਬੰਦੇ ਸਹਿਮਤ ਕਰ ਲਏ। ਪੂਜਾ ਅਮਿਤ ਪੂਜਾ ਬਣ ਗਈ ਹੈ ਨਾ, ਜਿਹੜੇ ਬੰਦੇ ਉਹਦੇ ਨਾਲ ਸਹਿਮਤ ਨੇ। ਪੂਜਾ ਅਮਿਤ ਸਹਸ ਦਵੈ ਕੇ ਤਿਨ। ਸਹਿਜ ਹਜ਼ਾਰਾਂ ਹੀ ਆਦਮੀ ਇਕੱਠੇ ਕਰ ਲਏ, ਉਹਨਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਨਾਲ ਲੈ ਕੇ ਆਉਂਦੇ ਨੇ। ਉਹ ਜਿਹੜੇ ਰਥੀ ਆਉਂਦੇ ਨੇ, ਹਜ਼ਾਰਾਂ ਬੰਦੇ ਨੇ ਉਹਨਾਂ ਦੇ ਨਾਲ, ਉਹਨਾਂ ਦੀ ਵਿਚਾਰਧਾਰਾ। ਜਿਵੇਂ ਸੰਤ ਨਹੀਂ, ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੇ ਜਿਹੜੇ ਪ੍ਰਭਾਵਿਤ ਨੇ ਇਹੋ ਜਿਹੇ ਨੇ। ਉਹ ਆਸਾਰਾਮ ਵਰਗੇ ਉਹਨਾਂ ਦੇ ਚੇਲੇ ਥੋੜੇ ਨੇ, ਇਹੋ ਜਿਹੇ ਨੇ। ਉਹ ਇਹਨਾਂ ਦੇ ਨਾਮਧਾਰੀਆਂ ਦੇ, ਨਿਰੰਕਾਰੀਆਂ ਦੇ ਇਹੋ ਜਿਹੇ ਨੇ। ਉਹ ਜੋ ਸੁਣਿਆ ਹੋਇਆ ਮੰਨਿਆ ਹੋਇਆ ਉਹਨਾਂ ਨੇ। ਉਹ ਆਏ ਨੇ, ਸੁਣੀ ਹੋਈ ਗੁਰਮਤਿ ਗਿਆ ਸਭ ਨੇ। ਗੁਰਮਤਿ ਸੁਣ ਕੇ ਕਨਕਲੂਜਨ ਉਲਟ ਕੱਢੇ ਹੋਏ ਨੇ। ਉਹ ਨੇ ਬਣੇ ਹੋਏ। ਹੁਣ ਉਹ ਆਏ ਨੇ। ਪੂਜਾ ਅਮਿਤ ਸਹਿਸ ਦਵੈ ਕੇ ਤਿਨ। ਅਮਿਤ ਪਤਾ ਹੀ ਨਹੀਂ ਕਿੰਨੀਆਂ ਕਿੰਨੀਆਂ ਬੰਦੇ ਨੇ ਨਾਲ ਉਹਨਾਂ ਦੇ। ਦਵੈ ਕੇ ਤਿਨ। ਹਜ਼ਾਰਾਂ ਆਦਮੀ ਬੂਰੇ ਨੇ,
ਉਹ ਦੁਆਏ ਹੀ ਨੇ, ਦੁਆਇਤ ਹੈ ਨਾਲ ਵਿੱਚ ਦੁਆਇਤ ਹੈ, ਆਪਸ ਵਿੱਚ ਹੀ ਮੱਤਾਂ ਨਹੀਂ ਮਿਲਦੀਆਂ। ਅੰਦਰ ਦੁਆਇਤ ਹੈ, ਅੰਦਰੋਂ ਇੱਕ ਨਹੀਂ, ਬਾਹਰੋਂ ਏਕਤਾ ਲੱਗਦੀ ਹੈ, ਅੰਦਰੋਂ ਏਕਤਾ ਨਹੀਂ ਹੈ। ਗੁਰਮੁਖਾਂ ਦੇ ਅੰਦਰ ਏਕਤਾ, ਬਾਹਰੋਂ ਅੱਡ ਅੱਡ ਨੇ, ਬਾਹਰੋਂ ਤਾਂ ਅੱਡ ਅੱਡ ਨੇ। ਸਰੀਰ ਕਰਕੇ ਵੱਖਰੇ ਵੱਖਰੇ ਨੇ, ਆਤਮਾ ਕਰਕੇ ਇੱਕ ਨੇ। ਆਤਮਾ ਕਰਕੇ ਜੁੜੇ ਹੋਏ ਨੇ, ਸਰੀਰ ਕਰਕੇ ਅੱਡ ਨੇ। ਇਹ ਸਰੀਰ ਕਰਕੇ ਵੀ ਅੱਡ ਨੇ, ਆਤਮਾ ਕਰਕੇ ਵੀ ਅੱਡ ਨੇ। ਜਦੋਂ ਪਤਾ ਲੱਗਦਾ ਜਾਂ ਦੂਆ ਧੜਾ ਬਣ ਜਾਂਦਾ, ਜਾਂ ਗੱਦੀ ਬਦਲਦੀ ਆ, ਕੋਈ ਹੋਰ ਹੁੰਦੀ ਹੈ, ਕੋਈ ਅੰਦਰੇ ਸੁਲਗਦੀ ਹੁੰਦੀ ਹੈ ਨਾ, ਉਹ ਤਾਂ ਅੰਦਰ ਸੁਲਗਦੀ ਹੁੰਦੀ ਹੈ। ਪਹਿਲਾਂ ਜੇ ਟਾਈਮ ਆਉਂਦਾ, ਹਵਾ ਆਉਂਦੀ ਹੈ, ਵਿੱਚ ਪੈਂਦੀ ਹੈ, ਬਾਹਰ ਆ ਜਾਂਦੀ ਹੈ। ਰਾਧਾ ਸਵਾਮੀ ਦੀਆਂ ਕਿੰਨੀਆਂ ਗੱਦੀਆਂ ਹੋ ਗਈਆਂ, ਔਰ ਪੈਲਲ ਨੇ ਸਾਰੀਆਂ ਚੱਲਦੀਆਂ ਨੇ। ਗੁਰੂ ਘਰ 'ਚ ਕੋਈ ਗੱਦੀ ਪੈਲਲ ਨਹੀਂ ਚੱਲ ਸਕੀ। ਪੈਲਲ ਹੁੰਦੇ ਰਹੇ, ਕਾਮਯਾਬ ਕੋਈ ਵੀ ਨਹੀਂ ਹੋਇਆ। ਇਹਨਾਂ ਦੇ ਸਾਰੇ ਕਾਮਯਾਬ ਨੇ, ਕਿ ਝੂਠ ਹੈ, ਝੂਠ ਹੈ, ਸੱਚ ਕਿਤੇ ਵੀ ਨਹੀਂ ਹੈ। ਝੂਠ ਦੀਆਂ ਗੱਦੀਆਂ ਐਵੇਂ ਚੱਲ ਪੈਂਦੀਆਂ ਨੇ। ਇਵੇਂ ਸੰਤ ਨੇ, ਇੱਕ ਸੰਤ ਦੇ ਕਿੰਨੇ ਚੇਲੇ ਨੇ, ਆਪਸ ਵਿੱਚ ਵਿਚਾਰ ਨਹੀਂ ਮਿਲਦੇ, ਗੱਦੀਆਂ ਫੇਰ ਚੱਲਦੀਆਂ ਨੇ, ਪਬਲਿਕ ਫੇਰ ਨਾਲ ਹੈ, ਕਾਮਯਾਬ ਹੈ ਸਾਰੇ। ਕਿਉਂ? ਝੂਠ ਹੈ, ਮਾਇਆ। ਸੱਚ ਹੁੰਦਾ ਕੋਈ, ਸੱਚ ਹੁੰਦਾ ਪਹਿਲੀ ਗੱਲ ਤਾਂ ਫ੍ਰਿਕਸ਼ਨ ਨਹੀਂ ਹੁੰਦੀ ਸੱਚ 'ਚ। ਗੁਰੂ ਤੇਗ ਬਹਾਦਰ ਹੈ, ਨਹੀਂ ਗੱਦੀ ਮਿਲੀ, ਕੋਈ ਗੱਲ ਨਹੀਂ, ਫ੍ਰਿਕਸ਼ਨ ਤਾਂ ਪੈਦਾ ਨਹੀਂ ਕੀਤੀ। ਗੁੱਸੇ ਤਾਂ ਹੋਏ ਨਹੀਂ ਮੈਨੂੰ, ਕਿਉਂ ਨਹੀਂ ਗੱਦੀ ਮਿਲੀ? ਜੇ ਟਾਈਮ ਆਇਆ ਫੇਰ ਮਿਲ ਗਈ। ਹੈਗੇ ਨੇ ਪਹਿਲਾਂ, ਸਮਝ ਆ ਸਾਰੀ। ਪਰ ਉਹ ਭਤੀਜੇ ਨੂੰ ਦੇਤੀ, ਕਹਿੰਦੇ ਕੋਈ ਨਹੀਂ। ਕਿਉਂ? ਜਿਹੜਾ ਪੂਰਾ ਉਹਨੂੰ ਨਹੀਂ ਪਰੇਸ਼ਾਨੀ ਹੁੰਦੀ, ਪਰੇਸ਼ਾਨੀ ਅਧੂਰੇ ਨੂੰ ਹੁੰਦੀ ਹੈ, ਮਾਇਆ ਧਾਰੀ ਨੂੰ। ਤੇ ਮਾਇਆ ਧਾਰੀ ਨਹੀਂ ਸੀ। ਇਹ ਸਾਬਤ ਕੀਤਾ ਤੇਗ ਬਹਾਦਰ ਨੇ ਬਈ ਉਹ ਜਿਨ੍ਹਾਂ ਨੇ ਪਹਿਲਾਂ ਰੌਲਾ ਪਾਇਆ ਕਿ ਸਾਨੂੰ ਗੁਰਿਆਈ ਨਹੀਂ ਮਿਲੀ, ਉਹ ਕਾਮਯਾਬ ਕਿਉਂ ਨਹੀਂ ਹੋਏ? ਮਾਇਆ ਧਾਰੀ ਸੀ। ਇਹ ਮਾਇਆ ਧਾਰੀ ਨਹੀਂ ਹੈ। ਇਹ ਤਾਂ ਮਰਨ ਕਬੂਲ ਕਰਨਾ ਪੈਣਾ। ਇਹ ਤਾਂ ਮੌਤ ਨੂੰ ਕਹਾਂ, ਮੌਤ ਨੂੰ ਗਲ ਲਾਉਣ ਵਾਲੀ ਗੱਲ ਹੈ। ਗੱਦੀ ਲੈ ਕੇ ਤਾਂ ਲਾਈ ਵੀ, ਜੇ ਗੱਦੀ ਲਈ ਤਾਂ ਮੌਤ ਗਲ ਲਾਈ ਵੀ। ਪਤਾ ਸੀ ਉਹਨਾਂ ਨੂੰ, ਪਤਾ ਵੀ ਸਾਡਾ ਸਵਾ ਨਹੀਂ ਆਇਆ ਅਜੇ। ਫਿਰ 9ਵਾਂ 10ਵੇਂ ਨੰਬਰ ਤੇ ਆ ਕੇ ਬ੍ਰੇਕ ਕਿਵੇਂ ਲੱਗਦੀ? ਜੇ ਪਹਿਲਾਂ ਗੱਦੀ ਲੈ ਲੈਂਦੇ। ਉਹਦੇ ਦੋ ਵਿੱਚ ਨੇ, 10ਵੇਂ ਨੰਬਰ ਤੇ ਆ ਕੇ ਬ੍ਰੇਕ ਲੱਗ ਜਾਣੀ ਸੀ। ਸਾਰੀ ਗੱਲ ਦਾ ਪਤਾ ਹੀ ਸੀ, ਉਹਨਾਂ ਸਾਰੀ ਗੱਲ ਦੀ ਸਮਝਿਆ ਸੀ ਵੀ ਮੇਰਾ 9ਵਾਂ ਨੰਬਰ ਆਉਣਾ ਚਾਹੀਦਾ, ਕਿ 10ਵੇਂ ਤੇ ਆ ਕੇ ਬ੍ਰੇਕ ਲੱਗ ਜਾਣੀ ਹੈ, ਗਾਂ ਜਾਣੀ ਨਹੀਂ ਗੱਦੀ। ਉਹਨਾਂ ਸਾਰੀ ਗੱਲ ਕਲੀਅਰ ਸੀ ਉਹਨਾਂ ਨੂੰ। ਇਹ ਨਹੀਂ ਪਤਾ ਨਹੀਂ ਸੀ, ਪਤਾ ਸੀ ਸਾਰੀ ਗੱਲ ਦਾ। ਜੇ ਪਤਾ ਨਹੀਂ ਤੇ ਜੇ ਇੰਨਾ ਵੀ 50-40 ਸਾਲ ਦਾ ਪਤਾ ਨਾ ਹੋਇਆ, ਫਿਰ ਉਹ ਗੁਰਮੁਖ ਨਹੀਂ ਹੁੰਦਾ। ਇਹਨਾਂ 50-40 ਸਾਲ ਦਾ ਪਤਾ ਹੁੰਦਾ, ਐਡਵਾਂਸ ਕੀ ਹੋ ਰਿਹਾ, ਕੀ ਹੋ ਜਾਊਗਾ, ਮੋਟਾ ਪਤਾ ਹੁੰਦਾ। ਮੋਟਾ ਪਤਾ ਹੁੰਦਾ ਜੋ ਪਤਾ ਹੀ ਹੁੰਦਾ ਵੀ ਗਰਮੀ ਪੈਂਦੀ ਹੈ ਭਾਈ, ਐਤਕੀ ਬਰਸਾਤ ਪਊ, ਜਾਂ ਦਲਾ ਜੂ 2-4 ਦਿਨ 10 ਦਿਨ ਦਾ, ਸਾਰਿਆਂ ਨੂੰ ਪਤਾ ਹੀ ਹੁੰਦਾ। ਹਾਲਾਤ ਤੋਂ ਪਤਾ ਹੀ ਹੁੰਦਾ। ਜਾਦੂ ਵਾਲੀ ਗੱਲ ਕੋਈ ਨਹੀਂ ਹੈ, ਸਿਆਣਪ ਵਾਲੀ ਗੱਲ ਹੈ। ਹੁਕਮ ਬੁੱਝਿਆ ਹੁੰਦਾ ਉਹਨਾਂ ਨੇ, ਇੰਨਾ ਪਤਾ ਹੀ ਸੀ ਉਹਨਾਂ ਨੂੰ। 9ਵਾਂ ਮਹੱਲਾ ਆਊਗਾ, 2 ਨਾ ਹੁੰਦੇ ਤਾਂ 9ਵਾਂ ਕਿਵੇਂ ਆਉਂਦਾ? ਬਾਕੀ ਕਿਹਨੂੰ ਲੈ ਕੇ ਆਉਂਦੇ ਪਿੱਛੋਂ ਕਿਵੇਂ ਕਰਦੇ? ਦੱਸਦੇ ਕਿਵੇਂ ਪਹੁੰਚਦੇ? ਇਹ ਗੱਲਾਂ ਨੇ ਭੇਜਦੀਆਂ। ਇਹ ਕੀ ਜਾਣ ਮੂਰਖ ਵਿਦਵਾਨ, ਕੀ ਜਾਣ ਸ਼੍ਰੋਮਣੀ ਕਮੇਟੀ ਨੂੰ ਕੀ ਮਤਲਬ ਹੈ ਨਾ ਗੱਲਾਂ ਸੀ ਸਿੱਖੀ ਦਾ। ਉਹ ਤਾਂ ਉਹੀ ਜਿਹੀ ਅਵਸਥਾ ਹੋਵੇ ਤਾਂ ਪਤਾ ਲੱਗੇ ਉਹਨਾਂ ਗੱਲਾਂ ਦਾ। ਹਾਂਜੀ। 5 ਸਹਿ ਭੁਜ ਕੇ ਘਣੇ, ਸ਼ਸਤਰ ਅਸਤਰ ਹੱਥਨ ਮੈਂ ਬਣੇ। ਆ ਲੜਨਾ, ਲੜਾਈ ਲੜਨੀ ਸਾਰਿਆਂ ਨਾਲ ਲੜ ਕੇ ਦਿਖਾਉਣ। ਇਹ ਲੜਦੇ ਫਿਰ ਇਹਨਾਂ ਦੇ ਹੁੰਦੇ ਤਾਂ ਪੈਦਾ ਹੋ ਗਏ ਸੰਤ ਸ਼੍ਰੋਮਣੀ ਕਮੇਟੀ ਦੇ। ਇਹ ਤਾਂ ਗੋਡੇ ਟੇਕਦੇ ਨੇ ਜਾ ਕੇ, ਉਹਨਾਂ ਦੇ ਪੈਰਾਂ 'ਚ ਬਹਿੰਦੇ ਨੇ ਜਾ ਕੇ। ਇਹ ਉਹਨਾਂ ਨਾਲ ਕੀ ਲੜਾਈ ਲੜਨਗੇ? ਗੁਰਮਤਿ ਦੀ ਲੜਾਈ ਕਿੱਥੋਂ ਲੜਨਗੇ? ਇਹ ਵੋਟਾਂ ਦੀ ਲੜਾਈ ਵੀ ਹਾਰੇ, ਉਹ ਵੀ ਥੁੱਕਿਆ ਹੋਇਆ ਚਟਿਆ
ਵੀ ਹਿੰਦੂਆਂ ਤੋਂ ਬਿਨਾਂ ਅਸੀਂ ਸਿੱਖ ਰਾਜ ਕਾਇਮ ਕਰਾਂਗੇ। ਉਹ ਵੀ ਬੀਜੇਪੀ ਬਿਨਾਂ ਨਹੀਂ ਹੋਇਆ। ਇਹਨਾਂ ਨੂੰ ਇੰਨੀ ਅਕਲ ਨਹੀਂ ਸੀ ਜਿਨ੍ਹਾਂ ਨੇ ਇਹ ਅਸੈਸਮੈਂਟ ਕਰ ਲਈ ਵੀ ਸਿੱਖ ਇਹਨਾਂ ਸੂਬਾ ਬਣਾ ਕੇ ਫਿਰ ਅਸੀਂ ਇੰਡੀਪੈਂਡੈਂਟ ਹੋ ਜਾਾਂਗੇ, ਰਾਜ ਕਰ ਲਾਂਗੇ। ਕਿੰਨੀ ਕੁ ਅਕਲ ਹੈ ਇਹਨਾਂ ਨੂੰ? ਜੇ ਗੁਰੂ ਨਾਲ ਜੋੜਦੇ ਅਕਲ ਤਾਂ ਆਉਂਦੀ। ਗੁਰਬਾਣੀ ਖੋਲਦੀ ਅਕਲ ਦਾ ਦਰਵਾਜ਼ਾ, ਮਾਇਆ ਅਕਲ ਦਾ ਦਰਵਾਜ਼ਾ ਬੰਦ ਕਰ ਦਿੰਦੀ ਹੁੰਦੀ ਹੈ ਜੇ ਹੁੰਦਾ ਵੀ ਹੈ। ਮਾਇਆਧਾਰੀਆਂ ਨੂੰ ਮੂਰਖੇ ਕਿਹਾ ਬਾਣੀ ਨੇ। ਅਸੰਖ ਮੂਰਖੰਦ ਘੋਰ, ਮੂਰਖੰਦ ਘੋਰਾਂ ਦੀ ਗੱਲ ਹੈ। ਅਸੰਖ ਚੋਰ ਹਰਾਮਖੋਰ, ਮੂਰਖੰਦ ਘੋਰ ਚੋਰ ਹਰਾਮਖੋਰ ਵੀ ਮੂਰਖੰਦ ਘੋਰੇ ਹੁੰਦੇ ਨੇ। ਚੋਰ ਹਰਾਮਖੋਰ ਨੇ ਮੂਰਖੰਦ ਘੋਰੇ ਹੁੰਦੇ ਨੇ। ਉਹ ਵੀ ਮੂਰਖਾਂ ਦੇ ਗੁਰੂ ਮੂਰਖੇ ਹੁੰਦੇ ਨੇ। ਗੁਰੂ ਜਿਹਨਾਂ ਕੇ ਅੰਦਲੇ, ਉਹ ਜੇ ਗੁਰੂ ਅੰਦਲਾ ਹੈ ਤਾਂ ਹੀ ਚੇਲੇ ਵੀ ਅੰਦੇ ਕਰਨਗੇ। ਜੇ ਅੰਧ ਘੋਰ ਮੂਰਖੰਦ ਘੋਰ ਗੁਰੂ ਹੈ ਤਾਂ ਹੀ ਮੂਰਖੰਦ ਘੋਰ ਉਹਦੀ ਗੱਲ ਮੰਨਣਗੇ। ਸਿਆਣਾ ਇਹੋ ਜਿਹਾ ਕੰਮ ਨਹੀਂ ਕਰਦਾ ਹੁੰਦਾ। ਸਿਆਣਾ ਨਹੀਂ ਇਹੋ ਜਿਹਾ ਕੰਮ ਕਰਦਾ। ਇਹ ਰਾਹ ਨਹੀਂ ਤੁਰਦਾ ਜਿਹੜੇ ਰਾਹ ਤੁਰੇ ਹੋਏ ਨੇ। ਇਹ ਰਾਹ ਬਦਨਾਮੀ ਵਾਲਾ ਹੀ ਹੈ। ਕੁਛ ਨਹੀਂ ਇੱਥੇ ਖੱਟਣ ਨੂੰ ਹੈ। ਖੱਟਣ ਨੂੰ ਕੁਛ ਨਹੀਂ ਹੈ। ਅਟੌੜਾ ਕੀ ਲੈ ਗਿਆ? ਬਦਨਾਮੀ ਲੈ ਗਿਆ। ਇਹ ਜੋ ਮਰਜ਼ੀ ਕਹੀ ਜਾਣ, ਜਿਹੜੇ ਰੋਟੀਆਂ ਤੇ ਬਦਨਾਮੀ ਦਾ ਸਵਾ ਕੁਛ ਨਹੀਂ ਹੈ। ਹੁਣ ਬੋਲਣ ਲੱਗ ਜਾਣਗੇ ਲੋਕ। ਬੋਲਦੇ ਹੀ ਨੇ, ਸਭ ਪਤਾ ਹੀ ਸੀ। ਉਹਨੇ ਕਹਿ ਦਿੱਤਾ ਜਲੇਬੀ ਵਰਗਾ। ਸੱਚੇ ਕਿਹਾ ਸੀ ਉਹਨੇ। ਚਲੋ ਹੋਰ ਸਾਡਾ ਕਈ ਗੱਲਾਂ ਦਾ ਉਹਦੇ ਨਾਲ ਹੋਊਗਾ ਮਤਭੇਦ, ਜਿਹੜੀਆਂ ਗੱਲਾਂ ਗਲਤ ਕਹਿੰਦਾ ਹੈ ਜਿਵੇਂ ਦੱਸੋ। ਪਰ ਇਹ ਤਾਂ ਗੱਲ ਉਹਨੇ ਠੀਕ ਕਹੀ ਸੀ। ਜਿਹੜੀ ਗੱਲ ਠੀਕ ਹੈ ਉਹਦੀ ਠੀਕ ਹੈ, ਜਿਹੜੀ ਗਲਤ ਹੈ ਉਹ ਤੇ ਗਲਤ ਹੈ। ਇਹ ਥੋੜੀ ਆ ਵੀ ਉਹਦੀ ਠੀਕ ਵੀ ਗਲਤ ਹੈ। ਜਲੇਬੀ ਵਰਗਾ ਉਹਨੇ ਲਿਖਿਆ ਸੀ, ਉਹ ਵਟ ਪਾਇਆ ਪਿਆ। ਹਾਂਜੀ। पांच पांच से भुज के घने, पांच पांच से भुज के घने, शस्त्र अस्त्र हाथन में बने। 500 ਨਾਲ ਹੈ ਬੰਦਾ ਇਕੱਠਾ ਜੱਥਾ। ਕੁਝ ਉਹਦੀ ਗੱਲ ਦਾ ਹਾਰਾ 500 ਭਰਦਾ। ਪਿੱਛੇ ਤਾਂ ਬਥੇਰੇ ਨੇ। 500 ਤਾਂ ਬਾਹ ਨਾਲ ਹੈ ਨਾ ਉਹਦੇ। ਇੱਕ ਆਦਮੀ ਨਾਲ 500 ਆਦਮੀ ਇਕੱਠਾ ਬੋਲਦਾ ਆ ਕੇ, ਹਾਂ ਜਾਂ ਮਿਲਾਉਂਦਾ। ਉਧਰ ਗੱਲ ਹੀ ਹੈ, ਮਹਾਗਲ ਗੱਲ ਹੀ ਹੈ। ਹਾਂ ਜਾਂ ਮਿਲਾਉਣ ਵਾਲੇ ਤਾਂ, ਪਰ ਉਹ ਕਿਸੇ ਨੂੰ ਨਹੀਂ ਲੈ ਕੇ ਚੱਲਿਆ ਨਾਲ ਚੱਲਦਾ। ਕਿਉਂ? ਜਿਹਨੇ ਕੱਚੀ ਗੱਲ ਕਰਤੀ ਉਹ ਮਹਾਕਾਲ ਦੇ ਗੱਲ ਪੈ ਜੂਗੀ। ਫਿਰ ਉਹ ਨਹੀਂ ਕਹਿੰਦਾ ਵੀ ਇਹ ਮੇਰੇ ਚੇਲੇ ਨੇ ਜਾਂ ਕੁਛ ਨੇ। ਜੇ ਕਿਸੇ ਨੇ ਕੱਚੀ ਗੱਲ ਕਰਤੀ ਉਹਦਾ ਫਿਰ ਉਹਦੇ ਗੱਲ ਪੈ ਜੂ। ਉਹ ਕਾਹਦੇ ਕਹੇ? ਕਹਿੰਦਾ ਵੀ ਇਹ ਕਹਿੰਦਾ ਹੋਊਗਾ। ਕਾਂਗਰਸ ਕਹਿੰਦੀ ਇਹਦੇ ਆਪਣੇ ਵਿਚਾਰ ਨੇ, ਤਾਂ ਉਹਦੇ ਆਪਣੇ ਵਿਚਾਰ ਹੋ ਸਕਦੇ ਨੇ। ਵੀ ਭਾਈ ਹਾਲੇ ਨੂੰ ਪਤਾ ਨਹੀਂ ਹੈ, ਇਹਨੂੰ ਪਤਾ ਨਹੀਂ ਹੈ। ਇਹ ਗੱਲ ਦਾ ਮੰਨਣਾ ਪਊਗਾ। ਇਹਨੂੰ ਪਤਾ ਨਹੀਂ ਹੈ। ਅਜੋ ਉੱਥੇ ਨਹੀਂ ਪਹੁੰਚਿਆ ਜਿੱਥੇ ਪਹੁੰਚਣਾ ਚਾਹੀਦਾ। ਚਾਹੇ ਉਹ ਸੱਚ ਦੀ ਉਹ ਗੱਲ ਕਰਦਾ, ਪਰ ਜਿੱਥੇ ਗਲਤ ਹੈ ਉਹ ਗਲਤ ਹੈ, ਮੰਨਣਾ ਪਊ ਗਲਤ ਨੂੰ। ਹਾਂਜੀ। शस्त्र अस्त्र हाथन में बने, ਸ਼ਸਤਰ ਅਸਤਰ ਹੱਥਨ ਮੈਂ ਬਣੇ। ਸ਼ਸਤਰ ਅਸਤਰ ਤਾਂ ਹੈ ਹੀ ਉਹਨਾਂ ਕੋਲ। ਉਹ ਸਿੱਖਿਆ ਤਾਂ ਉਹਨਾਂ ਕੋਲ ਹੈ। ਉਹ ਜਿਹੜੀ ਹੈ ਸਿੱਖਿਆ ਦਾ ਕੋਲ ਹੈ, ਮਨ ਦੇ ਵਿੱਚ ਹੈ। ਮਨੇ ਚਲਾ ਰਿਹਾ ਤੀਰ। ਹਾਂ। एक चरण एक की नासा, एक एक भुज भ्रमत आकाशा। ਇੱਕ ਚਰਨ ਕਿਵੇਂ ਹੈ ਬਈ? ਜਿੱਥੇ ਪੈਰ ਉਹ ਰੱਖਦਾ ਨਾ ਲੀਡਰ, ਉੱਥੇ ਹੀ ਰੱਖਦੇ ਨੇ ਸਾਰੇ। एक चरण ਉਹਦੇ ਨਾਲ ਚੱਲਦੇ ਨੇ। ਜਿਵੇਂ ਫੌਜ ਚੱਲਦੀ ਆ ਪੈਰ ਮਿਲਾ ਕੇ, कदम से कदम मिला। ਕਦਮ ਨਾਲ ਕਦਮ ਮਿਲਾ ਕੇ, ਉਹਦੇ ਨਾਲ ਕਦਮ ਮਿਲਾ ਕੇ ਚੱਲਦੇ ਨੇ ਸਾਰੇ। एक ਜਿਹੜੀ ਗੱਲ ਲੀਡਰ ਕਹਿੰਦਾ ਪਿੱਛੇ ਆਪੋ ਤਾਪੀ ਨਹੀਂ ਬੋਲੇ ਹੋਏ। ਦੇਖੋ ਆਪੋ ਤਾਪੀ ਵਾਲੀ ਲੜਾਈ ਨਹੀਂ ਹੈ। ਹੁਣ ਟ੍ਰੇਨਡ ਆਦਮੀ ਲੈਂਦੇ ਨੇ, ਬੋਲਣਾ ਨਹੀਂ ਕਿਸੇ ਨੇ। ਜਿਹੜੀ ਗੱਲ ਮੈਂ ਬੋਲਣੀ ਹੈ ਉਹਦਾ ਹੀ ਹੰਗਾਰਾ ਭਰਨਾ। ਆਪ ਕੋਈ ਨਹੀਂ ਬੋਲਣੀ ਗੱਲ। ਟ੍ਰੇਨਡ ਕੀਤੇ ਹੋਏ ਨੇ, ਕਿਉਂਕਿ ਜੰਗ ਜੋ ਬਹੁਤ ਦੇਰ ਚੱਲ ਲਈ। ਆਪਣੀ ਆਪਣੀ ਬੋਲੀ ਬੋਲ ਕੇ ਛਿੱਤਰ ਖਾਦੇ ਨੇ। ਆਪਾਂ ਵਿਰੋਧੀ ਗੱਲਾਂ ਕਰਨ ਲੱਗ ਜਾਂਦੇ, ਭਾਈਆਂ ਮਾਰਨ ਭਾਈ।
ਇੱਕ ਦੂਏ ਦੇ ਵਿਰੋਧ ਦੇ ਬੋਲੀ ਜਾਂਦੇ ਨੇ। ਉਹ ਕਹਿੰਦੇ ਆਹੀ ਵਿਰੋਧ ਕਰਦਾ ਤੇਰਾ, ਤਾਂ ਆਹੀ ਕਰਦਾ ਤੇਰਾ ਵਿਰੋਧ, ਆਹ ਇਹਦਾ ਕਰਦਾ। ਤੁਸੀਂ ਪਹਿਲਾਂ ਸਲਾਹ ਕਰਕੇ ਆਓ ਕੀ ਕਹਿਣਾ ਚਾਹੁੰਦੇ ਹੋ। ਉਹ ਤਾਂ ਆਪਣੀਆਂ ਗੱਲਾਂ 'ਚ ਢਹਿ ਹੋ ਜਾਂਦੇ ਨੇ, ਹਾਰ ਜਾਂਦੇ ਰਹੇ ਨੇ ਛਿੱਤਰ ਖਾ ਕੇ। ਉਹ ਜਾਂ ਬੋਲਣ ਲੱਗਦੇ ਨੇ, ਕੋਈ ਕੁਛ ਬੋਲ ਦਿੰਦਾ, ਕੋਈ ਕੁਛ ਬੋਲ ਦਿੰਦਾ। ਦਰਸ਼ਨ ਤੋਂ ਨੇ ਬੋਲਤਾ ਬਈ ਜਿਹੜੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਮੰਨਦੇ ਹਾਂ 10 ਦੀਆਂ। ਉਹ ਕਹਿੰਦੇ ਤਾਂ ਕਿਉਂ ਮੰਨਿਆ ਹੈ 10 ਗ੍ਰੰਥ? ਫਿਰ ਤਾਂ ਚੌਪਈ ਵਿੱਚ ਆ ਗਈ ਉਹਦੇ, ਫਿਰ ਤਾਂ ਸਾਰੇ ਗੁਰੂ 10 ਗ੍ਰੰਥ ਮੰਨਿਆ ਗਿਆ। ਲੜਿਆ, ਜੇ ਬੋਲਿਆ ਤਾਂ ਛਿੱਤਰ ਆਪਸ ਵਿੱਚ ਹੀ। ਇਹ ਫਿਰ ਟ੍ਰੇਨਡ ਹੋ ਕੇ ਆਏ ਨੇ, ਸਿੱਖ ਕੇ ਆਏ ਨੇ। ਯਾਨੀ ਚਰਚਾ 'ਚ ਕਰਕੇ ਸਿੱਖੇ ਨੇ। ਜਿਹੜਾ ਮੇਦ ਪਿਆ ਨਾ ਚਰਚਾ 'ਚ, ਜਿਹੜੇ ਕਨਕਲੂਜਨ ਨਿਕਲੇ ਉਹਦੇ ਨਾਲ ਸਿੱਖਿਆ ਲਈ ਆ। ਵੀ ਐਂ ਚਰਚਾ ਕਰੀਦੀ ਹੁੰਦੀ, ਇੱਕ ਸੁਰ ਬੋਲੋ, ਉਹ ਇਕੱਲਾ ਹੀ ਬੋਲਦਾ, ਉਹ ਦੂਏ ਦਾ ਜ਼ਿੰਮੇਵਾਰ ਨਹੀਂ, ਉਹਦੇ ਹਾਂ ਜਾਂ ਮਿਲਾਉਣ ਵਾਲੇ ਦਾ ਵੀ ਜ਼ਿੰਮੇਵਾਰ ਨਹੀਂ। ਉਹ ਕਹਿੰਦਾ ਉਹ ਮੈਂ ਕਦ ਕਿਹਾ ਇਹਨੂੰ ਵੀ ਹੈਗਾ। ਹੁਣ ਉਹ ਆਪਣੇ ਆਦਮੀ ਨੂੰ ਇਹ ਕਹਿੰਦੇ ਨਹੀਂ, ਉਹ ਨਹੀਂ ਇਹ ਕਹਿੰਦੇ ਸਾਡਾ ਆਦਮੀ ਨਹੀਂ ਹੈ। ਕਿਹਨੂੰ ਕਹਿਣਗੇ? ਆਪ ਫਿਰ ਤਾਂ ਸਾਰੇ ਚਿੜੀ ਬਿੜੀ ਹੋ ਗਏ। ਤਾਂ ਸਾਰਿਆਂ ਦੀ ਆਪਣੀ ਆਪਣੀ ਬੋਲੀ ਹੈ। ਫਿਰ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਲੀਡਰ ਕੌਣ ਹੈ? ਲੀਡਰ ਬਣ ਕੇ ਆਓ। ਅੱਜ ਤੋਂ ਜਿਹਨੂੰ ਤਾਂ ਲੀਡਰ ਮੰਨਦੇ ਨੇ, ਭਾਵੇਂ ਅੱਜ ਤੋਂ ਕਹੀ ਜਾਵੇ ਉਹਨਾਂ ਨੂੰ ਵੀ ਮੈਂ ਨਹੀਂ ਇਹਨਾਂ ਦਾ, ਵੀ ਮੇਰੇ ਨਹੀਂ ਹੈਗੇ। ਉਹ ਕਹਿੰਦੇ ਨੇ ਸਾਡਾ ਲੀਡਰ ਇਹ ਹੈ। ਦੂਏ ਨਹੀਂ ਮੰਨਦੇ ਹੁੰਦੇ ਲੀਡਰ ਕੌਣ ਹੈ। ਸਰਨਾ ਕਹਿੰਦਾ ਮੈਂ ਲੀਡਰ ਹਾਂ, ਸਪੋਕਸਮੈਨ ਕਹਿੰਦਾ ਮੈਂ ਲੀਡਰ ਹਾਂ, ਅੰਦਰੋਂ ਬਾਹਰੋਂ ਜੋ ਮਰਜ਼ੀ ਕਹਿੰਦਾ ਰਹੇ। ਤੇ ਉਹ ਦਰਸ਼ਨ ਸਿੰਘ ਨੂੰ ਲੀਡਰ ਬਣਾਉਂਦਾ ਹੀ ਸੀ। ਕਿਉਂ? ਵੀ ਦਰਸ਼ਨ ਸਿੰਘ ਨੂੰ ਲੀਡਰ ਬਣਾ ਕੇ ਅਸੀਂ 2 ਜਾਣੇ ਹੋ ਜਾਈਏ, ਇੱਕ ਵਾਰ ਉਹਨੂੰ ਡਾਊਨ ਕਰ ਲਈਏ। ਉਹ ਕਹਾਂ ਸਿਆਣਾ ਸੀ, ਕਿਉਂਕਿ ਦਰਸ਼ਨ ਸਿੰਘ ਦਾ ਸਦਾ ਹੀ ਹੈ। ਉਹਨੂੰ ਕਿਤੇ ਅਕਲ ਹੈ, ਉਹਨੂੰ ਨਹੀਂ ਅਕਲ ਹੈਗੀ ਚਲਾਉ। ਇਹਨੂੰ ਪਤਾ ਵੀ ਦਰਸ਼ਨ ਸਿੰਘ ਤਾਂ ਮੈਂ ਚਲਾ ਸਕਦਾ ਜਿਵੇਂ ਮਰਜ਼ੀ, ਜੋਗਿੰਦਰ ਸਿੰਘ ਨੂੰ ਵੀ ਉਹ ਸਾਡੇ ਨੂੰ ਨਹੀਂ ਮੈਂ ਚਲਾ ਸਕਦਾ। ਉਹ ਸਿਆਣਾ ਇਹ ਤਾਂ ਉਹਨੂੰ ਮੂਹਰੇ ਕਰਦਾ ਸੀ ਵੀ ਇਹਨੂੰ ਮੂਹਰੇ ਕਰ ਲਓ ਪਾਗਲ ਨੂੰ, ਇਹਨੂੰ ਜਿਵੇਂ ਮੈਂ ਚਲਾਊਂਗਾ ਚੱਲੀ ਜਾਊਗਾ। ਸਾਲਾਂ ਨੇ ਚੱਲਣਾ ਦੀ, ਸਾਲਾਂ ਕਹਾਂ ਪਾਗਲ ਸੀ, ਸਾਲਾਂ ਨੇ ਆਉਣਾ ਸੀ। ਇਹ ਤਾਂ ਇਹਨਾਂ ਦੀਆਂ ਚਾਲਾਂ ਦੀਆਂ ਵਿੱਚ ਚਾਲਾਂ ਗੱਲਾਂ। ਚੋਰਾਂ ਦੀਆਂ ਸਾਧਾਂ ਬੁੱਝ ਲੈਣੀਆਂ, ਸਾਧ ਤਾਂ ਬੁੱਝਦੇ ਹੀ ਨੇ। ਚੋਰਾਂ ਦੀਆਂ ਗੱਲਾਂ ਸਾਧ ਬੁੱਝੇ ਲੈਂਦੇ ਨੇ। ਚੋਰ ਸੀ ਸਾਰੇ ਹੀ। ਗੋਲਕ ਤੇ ਕਿਵੇਂ ਪਹੁੰਚਣਾ, ਗੋਲਕ ਤੱਕ ਕਿਵੇਂ ਪਹੁੰਚਣਾ, ਇਹ ਚਾਲ ਸੀ। ਗੋਲਕ ਤੱਕ ਨਿਗਾਹ ਇਹਨਾਂ ਦੀ, ਹੋਰ ਕਾਹਦੀ ਲੜਾਈ ਹੈ। ਇੱਕ ਕੀ ਨਾਸਾ, ਇੱਕ ਚਰਨ, ਇੱਕ ਕੀ ਨਾਸਾ, ਇੱਕ ਕੀਨ ਆਸਾ, ਇੱਕ ਕੀਨ ਆਸਾ। ਨਾਸਾ ਨਹੀਂ ਹੈ ਇੱਥੇ ਪਦਸ਼ੇ ਦੇਖਣੇ ਕੀਤਾ। ਓਹੋ ਕੀਨ ਆਸਾ ਨਾ ਬਈ ਆ ਚੰਨ ਚੱਲਦੇ ਆ। ਚਰਨ ਇੱਕ ਕੀਨ ਨਾਸਾ, ਕੀਨ ਆਸਾ ਐੜਾ ਨੁਕਤਾ ਸੰਧੀ ਕੀਤੀ ਵੀ। ਹਾਂ ਕੀਨ ਆਸਾ ਇਕੱਠਾ ਹੀ ਹੈ ਲਫ਼ਜ਼। ਇੱਕ ਕੀਨ ਆਸਾ, ਇੱਕ ਹੀ ਆਸ ਰੱਖ ਕੇ ਭਈ ਜਦ ਆਪਾਂ ਅੱਗੇ ਵੱਧਦੇ ਹਾਂ ਕੋਈ ਆਸ ਰੱਖ ਕੇ ਵੱਧਦੇ ਹਾਂ। ਜਦ ਅੱਗੇ ਵੱਧਦੇ ਹਾਂ ਲੜਾਈ ਨੂੰ ਕੋਈ ਆਸਾ ਰੱਖ ਕੇ ਹੀ ਵੱਧਦੇ ਹਾਂ। ਕੋਈ ਇੱਛਾ ਹੁੰਦੀ ਹੋਈ ਹੈ ਲੜਾਈ ਦੇ ਵਿੱਚ। ਇੱਕ ਹੀ ਚੜ੍ਹਨਾ, ਇੱਕੋ ਹੀ ਇਕੱਠਾ ਪੈਰ ਧਰਦੇ ਨੇ, ਇੱਕੋ ਹੀ ਆਸਾ ਹੈ ਵੀ ਆਪਾਂ ਨੇ ਹਰਾਉਣਾ, ਜੰਗ ਜਿੱਤਣੀ ਹੈ। ਆਸਾ ਵੀ ਤਾਂ ਇੱਕੋ ਹੀ ਹੈ ਸਾਰਿਆਂ ਦੀ। ਹਾਂਜੀ ਏਕ ਏਕ ਭੁਜ ਭ੍ਰਮਤ ਆਕਾਸ਼ਾ, ਇੱਕ ਇੱਕ ਭੁਜਾ ਭ੍ਰਮਤ ਆਕਾਸ਼ਾ। ਧਿਆਨ ਕਿੱਥੇ ਹੈ? ਧਿਆਨ ਆਕਾਸ਼ 'ਚ ਹੈ। ਪਰਮੇਸ਼ਰ ਨਾਲ ਧਿਆਨ ਜੋੜਿਆ ਹੋਇਆ ਹੈ ਵੀ ਤੂੰ ਲਾਜ ਰੱਖਣੀ ਹੈ। ਐਂ ਕਹਿ ਕੇ ਲਿਆਏ ਨੇ, ਐਂ ਕਹਿ ਕੇ। ਜਿਵੇਂ ਧਿਆਨ ਲਾਉਂਦੇ ਤੇ ਜੋਗੀ ਜਿਵੇਂ ਧਿਆਨ ਲਾਉਂਦੇ ਤੇ ਵੀ ਸਮਾਧੀ ਤੁਹਾਡੀ ਜੁੜੀ ਰਹਿਣੀ ਚਾਹੀਦੀ ਹੈ, ਉਦੋਂ ਵੀ ਤਾਂ ਤੁਹਾਡੀ ਸਹਾਇਤਾ ਬਾਂਹ ਫੜੂ। ਜਿਹਦੇ ਨਾਲ ਸਮਾਧੀ ਲਾਉਂਦੇ ਨੇ ਉਹਦਾ ਤਾਂ ਪਤਾ ਨਹੀਂ ਕੌਣ, ਉਹਦਾ ਅੰਦਰ ਬੈਠਾ। ਲਾਉਂਦੇ ਨੇ ਆਕਾਸ਼ 'ਚ ਬਾਹਰ। ਭ੍ਰਮਤ ਆਕਾਸ਼ ਹੈ, ਆਕਾਸ਼ ਟੋਲਦੇ ਫਿਰਦੇ ਨੇ ਉਹਨੂੰ ਵੀ ਸਾਡੀ ਬਾਂਹ ਫੜਨ ਵਾਲੇ ਨੂੰ ਆਕਾਸ਼ ਟੋਲਦੇ ਫਿਰਦੇ ਨੇ। ਅੰਦਰ ਵਾਲੇ ਨੂੰ ਨਹੀਂ, ਅੰਦਰ ਨਹੀਂ ਫਿਰ ਵੀ ਮੰਨਦੇ।
ਆਕਾਸ਼ ਤੋੜਦੇ ਨੇ ਬਾਹ ਫੜਨ ਵਾਲੇ ਨੂੰ। ਤੂੰ ਹੁਣ ਬਾਹ ਫੜ, ਬੇਇੱਜ਼ਤੀ ਹੁੰਦੀ ਹੈ ਬਹੁਤ। ਹਾਂਜੀ, ਅਰਧ ਮੁੰਡ ਮੁੰਡਤ ਕੇਤੇ ਸਿਰ, ਕਿਤੇ ਅੱਧੇ ਮੁੰਨੇ ਹੋਏ ਨੇ ਸਿਰ, ਕਿਤੇ ਸਾਰੇ ਹੀ ਮੁੰਨੇ ਹੋਏ ਨੇ। ਅਰਧ ਮੁੰਡ ਜਟਾਂ ਜੀਆਂ ਕੱਟੀਆਂ ਹੋਈਆਂ ਨੇ, ਜਿਵੇਂ ਪਟੇ ਹੁੰਦੇ ਨੇ, ਉਹਨੂੰ ਅਰਧ ਮੁੰਡ। ਐ ਨਹੀਂ ਹੈ ਵੀ ਅੱਧਾ ਸਿਰ ਮੁੰਨਿਆ ਹੋਇਆ ਅੱਧੇ ਬਾਲ ਨੇ, ਉਹ ਨਹੀਂ ਹੁੰਦਾ। ਅਰਧ ਮੁੰਡ ਹੁੰਦਾ, ਪਟੇ ਰੱਖੇ ਹੋਏ ਨੇ। ਜਾਤੇ ਪਟੇ ਜੇ ਚੱਲ ਪਏ, ਇਹਦਾ ਮਤਲਬ ਹੈ ਜਿਆਦਾ ਲਿਖਦੇ ਨੇ ਜਾਤੇ ਪਟੇ ਚੱਲੇ ਹੋਏ ਨੇ। ਪਟੇ ਅੰਗਰੇਜ਼ਾਂ ਦੇ ਹੁੰਦੇ ਸੀ ਨਾ, ਹੁਣ ਵੀ ਬਥੇਰੇ ਆਦਮੀ ਨੇ ਜਿਹੜੇ ਅੱਧੇ ਕੱਟ ਲੈਂਦੇ ਨੇ, ਅੱਧੇ ਕਵਾਲ ਹੁੰਦੇ ਨੇ, ਅੱਧੇ ਕੱਟ ਲੈਂਦੇ ਨੇ। ਇਹ ਜਿਹੜੇ ਸੀ ਨਾ ਇਹਨਾਂ ਦੇ ਵਿੱਚ ਮੁਸਲਮਾਨਾਂ 'ਚ ਜਿਹੜੇ ਹੋ ਗਏ ਸੀ ਜੋਗੀ, ਉਹ ਅਰਧ ਮੁੰਡਤ ਹੋਣ ਲੱਗੇ ਸੀ। ਜਟਾਂ ਪੂਰੀਆਂ ਨਹੀਂ ਸੀ ਰੱਖਦੇ, ਥੋੜੀਆਂ ਜਿਹੀਆਂ ਰੱਖ ਲੈਣੀਆਂ, ਇਹ ਬਿਲਕੁਲ ਕੌਣ ਮੌਨ ਹੋ ਜਾਣਾ। ਅਰਧ ਮੁੰਡਾ ਮੁੰਡਤ ਕੇਤੇ ਸਿਰ, ਔਰ ਕਿੰਨਾ ਨੇ ਬਿਲਕੁਲ ਸਿਰ ਸਭਾ ਚੱਟ ਕੀਤੇ ਹੋਏ ਤੇ ਕਿਤੇ ਅਰਧ ਮੁੰਡ ਸੀ। ਇਹਦਾ ਮਤਲਬ ਹੈ ਸਾਰੇ ਨਾਥ ਨੇ, ਜੋਗੀ ਇੱਕ ਵੀ ਨਹੀਂ। ਜਿਹੜੇ ਚਰਚਾ ਨੂੰ ਆਏ ਨੇ ਸਾਰੇ ਨਾਥ ਨੇ, ਜੋਗੀ ਨਹੀਂ ਹੈ। ਜਿਹੜੇ ਜੋਗੀ ਮੁਸਲਮਾਨਾਂ ਨਾਲ, ਜਿਹੜੇ ਮੁਸਲਮਾਨਾਂ ਨੂੰ ਜੋਗੀ ਧੜਾ ਰਲਿਆ ਸੀ, ਉਹ ਧੜੇ ਦੇ ਬੰਦੇ ਨੇ ਸਾਰੇ। ਕੋਈ ਦੂਏ ਦਾ ਜਟਾ ਰੱਖਦੇ ਨੇ, ਉਹ ਤਾਂ ਜਟਾ, ਉਹ ਤਾਂ ਦਰਸ਼ਨੀ ਯੋਗੀ ਨੇ। ਦਾੜੀ ਕੇਸ ਜਟਾਂ ਸਭ ਜਟਾ ਝੂਠ ਰਹਿੰਦੇ ਨੇ, ਉਹ ਨਹੀਂ ਛੇੜਦੇ। ਕੇਸਣ ਧਰੇ ਕਿਤ ਘਤਾਏ ਫਿਰ, ਕਿ ਕਈ ਕੇਸਧਾਰੀ ਵੀ ਨੇ ਵਿੱਚ, ਕੇਸਣ ਧਾਏ, ਕਈ ਕੇਸਧਾਰੀ ਵੀ ਨੇ ਵਿੱਚ, ਉਹਨਾਂ ਦੇ ਚੇਲਿਆਂ 'ਚ ਕੇਸਧਾਰੀ ਹਾਂ ਵਿੱਚ ਫਿਰਦੇ ਨੇ। ਉਹ ਕੇਸਧਾਰੀ ਆਪਣੇ ਜਿਹੜੇ ਲੋਕ ਕੇਸਧਾਰੀ ਸੀ ਹਿੰਦੂਆਂ 'ਚ, ਜਟਾਂ ਤਾਂ ਨਹੀਂ ਹੈਗੀਆਂ ਉਹਨਾਂ ਦੇ, ਕੇਸਧਾਰੀ ਉਹ ਚੇਲੇ ਤਾਂ ਹੈਗੇ ਹੀ ਨੇ। ਵਿਦਵਾਨ ਤਾਂ ਥੇ ਹੀ ਨਾਲ, ਹੋ ਸਕਦਾ ਪੰਡਤ ਹੋਣ ਨਾਲ ਵਿੱਚ। ਪੰਡਤ ਵੀ ਤਾਂ ਕੋਈ ਜੋਗੀਆਂ ਨੂੰ ਮੰਨਣ ਵਾਲੇ ਹੁੰਦੇ ਸੀ। ਏਕ ਏਕ ਮਦ ਕੋ ਸਰ ਪੀਐ, ਮਾਨਵ ਖਾਏ ਜਗਤ ਕੇ ਜੀਐ। ਏਕ ਏਕ ਮਦ ਕੋ ਸਰ ਪੀਏ, ਕੱਲਾ ਕੱਲਾ ਜਿਹੜਾ ਸੀ ਸ਼ਰਾਬ ਨਾਲ ਡੱਕਿਆ ਹੋਇਆ ਸੀ, ਸ਼ਰਾਬ ਪੀ ਕੇ ਆਏ ਨੇ। ਏਕ ਏਕ ਮਦ ਕੋ ਸਰ ਪੀਏ, ਸਰ ਪੀਏ, ਜਿਵੇਂ ਕੋਈ ਸਰੋਵਰੇ ਪੀ ਜਾਂਦਾ ਸ਼ਰਾਬ ਦਾ, ਕੋਲੇ ਰੱਖਦੇ ਤੇ ਘੜੇ 'ਚ ਪਾ ਕੇ। ਔਰ ਕੀ ਕਰਦੇ ਤੇ? ਮੜੀਆਂ 'ਚੋਂ ਮਾਸ ਖਾਣੇ ਸੀ ਆਦਮੀ ਦਾ। ਮਾਨਵ ਖਾਏ ਜਗਤ ਕੇ ਜੀਏ। ਆ ਦੇਖੋ, ਉਹ ਨੇ, ਉਹ ਆਏ ਨੇ ਮੁਰਦੇ ਦਾ ਮਾਸ ਖਾਣੇ ਵਾਲੇ, ਜਲੇ ਹੋਏ ਦਾ, ਜਿਹੜੇ ਖਾ ਲੈਂਦੇ ਸੀ ਮੜੀਆਂ 'ਚੋਂ ਕੱਢ ਕੇ। ਮਾਨਵ ਖਾਏ ਜਗਤ ਕੇ ਜੀਏ, ਹੁਣ ਵੀ ਖਾ ਲੈਂਦੇ ਨੇ ਬੱਚੇ, ਪਤਾ ਲੱਗਦਾ ਕਬਰਾਂ 'ਚੋਂ ਖਾ ਜਾਂਦੇ ਨੇ ਕੱਢ ਕੇ। ਇਹੋ ਜਿਹੇ ਨੇ ਵਿੱਚ। ਹਾਂ, 10 ਸਹੰਸ ਭਾਂਗ ਕੇ ਭਰ ਘਟ, 10,000 ਘੜੇ ਭਰ ਕੇ ਨਾ ਭੰਗ ਦੇ, ਸੁੱਖੇ ਦੇ, ਉਹ ਭੰਗ ਕਹਿੰਦੇ ਨੇ। ਆਪਾਂ ਜਿਹਨੂੰ ਸੁੱਖਾ ਕਹਿੰਦੇ ਉਹ ਭੰਗ ਕਹਿੰਦੇ ਨੇ। ਉਹ ਸਾਰੀ ਸੰਗਤ ਨੂੰ ਬੁਲਾਉਣੇ ਨੇ, ਜਿਹੜੇ ਨਾਲ ਦੇ ਨੇ, ਉਹ ਵੀ ਪ੍ਰਸ਼ਾਦ ਮੰਨਦੇ ਨੇ, ਚੜ ਕੇ ਜ਼ਿਆਦਾ ਆਉਂਦੇ ਨੇ, ਵਰਤਾ ਕੇ ਲੋਕਾਂ ਨੂੰ। ਇਹਨੂੰ ਦੇਖ ਕਹਿੰਦੇ ਨੇ, ਤਾਂ ਹੀ ਉਹ ਦੇਖ ਫਤਿਹ, ਉਹ ਵੀ ਫਤਿਹ ਕਰ ਚੱਲੇ ਨੇ ਜੰਗ। ਆਹੋ, ਸ਼ਿਵਰਾਤਰੀ ਤੇ ਕਰਦੇ ਨੇ। 10 ਸਹੰਸ ਭਾਂਗ ਕੇ ਭਰ ਘਟ, ਪੀਪੀ ਭਿਰਤ ਅਸੁਰ ਰਣ ਚਟਪਟ। ਜਿਹੜੇ ਚੰਡੀ ਨਾਲ ਚਰਚਾ ਕਰਨਾ, ਇਹਨੂੰ ਸ਼ਰਾਬ ਔਰ ਘੜੇ ਦੋਏ ਉਹ ਪੀਂਦੇ ਨੇ। ਭੰਗ ਔਰ ਘੜੇ ਸ਼ਰਾਬ ਪੀਂਦੇ ਨੇ ਦੋਏ। ਔਰ ਜਿਹੜੇ ਨਹੀਂ ਪੀਂਦੇ ਉਹ ਆਏ ਹੀ ਨਹੀਂ ਮੈਦਾਨ 'ਚ, ਨਹੀਂ ਆਏ, ਲੜਾਈ ਜੀ ਨਹੀਂ ਹੈਗੀ, ਚਰਚਾ ਕਰਨੇ ਨਹੀਂ ਆਏ, ਲੜਨ ਜੋਗੇ ਹੀ ਨਹੀਂ ਉਹ, ਧਾਰਮਿਕ ਬੰਦੇ ਹੀ ਨਹੀਂ ਉਹ। ਧਰਮ ਦੇ ਖੇਤਰ 'ਚ ਬੰਦੇ ਹੀ ਆਏ ਨੇ, ਜਿਹੜੇ ਮਹਾਕਾਲ ਨਾਲ ਯੁੱਧ ਕਰਨਾ ਹੈ, ਜਿਹੜੇ ਮਹਾਕਾਲ ਨਾਲ ਯੁੱਧ ਕਰਨ ਆਏ ਨੇ, ਉਹ ਇਹ ਨੇ। ਮਹਾਕਾਲ ਨਾਮ ਦਾ ਨਸ਼ਾ ਹੈਗਾ, ਉਹਦੀ ਕੋਈ ਰੌਲਾ ਨਹੀਂ। ਯਾਨੀ ਇਹ ਜੋ ਰਾਹ ਦੇ ਪੰਥੀ ਨੇ, ਇੱਥੋਂ ਗਾਹਾਂ ਪਹੁੰਚ ਸਕਦੇ ਨੇ ਇਹ, ਅਜੇ ਉਹਨਾਂ ਕੋਲ ਗਿਆਨ ਪੂਰਾ ਨਹੀਂ ਹੈ। ਪਰ ਇੱਕ ਭਲਵਾਨ ਝੱਡੀ ਦੇ ਨਾਲ ਜਿਹੜਾ ਲੜਦਾ ਹੈ, ਉਹ ਭਲਵਾਨ ਹੀ ਹੁੰਦਾ। ਇਹਨਾਂ ਲੋਕਾਂ ਨੇ ਮੁਸਲਮਾਨ ਬਣਾਏ ਨੇ, ਇਹ ਜਿਹੜੇ ਹਿੰਦੂ ਨੇ, ਇਹ ਲੋਕ ਨੇ ਜਿਨ੍ਹਾਂ ਨੇ ਮੁਸਲਮਾਨ ਬਣਾਏ ਨੇ, ਇਹਨਾਂ ਦੇ ਹੀ ਨੇ ਉਹ।
ਇਹਨਾਂ ਦੀ ਪ੍ਰੇਰਣਾ ਨਾਲ ਮੁਸਲਮਾਨ ਬਣੇ ਨੇ ਹਿੰਦੂ ਜਿੰਨੇ ਬਣੇ ਨੇ ਨਾਥਾਂ ਦੀ ਨਾਲ ਨਾਥਾਂ ਦੀ ਨਾਲ ਇਹਨਾਂ ਦੇ ਬੰਦੇ ਸੀ। ਇਹ ਜਿਹੜੇ ਸ਼ਰਾਬ ਤੇ ਖਿਲਾਫ ਨੇ ਇਹ ਉਸ ਵੇਲੇ ਦੇ ਖਿਲਾਫ ਨੇ ਵੀ ਹਿੰਦੂ ਸਾਰੇ ਬਣ ਜਾਣਗੇ ਮੁਸਲਮਾਨ। ਇਹ ਸ਼ਰਾਬ ਇਹਨੂੰ ਹਟਾਓ, ਭੰਗ ਨੂੰ, ਇਹਦੇ ਖਿਲਾਫ ਪ੍ਰਚਾਰ ਕਰੋ। ਇਹ ਬਾਹਮਣ ਨੇ ਪ੍ਰਚਾਰ ਤਾਂ ਕੀਤਾ ਵੀ ਸਾਰੇ ਬਣ ਜਾਣਗੇ ਮੁਸਲਮਾਨ। ਆ ਭੰਗ ਤਾਂ ਹੀ ਦਿੱਤੀ ਸੀ ਬਾਬਰ ਨੂੰ, ਬਾਬਰ ਨੇ ਗੁਰੂ ਨਾਨਕ ਨੂੰ। ਮੁਸਲਮਾਨਾਂ ਚ ਅਲਾਊਡ ਹੈ, ਅੱਜ ਸ਼ਿਵ ਨੂੰ ਵੀ ਅਲਾਊਡ ਹੈ। ਇਹ ਦੱਸਣ ਤਾਂ ਸਹੀ ਜਿਹੜੇ ਇਹ ਮਿਸ਼ਨਰੀ ਆ ਜਿਹੜੇ ਰੌਲਾ ਪਾਉਂਦੇ ਨੇ ਆਪਣੇ ਰਾਧਾ ਸੁਆਮੀ, ਉਹ ਸਮਾਧੀ ਸ਼ਿਵਜੀ ਵਾਲੀ ਭੰਗ ਤੋਂ ਖਿਲਾਫ। ਕਿਹੜਾ ਧਰਮ ਹੈ ਤੁਹਾਡਾ, ਕਿੱਥੋਂ ਲੈ ਕੇ ਆਏ ਹੋ? ਕੋਈ ਪੁਰਾਣਾ ਗ੍ਰੰਥ ਦਿਖਾਓ ਕਿੱਥੇ ਹੈ ਤੁਹਾਡੇ ਕੋਲ? ਕੁਛ ਵੀ ਨਹੀਂ ਹੈ, ਜ਼ਬਾਨੀ ਧਰਮ। ਇਧਰੋਂ ਟੰਗ ਲੈ ਲਈ, ਕਿਤੋਂ ਬਾਂਹ ਲੈ ਲਈ, ਕਿਤੋਂ ਕੁਛ ਲੈ ਲਿਆ, ਕਿਤੋਂ ਕੁਛ ਲੈ ਲਿਆ। ਕਿਸੇ ਦੀ ਸੂਈ, ਕਿਸੇ ਦਾ ਪਰਾਂਦਾ, ਚੂੰਡਾ ਗੁੰਦ ਲਿਆ, ਭੱਖ ਪਖਾਂਦਾ ਆਪਣਾ ਚੂੰਡਾ ਸਿਰ ਗੁੰਦ ਲਿਆ, ਸੂਈ ਕਿਸੇ ਦੀ ਲੈ ਲਈ, ਪਰਾਂਦਾ ਕਿਸੇ ਦਾ ਪਾ ਲਿਆ। ਇਹ ਤਾਂ ਉਹ ਨੇ ਆਪਣਾ ਸਿਰ ਸਜਾ ਲਿਆ, ਗੁੰਦ ਲਿਆ, ਸਾਰਾ ਸਮਾਨ ਮੰਗਵਾ ਕਿਸੇ ਦਾ। ਜਨਾਨੀਆਂ ਕਹਿੰਦੀਆਂ ਹੁੰਦੀਆਂ ਨੇ ਵੀ ਆਪਣਾ ਸਿਰ ਗੁੰਦ ਲਿਆ, ਸੂਈ ਔਰ ਪਰਾਂਦੇ ਲੋਕਾਂ ਦੇ ਨੇ। ਆਪਣਾ ਕੀ ਹੈ ਤੁਹਾਡਾ, ਉਹ ਦੱਸੋ। ਆਪਣਾ ਕੁਝ ਵੀ ਨਹੀਂ। ਕਿਹੜਾ ਧਰਮ ਹੈ ਤੁਹਾਡਾ, ਕਿਹਨੇ ਬਣਾਇਆ? ਕਿਸੇ ਨੇ ਵੀ ਨਹੀਂ। ਹਵਾ 'ਚ ਗੱਲਾਂ ਨੇ ਸਭ। ਸ਼ਿਵ ਕਿਤੋਂ ਗਰਾਊਂਡ ਹੈ ਸਾਡੇ ਕੋਲ। ਸ਼ਿਵ ਦੇ ਅਵਤਾਰ ਹੋਏ ਨੇ ਦੱਤਾਤਰੇय। ਸ਼ਿਵ ਦਾ ਅਵਤਾਰ ਹੋਇਆ ਪਾਰਸਨਾਥ। ਉੱਥੇ ਚੱਲੀ ਇਹ ਗੱਲ, ਉੱਥੋਂ ਹੀ ਸ਼ੁਰੂ ਕੀਤੀ ਸੀ। ਸਾਰੇ ਭੰਗ ਪੀਂਦੇ। ਇਹ ਗਰਾਊਂਡ ਹੈ ਇੱਥੋਂ ਚੱਲੀ ਹੋਈ। ਇੱਥੇ ਆ ਗਏ ਹੁਣ, ਸਾਰੀ ਉੱਥੋਂ ਹੀ ਲੜੀ ਚੱਲੀ ਹੋਈ ਹੈ। ਚਾਰ ਇਹ ਵੀ ਅਵਤਾਰੇ ਹੈ। ਚੌਥਾ ਅਸਲ 'ਚ ਅਵਤਾਰ ਹੈ ਅਸਤੋਜ, ਚਰਿੱਤਰ ਹੈ। ਇਹ ਕਿਹਦਾ? ਪਰਮੇਸ਼ਰ ਦਾ ਚਰਿੱਤਰ ਹੈ, ਹੁਕਮ ਦਾ ਚਰਿੱਤਰ ਹੈ। ਉਹ ਵੀ ਚਰਿੱਤਰ ਖੇਲਦਾ ਹੈ ਲੋਕਾਂ ਨਾਲ, ਚਰਿੱਤਰ ਖੇਲਦਾ। ਇੱਕ ਭਰਮ ਭਲਾਏ, ਇੱਕ ਭਗਤੀ ਲਾਏ। ਉਹ ਭਰਮ ਭਲਾਏ ਨੇ ਤੇ ਭਗਤੀ ਲਾਏ ਹੋਏ ਨੇ। ਟੀਮਾਂ ਦੋ ਬਣਾ ਲਈਆਂ, ਉਹਨੂੰ ਇੱਧਰ ਫੂਕ ਮਾਰਤੀ, ਉਹਨੂੰ ਦੂਏ ਨੂੰ ਉੱਧਰ ਫੂਕ ਮਾਰਤੀ, ਦੋਵੇਂ ਪਾਸੇ ਫੂਕ ਮਾਰੀ ਜਾਂਦਾ। ਪੀ ਪੀ ਭਿਰਤ ਅਸੁਰ ਰਨ ਚਟਪਟ। ਪੀ ਭਿੜਦੇ ਨੇ, ਉਹ ਪਿੱਛੇ ਰੱਖੇ ਹੋਏ ਨੇ ਨਾ। ਜਿਹਨੂੰ ਪਿਆਸ ਲੱਗਦੀ ਹੈ ਫਿਰ ਪੀ ਆਉਂਦਾ। ਇਹ ਨਸ਼ਾ ਥੋੜਾ ਹੁੰਦਾ, ਹੋਰ 4 ਗਲਾਸ ਹੋਰ ਮਾਰਿਆ ਹੁੰਦਾ। ਦੋਹਰਾ ਬਜਰ ਬਾਣ ਬਿਛੂਆ ਬਸਿੱਖੋ ਬਰਕੇ ਸ਼ਸਤਰ ਅਪਾਰ। ਬੱਜਰ ਬਾਣ, ਬਜ਼ਾਰ ਬਾਣ। ਬਜਰ ਬਾਣ ਬਿਛੂਆ ਬਸਿੱਖ। ਬਜ਼ਾਰ ਬਾਣ ਹੁੰਦੇ ਨੇ, ਬਜ਼ਾਰ ਬਾਣ ਕਹਿੰਦੇ ਨੇ ਜਿਹੜਾ ਭਰਮ ਗਿਆਨ ਦਾ ਤੀਰ ਹੋਵੇ। ਬਾਜ਼ਾਰ ਲਫ਼ਜ਼ ਬੱਜਰ ਨਹੀਂ ਹੈ ਲਫ਼ਜ਼। ਬਾਜ਼ਾਰ ਦਾ ਬੱਜਰ ਬਣਾ ਲਿਆ। ਇੰਦਰ ਦਾ ਹਥਿਆਰ ਮੰਨਦੇ ਨੇ ਬੱਜਰ। ਇਹ ਬਾਜ਼ਾਰ ਹੁੰਦਾ ਜਿਹਨੂੰ ਜਰਾ ਰੋਗ ਤੋਂ ਰਹਿਤ ਹੋਵੇ, ਉਹ ਬਾਜ਼ਾਰ ਹੁੰਦਾ। ਜਰਾ ਰੋਗ ਤੋਂ ਰਹਿਤ ਦੋ ਚੀਜ਼ਾਂ ਨੇ, ਆ ਭਰਮ ਹੈ, ਇਹ ਨਾਮ ਹੈ। ਇਹ ਤਤ ਗਿਆਨ ਹੈ, ਇਹ ਭਰਮ ਹੈ। ਬਾਕੀ ਸਭ ਗਿਆਨ ਜਰ ਵਾਲੇ ਨੇ। ਜਰਾ ਰੋਗ ਹੈ ਸਭਨਾਂ ਨੂੰ। ਕਿਉਂ? ਉਹ ਵੱਧਦੇ ਰਹਿੰਦੇ ਨੇ, ਗਾਹਾਂ ਨੂੰ ਵੀ ਵੱਧਦੇ ਨੇ, ਪਿਛੇ ਨੂੰ ਵੀ ਘਟਦੇ ਨੇ। ਤਤ ਗਿਆਨ ਘਟ ਕੇ ਹੀ ਆਏ ਹੋਏ ਨੇ। ਦੂਆ ਗਿਆਨ, ਤਤ ਗਿਆਨ 'ਚ ਜਰਾ ਰੋਗ ਪੈ ਕੇ ਹੀ ਭਰਮ ਗਿਆਨ ਪੈਦਾ ਹੋਇਆ ਨਾ। ਮਾਇਆ ਦਾ ਗਿਆਨ ਮਾਇਆ ਵੱਲ ਨੂੰ ਕਿੱਥੋਂ ਆਇਆ? ਪਿੱਛੋਂ ਹਟ ਕੇ, ਤਤ ਨੂੰ ਛੱਡ ਕੇ ਹੀ ਮਾਇਆ ਵੱਲ ਆਇਆ ਨਾ। ਡਾਊਨਫਾਲ ਵੱਲ ਆ ਗਿਆ। ਹਾਂ, ਬਾਜ਼ਾਰਾ ਖਾਰ ਇੱਕੋ ਹੀ ਸੰਤ। ਜਰਾ ਰੋਗ ਤੋਂ ਰਹਿਤ। ਬਜ਼ਾਰ ਬਿਛੂਆ ਬਸਖ ਬਰਕੇ। ਬਜ਼ਾਰ ਵਿਛੂਆ, ਭਰਮ ਗਿਆਨੀ ਵਿਛੂਏ ਛੱਡਦੇ ਨੇ। ਚੁਭਵੀਂ ਗੱਲ ਕਹਿਣਾ, ਜਿਵੇਂ ਨਾਮ ਸੁਣਦੇ ਜਾਣ ਬਿਛੂ ਡਸਾਨਾ, ਵੀ ਜਿਹਦੇ ਨਾਲ ਚੁਭਵੀਂ ਗੱਲ ਹੋਵੇ। ਬਿਛੂਆ ਬਸਿੱਖ। ਵਿਛੂਆ ਬਸਿੱਖ ਵਿਸ਼ੇਸ਼ ਕਿਸਮ ਦੇ ਬਰਕੇ ਸਿੱਖਿਆ। ਬਰਕੇ ਸ਼ਸਤਰ ਅਪਾਰ। ਬਰਖੇ ਸ਼ਸਤਰ ਅਪਾਰ। ਅਨੇਕਾਂ ਪ੍ਰਕਾਰ ਦੇ ਸ਼ਸਤਰਾਂ ਦੀ ਵਰਖਾ ਹੋਣ ਲੱਗੀ।
ਊਚ ਨੀਚ ਕਾਤਰ ਦੇਖੋ ਦੋਏ ਪਾਸੇ ਤੇ ਬਜਰਬਾਨ ਚੱਲਦੇ ਨੇ, ਨਾਮ ਦੇ ਵੀ ਚੱਲਦੇ ਨੇ ਬਜਰਬਾਨ। ਉਹ ਜਿਹੜੀ ਗੱਲ ਕਰਦੇ ਨੇ ਉਹ ਜਿਹਾ ਜਵਾਬ ਵੀ ਮਿਲਦਾ ਉਹਨਾਂ ਨੂੰ, ਦੋ ਪਾਸੇ ਚੱਲਦੇ ਨੇ। ਪਰ ਜਿਹੜਾ ਇਹਨਾਂ ਦਾ ਭਰਮ, ਆਖਰ ਭਰਮ ਦਾ ਕਟਿਆ ਜਾਣਾ, ਨਾਸ ਭਰਮ ਵਾਲੇ ਦਾ ਹੋਣਾ। ਜਰਾ ਲੋਕ ਆਪਣੇ ਆਪ ਤਾਂ ਨਹੀਂ ਭਰਮ ਦਾ ਨਾਸ ਹੁੰਦਾ, ਤਾਂ ਬਜਾਰਾ ਹੈ, ਤਾਂ ਬਜਾਰਾ ਹੈ। ਆਪਣੇ ਆਪ ਦਾ ਨਾਸ ਨਹੀਂ ਹੁੰਦਾ, ਪਰ ਗਿਆਨ ਦਾ ਜਿਹੜਾ ਕਿਰਪਾ ਇਹਦੇ ਨਾਲ ਭਰਮ ਦਾ ਨਾਸ ਹੋ ਜਾਂਦਾ। ਗੁਰ ਪ੍ਰਸਾਦ ਭਰਮ ਕਾ ਨਾਸ, ਭਰਮ ਕਾ ਨਾਸ ਇਹਦੇ ਨਾਲ ਹੋ ਜਾਂਦਾ। ਆਪਣੇ ਆਪ ਨਹੀਂ ਨਾਸ ਹੁੰਦਾ, ਆਪਣੇ ਆਪ ਨਹੀਂ ਹੁੰਦਾ। ਆਪਣੇ ਆਪ ਕਾਹਦਾ ਨਾਸ ਹੁੰਦਾ? ਝੂਠ ਦਾ। ਝੂਠ ਪੁਰਾਣਾ ਹੋ ਜਾਂਦਾ, ਸੱਚ ਪੁਰਾਣਾ ਨਹੀਂ ਹੁੰਦਾ, ਝੂਠ ਪੁਰਾਣਾ ਹੋ ਜਾਂਦਾ। ਭਰਮ ਪੁਰਾਣਾ ਨਹੀਂ ਹੁੰਦਾ, ਭਰਮ ਪੁਰਾਣਾ ਨਹੀਂ ਹੁੰਦਾ, ਝੂਠ ਪੁਰਾਣਾ ਹੋ ਜਾਂਦਾ। ਭਰਮ ਤਾਂ ਵੀ ਨਾਮ ਦਾ ਵੀ ਰਹਿ ਜਾਂਦਾ ਗਾਹਾਂ ਜਾ ਕੇ। ਜੇ ਮਾਇਆ ਦਾ ਭਰਮ ਨਿਕਲੇ ਨਾਮ ਦਾ ਤਾਂ ਰਹਿ ਜਾਂਦਾ ਨਾ। ਨਾਮ ਕੀ ਚੀਜ਼ ਹੈ? ਇਹ ਤਾਂ ਭਰਮ ਰਹਿ ਗਿਆ ਅੱਗੇ ਜਾ ਕੇ। ਹਾਂ ਨਾਮ ਕੀ ਹੈ? ਇਹ ਤਾਂ ਭਰਮ ਫੇਰ ਰਹਿ ਗਿਆ, ਭਰਮ। ਊਚ ਨੀਚ ਕਾਤਰ ਸੁਭਟ ਸਭ ਕੀਨੇ ਇਕਸਾਰ। ਊਚ ਨੀਚ ਕਾਤਰ ਸੁਭਟ, ਸੁਭਟਾਂ ਨੇ ਪੈਸੇ ਊਚ ਨੀਚ ਕੱਟਤੀ, ਪੰਡਤ ਵਾਲੀ ਊਚ ਨੀਚ ਕੱਟਤੀ। ਇਹ ਦੋਏ ਤੇਰੇ ਮੰਨ ਗਏ। ਜੋਗੀ ਊਚ ਨੀਚ ਨਹੀਂ ਮੰਨਦੇ, ਚਾਰ ਵਰਣਾਂ ਨੂੰ ਜੋਗੀ ਨਹੀਂ ਮੰਨਦੇ। ਇਸੇ ਕਰਕੇ ਤਾਂ ਇਸਲਾਮ ਦਾ ਹਟ ਕਰ ਲਿਆ ਉਹਨਾਂ ਨੇ। ਇਸਲਾਮ ਵੀ ਨਹੀਂ ਮੰਨਦਾ, ਇਸਲਾਮ ਵੀ ਨਹੀਂ ਮੰਨਦਾ, ਜੋਗੀ ਵੀ ਨਹੀਂ ਮੰਨਦਾ। ਜਨੇਊ ਤਾਂ ਹੀ ਨਹੀਂ ਪਾਉਂਦਾ ਜੋਗੀ, ਜਨੇਊ ਬ੍ਰਾਹਮਣ ਪਾਉਂਦਾ। ਜਿਹੜਾ ਜਨੇਊ ਪਾਉਂਦਾ ਉਹ ਚਾਰ ਵਰਣ ਮੰਨਦਾ, ਜੋਗੀ ਨਹੀਂ ਮੰਨਦਾ ਚਾਰ ਵਰਣ। ਚਾਰ ਵਰਣ ਨੂੰ ਜਿਹੜੇ ਆਪਣੇ ਬੋਧੀ ਨਹੀਂ ਮੰਨਦਾ ਚਾਰ ਵਰਣ। ਇਹੀ ਤਾਂ ਰੌਲਾ ਸੀ ਬੋਧੀਆਂ ਦਾ, ਪੰਡਤ ਨਾ ਹੋਰ ਰੌਲਾ ਕਾਹਦਾ। ਬੋਧੀਆਂ ਨੇ ਉਹਨੂੰ ਕਹਿ ਦਿੱਤਾ, ਆਪਣੇ ਅੰਬੇਡਕਰ ਨੂੰ ਵੀ ਸਾਡੇ ਨਾਲ ਰਲ ਜਾ। ਉਹਨਾਂ ਨੂੰ ਕੋਈ ਐਲਰਜੀ ਨਹੀਂ ਬੋਧੀਆਂ ਨੂੰ। ਇਸੇ ਕਰਕੇ ਚੀਨ ਦਾ ਬਾਦਸ਼ਾਹ ਛੇਤੀ ਮੰਨਿਆ, ਉੱਥੇ ਦਿਖਾਇਆ ਹੋਇਆ। ਚਾਈਨਾ ਵਾਲੇ ਛੇਤੀ ਮੰਨ ਗਏ ਕਲਕੀ ਅਵਤਾਰ ਵਾਲੇ ਪ੍ਰਸੰਗ ਚ। ਉਹਨਾਂ ਦਾ ਫਰਕ ਕੋਈ ਨਹੀਂ, ਉਹਨਾਂ ਦਾ ਨਹੀਂ ਬਹੁਤਾ ਫਰਕ। ਉਹਨੂੰ ਗਿਆਨ ਨਹੀਂ ਸੀ ਮਿਲਿਆ, ਇਮਾਨਦਾਰੀ ਨਾਲ ਖੋਜ ਕੀਤੀ ਸੀ, ਕਿਉਂਕਿ ਜਿਹੜੇ ਗ੍ਰੰਥ ਉਹਨੇ ਪੜ੍ਹੇ ਉਹਨਾਂ 'ਚ ਗਿਆਨ ਹੈ ਨਹੀਂ ਸੀ, ਉਹਨਾਂ 'ਚ ਉਲਝਾਵਾ ਹੀ ਸੀ। ਇਸ ਕਰਕੇ ਉਹ ਸੱਚ ਤੋਂ ਚੁੱਪ ਹੋ ਗਿਆ। ਆਤਮਾ ਦਾ ਖੋਜ, ਆਤਮਾ ਤੱਕ ਨਹੀਂ ਪਹੁੰਚ ਸਕਿਆ ਬੁੱਧ। ਇਹ ਗੱਲ ਸਮਝ ਲਈ ਵੀ ਬਾਹਰ ਸੁੱਖ ਨਹੀਂ ਹੈ। ਜਿਹੜੇ ਜੰਗਲਾਂ ਦੇ ਰਿਸ਼ੀ ਮੁਨੀ ਫਿਰਦੇ ਨੇ, ਬਕਵਾਸ ਕਰਦੇ ਨੇ, ਸੁੱਖ ਨਹੀਂ ਹੈ। ਸੁੱਖ ਘਰੇ ਹੀ ਹੈ, ਹਸੰਦਿਆਂ ਖੜੰਦਿਆਂ ਵਿੱਚੇ ਹੋਵੇ ਮੁਕਤ। ਗੁਰ ਪ੍ਰਸਾਦ ਜਨ ਆਪ ਤਜਿਆ ਹਰ ਵਾਸਨਾ ਸਮਾਣੀ। ਜਿਹੜੇ ਆਦਮੀ ਕਾਹਰੇ ਬਣ ਖੋਜਣ ਜਾਈ, ਇਹ ਗੱਲ ਉਹਨੇ ਸਮਝ ਲਈ ਵੀ ਹੈ ਤਾਂ ਅੰਦਰ ਹੈ, ਪਰ ਅੰਦਰ ਕੀ ਹੈ ਇਹ ਨਹੀਂ ਉਹਨੂੰ ਸਮਝ ਆਈ। ਸੁੱਖ ਅੰਦਰ ਹੀ ਹੈ। ਤੈਨੂੰ ਵਿੱਚੇ ਮਾਇਆ ਪਾਇਆ, ਗੁਰ ਪ੍ਰਸਾਦੀ ਜਿਹਨਾਂ ਹਰਲੇ ਵੀ ਲੱਗੀ, ਤੈਨੂੰ ਵਿੱਚੇ ਮਾਇਆ ਪਾਇਆ, ਪਰ ਪਾ ਨਹੀਂ ਸਕਿਆ। ਇਹ ਸਮਝ ਗਿਆ ਵੀ ਮਾਇਆ ਵੀ ਅੰਦਰੋਂ ਹੀ ਪ੍ਰਾਪਤੀ ਹੋਣੀ। ਉਹ ਗੱਲ ਨਹੀਂ ਸੀ ਉਲਝਾਵੇ ਵਾਲੀ, ਕਿਉਂਕਿ ਪੁੰਨ ਪਾਪ 'ਚ ਫਸਿਆ ਰਿਹਾ। ਜਿਹੜੇ ਜੋ ਗ੍ਰੰਥ ਕਾਸ਼ੀ ਦੇ ਮਿਲੇ, ਉਸ ਵੇਲੇ ਜੋ ਮਾਰਕੀਟ 'ਚ ਮਿਲਿਆ, ਉਹਦੇ ਨਾਲ ਨਹੀਂ ਸਾਬਤ ਹੁੰਦਾ। ਸਾਬਤ ਕਬੀਰ ਨੇ ਕੀਤਾ, ਸਾਬਤ ਕਬੀਰ ਨੇ ਕੀਤਾ। ਇਸ ਕਰਕੇ ਜੋ ਮਰਜ਼ੀ ਕਹੀ ਜਾਣ, ਬੋਧੀਆਂ ਕੋਲ ਤਤ ਗਿਆਨ ਨਹੀਂ ਹੈ। ਜੇ ਬੋਧੀਆਂ ਕੋਲ ਤਤ ਗਿਆਨ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅੱਜ ਵਰਡ 8ਵੇਂ ਮੰਜ਼ਲ ਤੇ ਨਹੀਂ ਸੀ ਰੱਖਦੀ। ਬੋਧੀਆਂ ਦੀ ਕਦੇ ਗੱਲ ਹੀ ਨਹੀਂ ਆਈ ਵੀ ਬੋਧੀਆਂ ਕੋਲ ਤਤ ਗਿਆਨ। ਆਪਣੇ ਆਪ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ। ਹਾਂ, ਜੇ ਉਹਨਾਂ ਕੋਲ ਹੈਗਾ ਤਾਂ ਆਉਣ ਮੈਦਾਨ 'ਚ ਆਇਆ। ਉੱਥੇ ਕਈ ਵਾਰ ਸੈਮੀਨਾਰ ਨੇ 2-3 ਵਾਰ ਉਹਨਾਂ ਦੇ ਬੰਦੇ ਆਏ ਨੇ, ਉਹ ਕਰੀਬ ਤਤ ਗਿਆਨ ਦੇ ਨੇੜੇ ਨੇ, ਕਲੀਅਰ ਨਹੀਂ। ਉਹ ਦਲਾਈ ਲਾਮਾ ਤਾਂ ਹੁਣ ਮੰਨੇ ਕਿ ਸਾਰੇ ਧਰਮ ਝੂਠ ਆਪਣੇ ਆਪ 'ਚੋਂ ਬਾਹਰ ਕੱਢ ਦੇਣੇ, ਮਤਲਬ ਉਹਨਾਂ 'ਚ ਵੀ ਝੂਠ ਹੈ।
ਜਿਹੜਾ ਗੁਰੂ ਕਹਿੰਦੇ ਝੂਠ ਬਾਹਰ ਕੱਢ ਦੇਣ, ਉਹਨਾਂ ਦੇ ਧਰਮ 'ਚ ਵੀ ਝੂਠ ਹੈ, ਖੁਦ ਮੰਨ ਗਿਆ ਝੂਠ ਹੈ। ਇਹ ਗੁਰਬਾਣੀ ਦੇ ਵਿੱਚ ਝੂਠ ਨਹੀਂ ਹੈ, ਸੱਚੀ ਬਾਣੀ ਹੈ। ਝੂਠ ਅਸੀਂ ਬਾੜਿਆ, ਝੂਠ ਕਿਹਨੇ ਬਾੜਿਆ? ਝੂਠ ਬਾੜਿਆ ਪੰਡਤ ਨੇ, ਜਿਹਨਾਂ ਨੇ ਟੀਕੇ ਕੀਤੇ ਨੇ। ਝੂਠ ਬਾੜਿਆ ਬੰਦੇ ਬਹਾਦਰ ਨੇ, ਝੂਠ ਬਾੜਿਆ ਮਾਇਆਧਾਰੀਆਂ ਨੇ, ਜਿਨ੍ਹਾਂ ਨੇ ਰਾਜ ਕਰੇਗਾ ਖਾਲਸਾ ਕਹਿਣਾ ਸੀ, ਉਹਨਾਂ ਨੇ ਝੂਠ ਬਾੜਿਆ। ਝੂਠੀ ਮਾਇਆ, ਝੂਠ ਬਾੜਿਆ ਗੋਲਕ ਨੇ, ਝੂਠ ਬਿਨਾਂ ਗੋਲਕ ਨਹੀਂ ਆਉਂਦੀ। ਇਹ ਬਾੜਿਆ ਮਜਬੂਰੀ ਨੇ, ਪੇਟ ਨੇ, ਇਹ ਪੇਟ ਪਾਪੀ ਨੇ ਝੂਠ ਬਾੜ ਲਿਆ। ਪੇਟ ਦੇ ਪਾਪ ਨੇ ਝੂਠ ਬਾੜਿਆ, ਹੋਰ ਕੀ ਹੈ? ਪੇਟ ਦਾ ਜਿਹੜਾ ਪਾਪ ਹੈ ਕੱਢ ਦਈਏ, ਝੂਠ ਦੀ ਲੋੜ ਨਹੀਂ। ਉਹ ਤਾਂ ਕੁੰਜਾਂ ਦੀ ਗੱਲ ਕਾਹਦੇ ਕਹੀ ਆ, ਉੱਡੇ ਉਡਾਵੇ ਸੈ ਕੋਸਾਂ ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਉਹ ਇਹ ਗੱਲ ਕਹੀ ਦੀ, ਪਾਪੀ ਪੇਟ ਦੇ ਡਰਦੇ ਝੂਠ ਨਾ ਬਾੜ ਲਿਓ। ਇਹ ਪੇਟ ਪਾਪੀ ਝੂਠ ਬਾੜ ਦਿੰਦਾ ਜ਼ਬਰਦਸਤੀ। ਜਿੰਨੇ ਸੰਤਾਂ ਨੇ ਝੂਠ ਬਾੜਿਆ, ਪਾਪੀ ਪੇਟ ਨੇ ਬਾੜਿਆ ਹੋਇਆ। ਇਹ ਉਹ ਦੇਣ ਵਾਲਾ ਬੈਠਾ ਹੈ, ਆਪੇ ਦਊਗਾ। ਭਰੋਸਾ ਰੱਖਿਆ, ਪਰ ਭਰੋਸਾ ਰੱਖੇ ਕੌਣ? ਭਰੋਸਾ ਨਹੀਂ ਰਹਿ ਸਕਿਆ, ਭਰੋਸਾ ਟੁੱਟ ਗਿਆ, ਸੰਤੋਖ ਟੁੱਟ ਗਿਆ, ਝੂਠਾ ਵੜਿਆ। ਉਹ ਤਾਂ ਬਾਹਰ ਗੰਦਗੀ ਦਾ ਪਾਣੀ ਸੀ ਚਾਰੇ ਪਾਸੇ। ਅਸੀਂ ਬੰਨ ਲਾਇਆ ਹੋਇਆ ਸੀ ਆਪਣੇ ਘਰ ਦੇ ਵਿੱਚ, ਸਾਡੇ ਘਰ ਨਾ ਆਵੜੇ ਗੰਦਗੀ। ਮਾਇਆ ਵੇਖ, ਬਸ ਬੰਨ ਟੁੱਟ ਗਿਆ, ਸਾਰੀ ਗੰਦਗੀ ਆਵੜੀ ਆਏ ਵੜਨੀ ਸੀ। ਉਹਦਾ ਜਿੰਨਾ ਗੰਦ ਆ ਕੇ ਵੜਿਆ ਸਿੱਖੀ 'ਚ, ਬੰਨ ਟੁੱਟ ਗਿਆ ਸੰਤੋਖ ਦਾ। ਸੰਤੋਖ ਦਾ ਜਾਂ ਬੰਨ ਟੁੱਟ ਜਾਏ, ਸਾਰੀ ਦੁਨੀਆ ਦੀ ਗੰਦਗੀ ਆ ਵੜਦੀ ਹੈ, ਸਾਰੀ ਗੰਦਗੀ ਆ ਵੜੀ ਵਿੱਚ। ਹੁਣ ਜਿਹੜੇ ਉੱਤੇ ਤਰ ਜਾਣਗੇ ਰਹਿ ਜਾਣਗੇ, ਗੰਦਗੀ ਥੱਲੇ ਰਹਿ ਜੂਗੀ। ਉੱਤੇ ਤਰ ਜਾਓ ਸਾਰੇ, ਨਾਮ ਨਾਲ ਜੁੜੂ, ਉੱਤੇ ਰਹੂ ਗੰਦਗੀ ਦੇ, ਥੱਲੇ ਨਹੀਂ ਡੁੱਬਦਾ ਹੈ। ਥੱਲੇ ਵਾਲੇ ਨੂੰ ਥੱਲੇ ਰਹਿਣ ਦਿਓ। ਜਿਹੜੇ ਵਿਸ਼ਟਾ ਕੇ ਕੀੜੇ ਨੇ, ਉਹ ਥੱਲੇ ਗੰਦਗੀ 'ਚ ਰਹਿੰਦੇ ਹੁੰਦੇ ਨੇ। ਵਿਸ਼ਟਾ ਕੇ ਕੀੜਿਆਂ ਨੂੰ ਤਾਂ ਗੰਦਗੀ ਪਸੰਦ ਹੈ, ਜਿਹਨੂੰ ਨਹੀਂ ਪਸੰਦ ਉੱਤੇ ਉੱਠ ਜਾਓ, ਜਿਹਨਾਂ ਨੂੰ ਨਹੀਂ ਪਸੰਦ ਉਹ ਬਾਹਰ ਨਿਕਲ ਜਾਓ। ਉੱਪਰ ਉੱਠ ਸਕਦੇ ਹੋ ਗੁਰਬਾਣੀ ਨਾਲ ਜੁੜ ਕੇ। ਜਿਹਨਾਂ ਨੂੰ ਪਸੰਦ ਹੈ ਗੰਦਗੀ ਥੱਲੇ ਰਹੋ, ਐਸ਼ ਕਰੋ। ਗੰਦਗੀ ਦਾ ਕਿਹੜਾ ਇੱਥੇ ਮੁੱਕਦੀ ਹੈ ਸੰਸਾਰ 'ਚ? ਚੌਪਈ ਇਹ ਬਿਦ ਭਇਓ ਘੋਰ ਸੰਗਰਾਮਾ, ਲੈ ਲੈ ਅਮਿਤ ਜੁੱਧ ਕਾ ਸਾਮਾ। ਇਹ ਬਿਦ ਭਇਓ ਘੋਰ ਸੰਗਰਾਮਾ। ਇਸ ਤਰੀਕੇ ਨਾਲ ਭਿਆਨਕ ਜੰਗ ਹੋਣ ਲੱਗ ਗਿਆ, ਭਿਆਨਕ ਗਿਆਨ ਚਰਚਾ ਹੋਣ ਲੱਗੀ। ਲੈ ਲੈ ਅਮਿਤ ਜੁੱਧ ਕਾ ਸਾਮਾ, ਜੁੱਧ ਦਾ ਸਾਮਾ ਲੈ ਕੇ ਆਏ ਨੇ ਸਾਰੇ। ਜੰਗ ਕਰਨ ਨੂੰ ਹਥਿਆਰ ਚਾਹੀਦੇ ਹੁੰਦੇ ਨੇ। ਉਹਨਾਂ ਕੋਲ ਹਥਿਆਰ ਕੀ ਸੀ? ਉਹਨਾਂ ਕੋਲ ਆਪਣੇ ਆਪਣੇ ਖਿਆਲ ਸੀ। ਬੱਤਾਂ ਅੱਡ ਅੱਡ ਨੇ ਉਹਨਾਂ ਦੀਆਂ। ਜਿਹੜੇ ਸਾਰੇ ਟੋਟਲ ਬੰਦੇ ਆਏ ਨੇ, ਇੱਕੋ ਮੱਤ ਦੇ ਨਹੀਂ ਹੈਗੇ, ਉਹ ਅੱਡ ਅੱਡ ਮੱਤਾਂ ਦੇ ਨੇ। ਸੰਤ ਸਮੂਹ ਅਨੇਕ ਮਤੀ ਕੇ, ਮੱਤ ਹਮੇਸ਼ਾ ਇੱਕ ਨਹੀਂ ਰਹਿੰਦੀ ਹੁੰਦੀ ਜਿਹੜੀ ਝੂਠੀ ਹੋਵੇ। ਇਹ ਆ ਸੱਚੀ ਮੱਤ ਜਦ ਝੂਠੀ ਬਣ ਜਾਵੇ, ਫਿਰ ਉਹਦੇ ਵਿੱਚ ਆਪਣੀਆਂ ਆਪਣੀਆਂ ਲਾਈਨਾਂ। ਜਿਵੇਂ ਹੁਣ ਸੰਤ ਨੇ ਅੱਡ ਅੱਡ ਆਪਣੀ ਆਪਣੀ ਮਰਿਆਦਾ ਕਰੀ ਫਿਰਦੇ ਨੇ। ਇਹ ਸੱਚੀ ਮੱਤ ਨਹੀਂ ਇਹਨਾਂ ਕੋਲ ਰਹੀ। ਸੱਚ ਤੋਂ ਜਾਂ ਸਲਿੱਪ ਹੋ ਜਾਵੇ, ਫਿਰ ਪਤਾ ਨਹੀਂ ਕਿੱਧਰ ਨੂੰ ਕਰੇ। ਕੋਈ ਕਿਧਰੇ ਨੂੰ ਗਿਰ ਜਾਂਦਾ, ਕੋਈ ਕਿਧਰੇ ਨੂੰ ਗਿਰ ਜਾਂਦਾ। ਆਪਣੀ ਆਪਣੀ ਮਤ ਅਕਲ ਅਨੁਸਾਰ ਰਾਹ ਕੱਢ ਲੈਂਦੇ। ਇਸ ਕਰਕੇ ਉਹਨਾਂ ਦੀ ਬੋਲੀ ਇੱਕ ਨਹੀਂ। ਬੋਲੀ ਕੀ ਇੱਕ ਨਹੀਂ ਆ। ਜਿਹੜੇ ਦੱਸਣ ਨੇ ਸਾਜ਼ ਵਜਾਉਂਦੇ ਨੇ, ਅਸਲ 'ਚ ਉਹਨਾਂ ਦੀ ਬੋਲੀ ਹੋਈ ਹੈ ਸਾਜ਼ ਅੱਡੋ ਅੱਡ। ਜਿਹੜੇ ਸਾਜ਼ ਆਏ ਨੇ ਨਾ ਵਜਾਉਂਦੇ, ਕੋਈ ਨਫੀਰੀ ਵਜਾਉਂਦਾ, ਕੋਈ ਬੰਸਰੀ ਕੋਈ ਵਜਾਉਂਦਾ, ਨਫੀਰੀ, ਕੋਈ ਬੰਸਰੀ। ਇਹ ਕੀ ਨੇ ਨਫੀਰੀ ਬੰਸਰੀ? ਕੋਈ ਕਹਿੰਦਾ ਸ਼ਬਦ ਇਹੋ ਜਿਹਾ, ਕੋਈ ਕਹਿੰਦਾ ਇਹੋ ਜਿਹਾ, ਕੋਈ ਕਹਿੰਦਾ ਡੱਫ ਦੀ ਆਵਾਜ਼ ਹੈ, ਕੋਈ ਕਹਿੰਦਾ ਮਰਦੰਗ ਦੀ ਆਵਾਜ਼ ਹੈ, ਕੋਈ ਕਹਿੰਦਾ ਬੰਸਰੀ ਦੀ ਆਵਾਜ਼ ਹੈ। ਅਸਲ ਸ਼ਬਦ ਹੈ ਜਿਹੜਾ, ਉਹਦੀਆਂ ਆਵਾਜ਼ਾਂ ਨੇ। ਜਿਵੇਂ ਉਹ ਕਹਿੰਦੇ ਨੇ 7 ਪ੍ਰਕਾਰ ਦੀ ਆਵਾਜ਼ ਹੈ, ਨਾ 5 ਪ੍ਰਕਾਰ ਦੀ ਆਵਾਜ਼ ਹੈ, ਜਿਵੇਂ ਇਹ ਕਹਿੰਦੇ ਨੇ ਰਾਧਾ ਸਵਾਮੀ। ਬਾਕੀ ਤਾਂ ਸਾਰੇ ਇੱਕੋ ਇੱਕ ਆਵਾਜ਼ ਮੰਨਦੇ ਨੇ।
ਪਿੱਛੇ ਧਰਮ ਨੇ ਜਿੰਨੇ। ਇੱਕੋ ਇੱਕ ਆਵਾਜ਼ ਹੈ, ਬੰਸਰੀ ਵਾਲੇ ਬੰਸਰੀ ਵੱਜਦੇ ਨੇ। ਕ੍ਰਿਸ਼ਨ ਤਾਂ ਮੰਨਦਾ ਨਹੀਂ ਜ਼ਿਆਦਾ, ਸ਼ਿਵ ਜੀ ਡੋਰੂ ਮੰਨਦਾ, ਉਹਦੇ ਕੋਲ ਇਕੱਲਾ ਡੋਰੂ ਹੈ, ਬਾਕੀ ਤਾਂ ਕੁਛ ਹੈ ਨਹੀਂ। ਉਹ ਤਾਨ ਹੈ, ਪੰਜ ਸ਼ਬਦ ਲਫ਼ਜ਼ ਦਾ ਮਤਲਬ ਇਹ ਨਹੀਂ ਹੈਗਾ, ਸੁਪਰੀਮ ਸ਼ਬਦ ਹੈ ਉਹ। ਬਿਨਾਂ ਕੰਨਾਂ ਦੇ ਸੁਣਨ ਵਾਲਾ, ਇਹ ਸਾਰੇ ਸਾਜ਼ ਕੰਨਾਂ ਨੂੰ ਸੁਣਨ ਵਾਲੇ ਨੇ। ਉਹ ਵੀ ਕਹਿੰਦੇ ਨੇ ਕੰਨਾਂ ਨੂੰ ਸੁਣਦੇ ਨੇ, ਉਹ ਕੰਨਾਂ ਨੂੰ ਸੁਣਦੇ ਨੇ ਸਰੀਰ ਦੇ ਵਿੱਚੋਂ, ਜਿਹੜੇ ਸਰੀਰ ਦੇ ਵਿੱਚ ਖਾਣਾ ਹਜਮ ਹੋਣ ਦੀ ਆਵਾਜ਼ ਹੈ, ਖੂਨ ਦੇ ਚੱਲਣ ਦੀ ਆਵਾਜ਼ ਹੈ, ਸਾਹ ਦੀ ਆਵਾਜ਼ ਹੈ, ਬਲਗਮ ਦੀ ਆਵਾਜ਼ ਹੈ। ਇਹ ਜਿਹੜੀਆਂ ਆਵਾਜ਼ਾਂ ਨੇ ਉਹ ਸੁਣਦੇ ਰਹੇ ਨੇ, ਜਿਹੜੇ ਉਹ ਸਰੀਰ ਦੀਆਂ ਬਾਹਰਲੇ ਦੀਆਂ ਆਵਾਜ਼ਾਂ ਨੇ। ਜਿਹੜੇ ਸਰੀਰ ਨਾਲ ਤਿਰਕੁੜੀ ਸੁਣਦੇ ਨੇ ਉਹਨਾਂ ਨੂੰ ਇਹੀ ਕੁਛ ਸੁਣਦਾ ਹੁੰਦਾ। ਡਾਕਟਰ ਵੀ ਸੁਣਦੇ ਰਹਿੰਦੇ ਨੇ ਇਹੋ ਜਿਹੀਆਂ ਆਵਾਜ਼ਾਂ, ਇਹ ਉਹ ਨੇ। ਕੋਈ ਆਧਾਰ ਨਹੀਂ, ਬਿਨਾਂ ਗੱਲਾਂ ਦੇ ਸੁਣਨ ਵਾਲੀ ਗੱਲ ਹੈ। ਫਿਰ ਗੁਰਬਾਣੀ ਤਾਂ ਕਹਿੰਦੀ ਹੈ, ਨਾਲੇ ਗੁਰਬਾਣੀ ਲਈ ਬੈਠੇ ਨੇ, ਨਾਲੇ 5 ਪ੍ਰਕਾਰ ਦੇ ਸ਼ਬਦ ਨੇ। ਇਹ ਲੋਕ ਐਵੇਂ ਖਿਚੜੀ ਹੈ ਇਹਨਾਂ ਕੋਲ, ਖਿਚੜੀ ਬਣਾ ਲਿਆ, ਕਿਤੇ ਕੁਛ ਲੈ ਲਿਆ, ਕਿਤੇ ਕੁਛ ਲੈ ਲਿਆ, ਸਮਾਧੀ ਸ਼ਿਵਜੀ ਦੀ ਲੈ ਲਈ, ਗੁਰਬਾਣੀ ਸਾਡੀ ਲੈ ਲਈ, ਵਿੱਚ ਕੱਚੀ ਬਾਣੀ ਵਾੜ ਲਈ। ਇਹਨੂੰ ਕਹਿੰਦੇ ਖਿਚੜੀ। ਖੂਬ ਖਾਣਾ ਖਿਚੜੀ, ਜਾਂ ਮੈਂ ਅੰਮ੍ਰਿਤ ਲਾਉਣ। ਲਾਉਣ ਕੀ ਹੈ? ਲਾਉਣ ਝੂਠ ਹੁੰਦਾ, ਮਿੱਠਾ ਸੱਚ ਹੁੰਦਾ। ਜਿਹੜਾ ਸੱਚ ਹੈ ਨਾ, ਇਹਨੂੰ ਮਿੱਠਾ ਹੈ, ਗੁਰਮੁਖਾਂ ਵਾਸਤੇ ਮਿੱਠਾ ਹੈ। ਲੂਣ ਹੈਗਾ ਖਾਰਾ, ਖਾਰਾ ਪਾਣੀ ਹੁੰਦਾ ਸਮੁੰਦਰ ਦਾ। ਜਿਹੜਾ ਸਮੁੰਦਰ ਹੈ ਨਾ, ਸੰਸਾਰ ਖਾਰਾ ਹੀ ਹੈ। ਝੂਠ ਖਾਰਾ ਹੁੰਦਾ, ਖਾਰੀ ਬੀੜ ਤਾਂ ਹੀ ਕਿਹਾ ਸੀ ਜੀ, ਝੂਠ ਮਿਕਸ ਹੋ ਗਿਆ ਸੀ। ਝੂਠ ਜੀ 'ਚ ਮਿਕਸ ਹੈ, ਲੂਣ ਹੈ। ਸਿਮਰਤ ਸ਼ਾਸਤਰ ਦੇ ਵਿੱਚ ਲੂਣ ਪਾਤਾ, ਵੇਦ ਵਿੱਚ ਲੂਣ ਨਹੀਂ ਸੀ, ਗੁਰਬਾਣੀ 'ਚ ਲੂਣ ਨਹੀਂ ਹੈ। ਲੂਣ ਮਿਕਸ ਕੀਤਾ ਇਹਨਾਂ ਨੇ, ਖਾਰੀ ਬਣਾਈ ਹੈ, ਅਰਥ ਖਾਰੇ ਬਣਾਤੇ। ਜੋ ਝੂਠ ਮਿਕਸ ਕਰਨਾ ਲੂਣ ਰਹਿ ਗਿਆ, ਬਾਕੀ ਕੀ ਰਹਿ ਗਿਆ? ਖਿਚੜੀ ਮੱਤ 'ਚ ਲਾਉਣਾ ਹੁੰਦਾ, ਮਤਲਬ ਖਿਚੜੀ ਮੱਤ ਝੂਠ ਹੁੰਦਾ, ਲਾਉਣ ਵਾਲੀ ਝੂਠ ਹੈ। ਹਾਂਜੀ। ਲੈ ਲੈ ਅਮਿਤ ਯੁੱਧ ਕਾ ਸਾਮਾ, ਬੇਅੰਤ ਯੁੱਧ ਦਾ ਸਾਮਾ ਲੈ ਕੇ ਆ ਗਏ ਲੜਨ। ਮਹਾਕਾਲ ਕੋਪਤ ਭਇਓ ਜਬ ਹੀ, ਜਦ ਮਹਾਕਾਲ ਨੂੰ ਗੁੱਸਾ ਆਇਆ, ਕੋਪਤ ਭਇਓ ਜਬ ਹੀ, ਅਸੁਰ ਅਨੇਕ ਵਿਦਾਰੇ ਤਬ ਹੀ, ਅਨੇਕਾਂ ਅਸੁਰ ਭਜਾਤੇ। ਜਿਹੜਾ ਆ ਕੇ ਗੱਲ ਕਰਦਾ, ਗੱਲ ਆਪਣੀ ਆਪਣੀ ਕਰਦੇ ਨੇ, ਉਹਨੂੰ ਇੱਕ ਨੁਕਤੇ ਦਾ ਮਾੜਾ ਜਿਹਾ ਜਵਾਬ ਦਿੱਤਾ, ਭੱਜ ਜਾਂਦਾ। ਉਹ ਗਾਹਾਂ ਨਹੀਂ ਗੱਲ ਆਉਂਦੀ ਉਹਨੂੰ, ਕੋਈ ਮਾੜਾ 2 ਲਫ਼ਜ਼ ਦੀ ਗੱਲ ਦੇ ਵਿੱਚ ਹੀ ਭੱਜ ਜਾਂਦਾ। ਮਹਾਕਾਲ ਜਬ ਹੀ ਰਿਸ ਭਰਾ, ਘੋਰ ਭਿਆਨਕ ਆਹਵ ਕਰਾ। ਮਹਾਕਾਲ ਨੂੰ ਜਦੋਂ ਗੁੱਸਾ ਆਇਆ ਤਾਂ ਉਹਨੇ ਭਿਆਨਕ ਘੋਰ ਯੁੱਧ ਕੀਤਾ। ਭਿਆਨਕ ਯੁੱਧ ਇਹ ਕੀਤਾ, ਨਿਰਾਕਾਰੀ ਦੁਨੀਆ ਦੀ ਯੁੱਧ ਕੀਤਾ। ਵੀ ਤੁਸੀਂ ਇਹ ਦੱਸੋ, ਅੰਦਰਲਾ ਜਿਹੜਾ ਸਰੀਰ ਹੈ, ਸੂਖਮ ਸਰੀਰ ਹੈ, ਸੂਖਮ ਤਾਂ ਮੰਨਦੇ ਹੋ ਤੁਸੀਂ, ਉਹਦੀ ਗੱਲ ਕਰੋ। ਸੂਖਮ ਸਰੀਰ ਦੀ ਗੱਲ ਕਰੋ। ਸੂਖਮ ਨਾਲੇ ਮੰਨਦੇ ਹੋ, ਸੂਖਮ ਅਸੂਲ ਸੂਖਮ 2 ਚੀਜ਼ਾਂ ਦਾ ਮੰਨਦੇ ਹੋ। ਅਸੂਲ ਤਾਂ ਨਹੀਂ ਦਾ ਮਾਇਆ, ਸੂਖਮ ਦੀ ਗੱਲ ਕਰੋ। ਦਰਸ਼ਨ ਕਰਨਾ ਸੂਖਮ ਦਾ, ਅੱਖਾਂ ਨਾਲ ਦੱਸੋ ਕਿਵੇਂ ਹੋਊਗਾ? ਆਵਾਜ਼ ਸੁਣੀ ਹੈ ਸੂਖਮ ਸਰੀਰ ਦੀ, ਅੱਖਾਂ ਨਾਲ ਕੰਨਾਂ ਨਾਲ ਕਿਵੇਂ ਸੁਣੀ ਜਾਊਗੀ? ਇਹ ਦੱਸੋ। ਸੂਖਮ ਸਰੀਰ ਦੀ ਆਵਾਜ਼ ਆ, ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ। ਕੰਨਾਂ ਨਾਲ ਮਾਇਆ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਮਾਇਆ ਦੀ ਆਵਾਜ਼ 2 ਚੀਜ਼ਾਂ ਤੋਂ ਬਿਨਾਂ ਪੈਦਾ ਹੀ ਨਹੀਂ ਹੋ ਸਕਦੀ। ਮਾਇਆ ਦੀ ਆਵਾਜ਼ ਜਦ ਪੈਦਾ ਹੋਈ ਹੈ, ਜਦ ਸੱਚ ਦੇ ਪਵਨਾ ਪਿਆ। ਜਿੰਨਾ ਚਿਰ ਕੱਲਾ ਆਕਾਸ਼ ਹੈ, ਆਵਾਜ਼ ਹੀ ਨਹੀਂ ਹੈ, ਸ਼ਬਦ ਨਹੀਂ ਹੈ, ਉਹਨਾਂ ਚਿਰ ਸ਼ਬਦ ਨਹੀਂ ਹੈ। ਜਿੰਨਾ ਚਿਰ ਕੱਲਾ ਗਗਨ ਹੈ, ਸ਼ਬਦ ਨਹੀਂ ਹੈ, ਉਦੋਂ ਹੁਕਮ ਨਹੀਂ ਹੁੰਦਾ। ਹਵਾ ਪੈਦਾ ਹੋਊ, ਹੁਕਮ ਨਾਲੇ ਤਾਂ ਹਵਾ ਪੈਦਾ ਹੋਣੀ ਹੈ, ਹੁਕਮ ਨਾਲੇ ਹਵਾ ਪੈਦਾ ਹੋਣੀ ਹੈ, ਰਚਨਾ ਹਵਾ ਪੈਦਾ ਹੋਣੀ ਹੈ। ਸੱਚੇ ਤੇ ਪਵਨਾ ਪਿਆ, ਪਵਨਾ ਦੇ ਜਲ ਹੋਏ। ਹਵਾ 2 ਚੀਜ਼ਾਂ ਤੋਂ ਪੈਦਾ ਹੋਈ। ਆਕਾਸ਼, ਪਵਨਾ ਬੋਲੇ, ਗਗਨ ਗਰਜੇ। ਗਰਜਨ ਗਗਨ ਤੋਂ ਆਉਂਦੀ ਹੈ, ਪਵਨ ਬੋਲਦਾ। ਉਹੀ ਆਵਾਜ਼, 2 ਤੋਂ ਬਿਨਾਂ ਆਵਾਜ਼ ਹੀ ਨਹੀਂ ਪੈਦਾ ਹੁੰਦੀ।
ਜਿੱਥੇ ਸੂਖਮ ਸਰੀਰ ਹੈ ਦੂਆ ਨਹੀਂ ਹੈ। ਉੱਥੇ ਸੂਖਮ ਸਰੀਰ ਜਦ ਕੱਲਾ ਹੈ, ਨਿਰਾਕਾਰ ਹੈ, ਉੱਥੇ ਦੂਆ ਹੈ ਹੀ ਨਹੀਂ ਕੁਛ। ਉਹ ਆਵਾਜ਼ ਕਰਨਾ ਨਾ ਕਿਵੇਂ ਸੁਣੀ ਜਾਊਗੀ? ਇੱਥੇ ਆ ਗਈ ਗੱਲ। ਚੁੱਪ ਨੇ, ਉਹਨਾਂ ਨੂੰ ਕੀ ਪਤਾ ਉਹ ਇਹ ਗੱਲਾਂ ਕਦੋਂ ਸੁਣਦੇ ਨੇ? ਉਹ ਤਾਂ ਇਹ ਜਾਣਦੇ ਨੇ ਵੀ ਫਲਾਣੇ ਤੋਂ ਆਹ ਹੋ ਗਿਆ ਜੀ, ਉਹਦੇ ਨਾਮਦੇਵ ਨੇ ਐ ਪਾ ਲਿਆ, ਮੂਰਤੀ ਨੂੰ ਦੁੱਧ ਪਿਲਾਤਾ ਜੀ, ਉਹਨੇ ਫਲਾਣੇ ਨੇ ਉਹ ਕਰਤਾ। ਝੂਠ ਹੈ ਬੋਲਿਆ ਹੈ। ਨਾਲੇ ਤੁਸੀਂ ਨਹੀਂ ਪਿਲਾਤਾ ਬਾਅਦ ਨਾਮਦੇਵ ਨੇ। ਦੇਖੋ ਨਾਮਦੇਵ ਤਾਂ ਵਿਚਾਰਾ ਨੀਚ ਹੈ, ਉਹਨੂੰ ਵੜ ਨਹੀਂ ਦਿੰਦੇ। ਉਹਦੇ ਮੂਰਤੀ ਨੇ ਦੁੱਧ ਪੀ ਲਿਆ, ਬਣਦਾ ਜੋ ਪੀਤਾ ਨਹੀਂ। ਤੁਸੀਂ ਆਪਣੀ ਪੋਜੀਸ਼ਨ ਕਲੀਅਰ ਕਰੋ। ਇੱਕ ਨੀਚ ਤੇ ਦੁੱਧ ਪੀ ਲਿਆ, ਉੱਚਾ ਦੇ ਪੀਤਾ ਨਹੀਂ। ਯਾਦ ਆਵੇ ਤੁਸੀਂ ਨੀਚ ਹੋ, ਉਹ ਉੱਚ ਸੀ। ਤੁਸੀਂ ਬੁਲਾਉਣ ਵਾਲੇ ਸਾਰੇ ਸੇਵਾ ਕਰਨ ਵਾਲੇ ਨੀਚ ਸੀਗੇ, ਉਹ ਉੱਚ ਸੀ। ਫਿਰ ਤੁਸੀਂ ਉਹਨੂੰ ਨੀਚ ਕਿਉਂ? ਹੁਣ ਕਿਹੜਾ ਸਮਝਦੇ ਹੋ ਨਾਮਦੇਵ ਵਾਲਿਆਂ ਨੂੰ? ਹੁਣ ਉਹ ਸਮਝਣ ਲੱਗੇ। ਉਹ ਤੋਂ ਬਾਅਦ ਨਾਮਦੇਵ ਵਾਲੇ ਔਰ ਧੰਨੇ ਵਾਲੇ ਸਾਰੇ ਉੱਚ, ਤੁਸੀਂ ਨੀਚ। ਉਧਰ ਧੰਨੇ ਨੇ ਵੀ ਰੋਟੀ ਖਿਲਾਤੀ। ਪੰਤਾਲਾ ਉੱਥੇ ਹੀ ਹੈ, ਨੀਚ ਉੱਚ ਅਸੀਂ ਹਾਂ। ਫਿਰ ਇਹਨਾਂ ਦੇ ਝੂਠ ਪੱਲੇ ਕੀ ਹੁੰਦਾ? ਜਦ ਮੂਹਰੇ ਤੇ ਬੋਲਦਾ ਕੀ ਜਵਾਬ ਦੇਣ? ਇਹਦਾ ਜਵਾਬ ਭੇਜ ਦੇਣ। ਆ ਜਿਹੜਾ ਮੈਂ ਕਹਿਤਾ ਇਹਦਾ ਜਵਾਬ ਦੇ ਦੇਣਾ। ਜੇ ਨਾਮਦੇਵ ਨੇ ਦੁੱਧ ਪਿਲਾਤਾ, ਤੁਸੀਂ ਨੀਚ ਹੋ ਗਏ, ਥੋੜੇ ਨਹੀਂ ਪੀਤਾ। ਉਦਲ ਦੇ ਬਾਅਦ ਤੁਸੀਂ ਉੱਚ ਕਿਉਂ ਹੋ? ਮੂਰਤੀਆਂ ਉਹਨਾਂ ਨਾਮਦੇਵ ਵਾਲਿਆਂ ਨੂੰ ਦਿੰਦੇ ਮੂਰਤੀਆਂ ਦਾ ਚਾਰਜ, ਆਪੇ ਛੱਡ ਕੇ ਬਹਿੰਦੇ। ਚੰਗਾ ਤੁਸੀਂ ਬੇਵਕੂਫ ਬਣਾਇਆ ਲੋਕਾਂ ਨੂੰ, ਜੋ ਮਰਜ਼ੀ ਕਹੀ ਜਾਂਦੇ ਹੋ, ਜੋ ਮਰਜ਼ੀ ਕਹੀ। ਇਹੋ ਜਿਹੇ ਪਾਗਲ ਲੋਕ ਨੇ ਜਿਹੜੇ ਸੁਣੀ ਜਾਂਦੇ ਨੇ। ਤਾਂ ਹੀ ਗੁਰੂ ਨਾਨਕ ਨੇ ਕਿਹਾ ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ। ਚੋਰ ਹਰਾਮ ਖੋਰ ਸੁਣੋ ਕਹਿਣ ਵਾਲੇ ਨੇ, ਮੂਰਖੰਦ ਘੋਰ ਸੁਣ ਕੇ ਮੰਨਣ ਵਾਲੇ ਨੇ। ਦੁਨੀਆ 'ਚ ਮੂਰਖੰਦ ਘੋਰਾਂ ਦੀ ਭਰੀ ਹੈ ਦੁਨੀਆ ਸਾਰੀ। ਉਹ ਕੋਈ ਪਹਿਲਾ ਅਗਲ ਵਾਲਾ ਹੁੰਦਾ। ਹਾਂਜੀ। ਮਾਰਤ ਭਇਓ ਅਸੁਰ ਬਿਕਰਾਲਾ, ਸਿੰਘ ਨਾਦ ਕੀਨਾ ਤਤਕਾਲਾ। ਸਿੰਘ ਨਾਦ ਹੈ ਇਹ ਜਿਹੜੀ ਹੁਣ ਗੱਲ ਕੀਤੀ ਹੈ। ਜਦ ਬਿਕਰਾਲ ਰੂਪ ਹੋ ਗਿਆ ਤਾਂ ਸਿੰਘ ਨਾਦ ਕਰਤਾ ਉਹਨੇ, ਨਿਰਾਕਾਰ ਦੀ ਗੱਲ ਕਰਤੀ ਸਾਰੀ ਹੋਈ। ਵੀ ਜੇ ਨਾਮਦੇਵ ਨੇ ਦੁੱਧ ਪਿਲਾਤਾ ਸੀ ਤਾਂ ਤੁਸੀਂ ਨੀਚ ਹੋ ਗਏ। ਸਿੰਘ ਨਾਦ ਹੈ, ਇਹੀ ਸਿੰਘ ਨਾਦ ਹੈ। ਹੋਰ ਸਿੰਘ ਨਾਦ ਕੀ ਹੁੰਦਾ? ਉੱਚ ਨੂੰ ਨੀਚ ਕਹਿ ਦੇਣਾ ਸਿੰਘ ਨਾਦ ਨਹੀਂ, ਹੋਰ ਕੀ ਹੈ? ਜਿਹੜੇ ਰਾਜੇ ਨੇ, ਛਤਰੀ ਆ ਉਹ ਵੀ ਉੱਚ ਹੈ, ਉਹਨੂੰ ਨੀਚ ਕਹਿ ਦੇਣਾ ਸਿੰਘ ਨਾਦ ਨਹੀਂ, ਹੋਰ ਕੀ ਹੈ? ਸਿੰਘ ਨਾਦ ਹੈ, ਉੱਤਲੇ ਥੱਲੇ ਕਰ ਦੇਣੇ, ਥੱਲੇ ਵਾਲੇ ਉੱਤੇ ਕਰ ਦੇਣੇ। ਸਿੰਘ ਤਾਂ ਪਰਮੇਸ਼ਰ ਹੈ। ਰੀਤੇ ਭਰੇ ਭਰੇ ਸਗੁਚਾਨੇ, ਖਾਲੀਆਂ ਨੂੰ ਭਰ ਦੇਣਾ, ਭਰਿਆਂ ਨੂੰ ਖਾਲੀ ਕਰ ਦੇਣਾ। ਇਹ ਸਿੰਘ ਨਾਦ ਹੈ, ਇਹ ਸਿੰਘ ਨਾਦ ਹੈ, ਹੋਰ ਕੀ ਹੈ? ਸਿੰਘ ਨਾਦ ਹੈ ਹੁਕਮ। ਸਿੰਘ ਨਾਦ ਹੁੰਦਾ ਹੁਕਮ। ਸਿੰਘ ਸ਼ਰਨ ਕਤ ਜਾਈਏ, ਹੁਕਮ ਦੀ ਸ਼ਰਨ ਕਿਉਂ ਜਾਈਏ? ਜੇ ਉੱਥੇ ਵੀ ਕਿਸੇ ਹੋਰ ਦਾ ਡਰ ਹੋਵੇ, ਗਿੱਦੜ ਕੁੱਤੇ ਦਾ ਰਾਜੇ ਸੀ ਮੁਕੱਦਮ ਕੁੱਤੇ, ਜੇ ਉੱਥੇ ਵੀ ਡਰ ਹੋਵੇ, ਰਾਜੇ ਸੀ। ਰਾਜਾ ਕੌਣ ਹੈ? ਕੋਈ ਹਰ ਸਮਾਨ ਨਹੀਂ ਰਾਜਾ, ਹਰ ਰਾਜਾ ਹੈ। ਇਹਨਾਂ ਦੇ ਰਾਜੇ ਹੋਣਗੇ। ਗੁਰਮੁਖਾਂ ਦਾ ਰਾਜਾ ਹਰੇ ਹੈ। ਹਰ ਦੀ ਛਣ ਜਾਣ ਦੀ ਕੀ ਲੋੜ ਹੈ? ਜੇ ਇਹ ਮੁਕੱਦਮ ਤਾਂ ਹੈਗੇ ਨੇ, ਇਹਨਾਂ ਦੇ ਰਾਜੇ ਵੀ ਮੁਕੱਦਮੇ ਨੇ, ਰਾਜੇ ਨਹੀਂ ਹਨ। ਮੁਕੱਦਮ ਹੁੰਦਾ ਜਿਹੜਾ ਸੰਸਾਰ ਦਾ ਅਧਿਕਾਰੀ ਹੋਵੇ, ਥੋੜਾ ਬਹੁਤਾ ਸੰਸਾਰ ਦਾ ਜਿਹਦੇ ਕੋਲ ਰਾਜ ਹੋਵੇ, ਉਹ ਮੁਕੱਦਮੇ ਹੈ। ਹਾਂਜੀ। ਕਹੂੰ ਮਸਾਨ ਕਿਲਕਟੀ ਮਾਰੈ, ਭੈਰਵ ਕਹੂੰ ਠਾਂਡ ਪੁੰਘਾਰੈ। ਕਹੂੰ ਮਸਾਨ ਵਾਲੇ ਆਦਮੀ ਖਾਣੇ ਵਾਲੇ, ਮਸਾਨ ਖਾਣੇ ਵਾਲੇ ਨੇ ਕੱਚੇ ਸਿਵੇ ਚੋਂ ਕੱਢ ਕੇ ਮਾਸ, ਉਹਨਾਂ ਨੂੰ ਮਸਾਨ ਕਹਿੰਦੇ ਨੇ। ਕਿਲਕਟੀ ਮਾਰੈ, ਉਹ ਕਲਕਾਰੀਆਂ ਉਹੀ ਮਾਰੀ ਜਾਂਦੇ ਨੇ ਡਰਾਉਣ ਵਾਸਤੇ। ਉਹ ਲੋਕਾਂ ਨੂੰ ਐਵੇਂ ਡਰਾਈ ਜਾਂਦੇ ਹੁੰਦੇ ਨੇ। ਮਸਾਨ ਕਿਲਕਟੀ ਮਾਰਦੇ ਨੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਕਰ ਦਾਂਗੇ। ਦੋ ਮਾਰੇ ਚਪੇੜਾ ਮੂੰਹ ਦੇ ਜਦੇ ਹਟ ਜਾਂਦਾ। ਦੇਖੇ ਨੇ ਬੜੇ ਬੜੇ ਜੱਟਾਂ ਵਾਲੇ ਇਹ ਕਿਲਕਟੀ ਮਾਰਦੇ। ਇੱਕ ਥੱਪੜ ਲੱਗੇ ਤੇ ਪੁੱਜੇ ਪੈਂਦੇ ਨੇ। ਫਿਰ ਸਮਝਿਆ ਜੀ? ਹਾਂ, ਜਿਹੜਾ ਡਰ ਜਾ ਉਹ ਡਰਾ ਲੈਂਦੇ, ਜਿਹੜਾ ਡਰ ਜਾਏ ਉਹ ਡਰਾ ਲੈਂਦੇ। ਜੇ ਐਡੇ ਸੀਗੇ ਮੁਸਲਮਾਨਾਂ ਦੇ ਰਾਜ ਥੱਲੇ ਕਿਉਂ ਆ ਗਏ? ਉੱਥੇ ਕਰਦੇ ਕੁਝ, ਉੱਥੇ ਕੋਈ ਨਹੀਂ ਹੋ ਸਕਿਆ। ਕਿਲਕਟੀ ਮਾਰਿਆ। ਹਾਂ,
ਭੈਰਵ ਕਹੂੰ ਠਾਂਡ ਪੁੰਕਾਰੈ। ਆ ਭੈਰਵ ਨੇ ਖੜੇ ਭੁੰਕਾਰਦੇ ਨੇ, ਫਰਾਟੇ ਮਾਰਦੇ ਨੇ, ਭੈਰਵ ਇਹਦੇ ਨੇ ਚੇਲੇ ਸ਼ਿਵ ਜੀ ਦੇ। ਉਹ ਸੱਪ ਤਾਈਆਂ ਸੱਪਾਂ ਨੂੰ ਫਰਾਟੇ ਹੀ ਮਾਰਦੇ ਨੇ ਦੂਰ ਖੜੇ। ਲੋਕਾਂ ਨੂੰ ਰੋ ਪਾਉਂਦੇ ਨੇ, ਫੂਕ ਕਰੀ ਜਾਣਾ ਦੂਰੋਂ ਹੀ। ਸੱਪ ਦੂਰੋਂ ਹੀ ਫਰਾਟੇ ਮਾਰਦਾ, ਜਾਂ ਡਾਂਗ ਪੈਂਦੀ ਹੈ ਫਿਰ ਤਾਂ ਚੁੱਪ ਕਰ ਜਾਂਦਾ। ਉਹ ਤੇ ਫੇਗੜਾ ਬੋਲਦਾ, ਫਰਾਟਾ ਬੰਦ ਹੋ ਜਾਂਦਾ। ਹਾਂਜੀ। ਜੋਗਣੀ ਤੈਂਤ ਅਧਿਕ ਹਰ ਖਾਨੇ, ਭੂਤ ਸ਼ਿਵਾ ਬੋਲੇ ਅਭਿਮਾਨੈ। ਹਾਂ, ਜੋਗਣੀ ਤੈਂਤ ਜੋਗਣੀਆਂ ਦੈਂਤ, ਜੋਗਣੀਆਂ ਦੈਂਤ ਇਹ ਹਰਖੇ ਪਏ ਨੇ। ਇਹ ਜੋਗਣੀਆਂ ਕਹਾਉਂਦੇ ਨੇ। ਇਹ ਜੋਗੀਆਂ ਦੇ ਜਿਹੜੇ ਨਾਲ ਹੁੰਦੀਆਂ ਜੋਗਣੀਆਂ ਹੁੰਦੀਆਂ ਨੇ ਔਰਤਾਂ, ਸਮਝਿਆ ਜੀ? ਉਹ ਵੀ ਨਾਲੇ ਨੇ। ਜੋਗਣੀ ਦੈਂਤ ਸਾਰੇ ਉਹ ਬਹੁਤ ਚੜ ਕੇ ਆ ਗਈ। ਹਾਂ, ਭੂਤ ਸ਼ਿਵਾ ਬੋਲੇ ਅਭਿਮਾਨੇ। ਭੂਤ ਸ਼ਿਵਾ ਬੋਲੇ ਅਭਿਮਾਨੇ, ਹੰਕਾਰ 'ਚ ਗੱਲਾਂ ਕਰਦੇ ਨੇ, ਹੰਕਾਰ ਦੇ ਵਿੱਚ ਗੱਲਾਂ ਕਰਦੇ ਨੇ। ਅਸੀਂ ਤਾਂ ਫਲਾਣੇ ਨੂੰ ਸ਼ਰਾਪ ਦਿੱਤਾ, ਐਂ ਹੋ ਗਿਆ, ਫਲਾਣੇ ਦੀ ਜੜ ਪੱਟਤੀ, ਫਲਾਣੇ ਦਾ ਉਹ ਕਰਤਾ, ਫਲਾਣੇ ਨੂੰ ਵਰ ਦਿੱਤਾ, ਫਲਾਣੇ ਨੂੰ ਸ਼ਰਾਪ ਦਿੱਤਾ। ਦੇਣਾ ਲੈਣਾ ਕੀ ਹੈ? ਭੱਜ ਗਏ ਤਾਂ ਉੱਥੇ ਝਾੜੀਆਂ 'ਚ ਲੁਕੇ ਸੀ। ਝਾੜੀਆਂ 'ਚ ਕਹਿੰਦੇ ਲੁਕਿਆ ਸੀ ਜਾ ਕੇ ਬੂਟਿਆਂ 'ਚ ਸ਼ਿਵ ਜੀ। ਇਤਿਹਾਸ ਤੋਂ ਪਤਾ ਲੱਗਦਾ ਕਈ ਵਾਰ ਸ਼ਿਵ ਜੀ ਭੱਜਿਆ। ਜੇ ਪਬਲਿਕ ਨੂੰ ਪਤਾ ਲੱਗ ਜਾਵੇ ਇਤਿਹਾਸ ਦਾ ਕਈ ਵਾਰ ਭੱਜਿਆ, ਫਿਰ ਜਿਹੜੇ ਸ਼ਿਵ ਦੀ ਚੇਲੇ ਨੂੰ ਨਾ ਜਾਣ ਨਹੀਂ ਰਹਿੰਦੀ। ਉਹ ਕਹਿੰਦਾ ਉਹੀ ਸ਼ਿਵਾ ਜਿਹੜਾ ਭੱਜ ਗਿਆ ਸੀ ਖੜਕ ਸਿੰਘ ਦੇ ਮੂਹਰੇ। ਜਾਂ ਮੈਂ ਇਹ ਕਹਿਣਾ, ਉਹਨਾਂ ਨੇ ਕਹਿਣਾ ਵੀ ਇਹਨੂੰ ਪਤਾ, ਇਹਨੂੰ ਪਤਾ ਵਿੱਚ ਬਿਮਾਰੀ ਦਾ। ਉਹ ਸਮਝਦੇ ਵੀ ਲੋਕਾਂ ਨੂੰ ਕਿਹੜਾ ਪਤਾ। ਉਹ ਉਹੀ ਸ਼ਿਵ ਜੀ ਦੀ ਗੱਲ ਹੈ ਜਿਹੜਾ ਖੜਕ ਸਿੰਘ ਦੇ ਮੂਹਰੇ ਭੱਜ ਗਿਆ ਸੀ। ਉਹ ਸਿੰਘੇ ਸੀ, ਖੜਕ ਸਿੰਘ, ਅਸੀਂ ਵੀ ਸਿੰਘੇ ਹਾਂ। ਹੁਣ ਦੱਸੋ? वह नहीं, वो अब तो वैसी बात कर रहे हैं, अब तो गुस्से में आ गए। चल दूजे लोग डर जाते ने, आम आदमी भी पता नहीं भूत होंगे ही ने, प्रेत होंगे ही ने। वो प्रेत तो आवे ने, प्रेत ने आपे, प्रेत ने आपे, इन्हों ने भूत बनाए होंगे ने इन्हों दे। कल वो एक मुंडा अपने वो आया, वो हैगा इत्थे लग्या होया जिहड़े रात नूं पहरा दिंदे ने अपने सुरक्षा, अपने ये गार्ड, सिक्योरिटी गार्ड। इन्हां दे उत्ते कोका कोला वालियां दे पए ने फ्रिज, जिहड़े पुराने दुकानां दे दिंदे ने ना, पुराने हो जांदे ने वो कंडम, फिर वो लिया के इकट्ठे करके रखे ने। उत्थे सी, उत्थे कुछ बंदे उत्थे चोरी करते सी, इन्हां दे बंदे मुलाजमे करते होंदे ने पिछे। उन्होंने वाड़ लाती भी इत्थे भूत है परले पासे वो कमरे च, भी जे खड़का खुड़का होऊ तां डरे जावे ना उत्थे नूं। कहंदा मेरी 3 महीने ड्यूटी लाती ना, तां 3 महीने चोरी हुई। मैं कहंदा देखदा रहा भी भूत आवे, मैं डांग ना कुट्टा ओनूं, देखिए भूत किहो जिहा हुंदा। कहंदा आया ही नहीं कोई। कहंदा मैं रोज़ कहंदा मैनूं तां भूत देखिया नहीं। वो कहंदे भी ਐ ਨਹੀਂ ਆਉਂਦਾ, ਕਦੇ ਕਦੇ ਹੀ ਆਉਂਦਾ ਭੂਤ। ਇਹਨਾਂ ਨੇ ਬਣਾਏ ਹੁੰਦੇ ਨੇ ਭੂਤ। ਇਹ ਡਰ ਗਿਆ, ਉਹ ਕਹਿੰਦੇ ਮਾੜਾ ਮੋਟਾ ਖੜਕਾ ਖੁੜਕਾ ਦੂਰੋਂ ਕਰਕੇ ਦੇਖਦੇ ਹੁੰਦੇ ਨੇ। ਜੇ ਤਾਂ ਗੇੜਾ ਮਾਰ ਦੇਵੇ ਉੱਠ ਕੇ, ਫਿਰ ਤਾਂ ਕਹਿੰਦੇ ਨੇ ਵੀ ਨਹੀਂ ਰੁਲਦਾ ਹੈਗਾ ਵੀ ਆਪਾਂ ਨਾ ਜਾਈਏ, ਹੋਰ ਨਾ ਹੋਵੇ ਗਰਦਨ ਤੇ ਫੜ ਲਵੇ। ਪਿੱਤਲ ਕੱਢਦੇ ਨੂੰ, ਪਿੱਤਲ ਪੁੱਤਲ ਕੱਢਦੇ ਹੋਣੇ ਨੇ ਉੱਥੇ। ਆਹ ਗੱਲਾਂ ਭੂਤ ਹੁੰਦੇ ਨੇ, ਇਹਨਾਂ ਦੇ ਹੋਰ ਕੁਛ ਨਹੀਂ ਹੁੰਦਾ। ਚੋਰਾਂ ਦੀਆਂ ਗੱਲਾਂ ਨੇ ਇਹ ਸਾਰੀਆਂ। ਡਰਾਉਣਾ ਵੀ ਸਾਡੀ ਚੀਜ਼ ਆ, ਹੁਣ ਅੱਗੇ ਛੱਲੀਆਂ ਹੋਣੀਆਂ, ਗੰਨੇ ਹੋਣੇ। ਬੁੜਿਆਂ ਨੇ ਕੀ ਕਰਨਾ, ਉਹ ਜਾ ਕੇ ਦਰਖਤ ਤੇ ਚੜ੍ਹ ਜਾਣਾ, ਉੱਥੋਂ ਅੱਗ ਸਿੱਟ ਦੇਣੀ ਕੋਲੇ ਜੇ, ਲੱਕੜ ਦੇ ਨਾਲ ਛੱਲੀਆਂ ਭੁੰਨ ਲੈਣੀਆਂ, ਖਾ ਲੈਣੀਆਂ। ਨਾਲੇ ਸਾਨੂੰ ਦੱਸ ਦਿੰਦੇ ਪਿੱਛੋਂ ਵੀ ਅਸੀਂ ਐਂ ਕਰਦੇ ਰਹੇ ਹਾਂ। ਉੱਤੇ ਜਦ ਚੜ੍ਹ ਕੇ ਕੋਈ ਨਿੰਮ ਹੋਣੀ, ਕੋਈ ਹੋਰ ਬੇਰੀ ਹੋਣੀ, ਕੋਈ ਦਰਖਤ ਖੂਹਾਂ 'ਤੇ ਹੁੰਦੇ ਸੀ, ਤੂੰ ਧੋਣਾ ਉੱਚੇ ਦਰਖਤ ਤੇ ਚੜ੍ਹ ਕੇ ਉੱਤੋਂ ਕੋਲੇ ਜਿਹੇ ਰੋਲ ਦੇਣੇ, ਉਹਦੇ 'ਚ ਲੈ ਜਾਣੇ ਬਾਲਟੀ 'ਚ ਪਾ ਕੇ। ਉਹ ਤੂੰ ਨਾਲੇ ਦੱਸ ਦੇਣਾ ਵੀ ਉੱਥੇ ਰੋਜ਼ ਅੱਗ ਸਾਡੇ ਬੇਰੀ ਤੋਂ ਡਿੱਗਦੀ ਹੈ, ਭੂਤਨੀਆਂ ਨੇ ਉੱਥੇ, ਵੀ ਛੱਲੀਆਂ ਦੌੜ ਨਾ ਹੋਣ, ਲੋਕ ਡਰਦੇ ਗੰਨੇ ਵੱਟਣ ਨਾ ਹੋਣ। ਲਗਾ ਲਾ ਹੁੰਦੀ ਸੀ। ਆਹ ਕੁਛ ਤਾਂ ਹੁੰਦਾ ਰਿਹਾ। ਸਾਹ ਦੇ ਦੱਸ ਦਿੰਦੇ ਸੀ ਵੀ ਐਂ ਕਰ ਲਿਆ ਕਰੋ। ਅਗਲੇ ਹੀ ਦਿੰਦੇ ਸੀ ਭੂਤਾਂ ਵਾਲੇ ਹੀ ਆਪਣੇ ਚੇਲਿਆਂ ਨੂੰ ਵੀ ਐਂ ਕਰ ਲਿਆ ਕਰੋ।
ਲੈ ਹੋਰ ਹੁੰਦੇ ਨੇ ਭੂਤ। ਹਾਂਜੀ ਝਾਲਰ ਝਾਂਜਰ ਢੋਲ ਮਰਦੰਗਾ ਪਟਹਿ ਨਗਾਰੇ ਮੁਰਜ ਮਚੰਗਾ। ਆ ਜਿਹੜੀਆਂ ਨੇ ਦੱਸੇ ਇਹ ਜੀ ਆਵਾਜ਼ ਅਸੀਂ ਸੁਣਦੇ ਰਹੇ ਹਾਂ, ਸੁਣਦੇ ਹਾਂ, ਜਿਹੜੀ ਸ਼ਬਦ ਦੀ ਆਵਾਜ਼ ਹੈ। ਜਿਹੜੇ ਝਾਲਰ ਝਾਂਜਰ ਢੋਲ ਮਰਦੰਗਾ, ਕੋਈ ਢੋਲ ਦੀ ਆਵਾਜ਼ ਮੰਨਦਾ ਹੈ, ਕੋਈ ਮਰਦੰਗ ਦੀ ਆਵਾਜ਼ ਮੰਨਦਾ ਹੈ, ਕੋਈ ਬਾਂਸੁਰੀ ਦੀ ਆਵਾਜ਼ ਮੰਨਦਾ ਹੈ। ਉਹ ਜਿਹੜੀ ਉਹੀ ਚੀਜ਼ ਨਾਲ ਲਈ ਫਿਰਦੇ ਨੇ ਜਿਹੜੀ ਆਵਾਜ਼ ਉਹ ਮੰਨਦੇ ਨੇ। ਉਹ ਕਹਿੰਦੇ ਨੇ ਅਸੀਂ ਉਹ ਨਾਦ ਕਰਦੇ ਹਾਂ, ਉਹਨੂੰ ਨਾਦ ਕਹਿੰਦੇ ਨੇ। ਕੋਈ ਨਰਸਿੰਘੇ ਵਜਾਉਂਦੇ ਨੇ ਅੱਡ ਅੱਡ, ਉਹ ਨਾਦ ਦੀ ਆਵਾਜ਼ ਕਹਿੰਦੇ ਨੇ। ਇਹ ਵੀ ਨਾਦ ਵਜਾਉਂਦੇ ਨੇ ਨਾ ਜੋਗੀ ਸੰਖ। ਇਹ ਸ਼ੰਖ ਨਾਦ ਕਰਨਾ, ਬੋਲਣ ਨੂੰ ਨਾਦ ਕਹਿੰਦੇ ਨੇ। ਵੈਸੇ ਬੀਜੇਪੀ ਵਾਲੇ ਕਹਿੰਦੇ ਸ਼ੰਖਨਾਦ ਕਰਦੀ ਆ, ਇਲੈਕਸ਼ਨ ਦਾ ਸ਼ੰਖਨਾਦ, ਇਲੈਕਸ਼ਨ ਦਾ ਐਲਾਨ ਕਰਤਾ। ਜੋ ਆਵਾਜ਼ ਹੈ ਸ਼ਬਦ ਦੀ ਉਹਨੂੰ ਨਾਦ ਕਹਿੰਦੇ ਨੇ। ਉਹ ਨਾ ਆਵਾਜ਼ ਕੰਨਾਂ ਨੂੰ ਸੁਣਨ ਵਾਲੀਆਂ ਆਵਾਜ਼ਾਂ ਇਹਨਾਂ ਨੇ ਬਣਾ ਲੀਆਂ। ਇਸ ਕਰਕੇ ਇੱਕ ਮਤ ਹੈ ਨਹੀਂ, ਕੋਈ ਵੀ ਇੱਕ ਮਤ ਨਹੀਂ, ਸਾਰਿਆਂ ਦੀ ਅੱਡ ਅੱਡ ਮਤ ਹੈ। ਜੇ ਪਰ ਸੁਣਦੀ ਆ ਉਹਨੂੰ ਬਾਂਸਰੀ ਸੁਣਦੀ ਹੈ, ਕਿਸੇ ਨੂੰ ਮਰਦੰਗ ਸੁਣਦੀ ਹੈ। ਉਹਨਾਂ ਦੋਹਾਂ ਦਾ ਹੀ ਬਹੁਤ ਫਰਕ ਆ। ਕਿਸੇ ਨੂੰ ਡੱਫ ਸੁਣਦੀ ਹੈ, ਕਿਸੇ ਨੂੰ ਢੋਲ ਸੁਣਦਾ। ਪਹਿਲਾਂ ਤੁਸੀਂ ਦਾ ਫੈਸਲਾ ਕਰ ਲਓ ਕੀ ਆਪਸ ਵਿੱਚ ਹੀ। ਇਹ ਆ ਵੀ ਤੁਸੀਂ ਪਹਿਲਾਂ ਫੈਸਲਾ ਆਏ ਹੋ, ਤੁਸੀਂ ਸਾਰੇ ਇਕੱਠੇ ਹੋ ਕੇ, ਤੁਹਾਡੀ ਮਤ ਆਪਸ ਵਿੱਚ ਹੀ ਇੱਕ ਦੂਜੇ ਨਾਲ ਮਿਲਦੀ ਨਹੀਂ। ਤੁਸੀਂ ਆਪ ਫੈਸਲਾ ਕਰੋ, ਪਹਿਲਾਂ ਇੱਕ ਮਤ ਲੈ ਕੇ ਆਓ ਮੇਰੇ ਕੋਲ, ਫਿਰ ਆਪਾਂ ਗੱਲ ਕਰਾਂਗੇ। ਤੁਸੀਂ ਆਪਸ ਵਿੱਚ ਹੀ ਤਾਂ ਇੱਕ ਦੂਜੇ ਦੇ ਵਿਰੋਧੀ ਹੋ। ਜਦ ਝੂਠ ਨਾਲ, ਝੂਠ ਤੇ ਅਟੈਕ ਹੁੰਦਾ, ਝੂਠ ਸਾਰੇ ਇਕੱਠਾ ਹੋ ਜਾਂਦਾ। ਦੁਕਾਨਾਂ ਨੇ ਉਹਨਾਂ ਦੀਆਂ ਤਾਂ ਝੂਠ ਦੀਆਂ। ਉਹ ਕਹਿੰਦਾ ਵੀ ਤੇਰੀ ਵੀ ਦੁਕਾਨ ਹੈ, ਮੇਰੀ ਵੀ ਦੁਕਾਨ ਹੈ, ਦੋਵੇਂ ਪੱਟੇ ਜਾਵਾਂਗੇ, ਆਪਾਂ ਇਕੱਠੇ ਹੋ ਜਾਈਏ। ਚੋਰ ਬਥੇਰੇ ਭਾਈ ਇਕੱਠੇ ਹੋ ਜਾਂਦੇ ਨੇ। ਪਟਹਿ ਨਗਾਰੇ ਮੁਰਜ ਮਚੰਗਾ। ਹੁਣ ਸੰਤ ਨੇ ਇੱਕ ਦੂਜੇ ਦੀਆਂ ਜੜ੍ਹਾਂ ਨੂੰ ਤੇਲ ਪਾਉਂਦੇ ਨੇ, ਇੱਕ ਦੂਜੇ ਦੇ ਖਿਲਾਫ ਨੇ, ਪਰ ਇਕੱਠੇ ਹੋ ਜਾਂਦੇ ਨੇ। ਜਦ ਮੌਤ ਆਉਂਦੀ ਹੈ ਸਾਰੇ ਇਕੱਠੇ ਹੋ ਜਾਂਦੇ ਨੇ। ਜਦ ਵਿਪਤਾ ਪੈਂਦੀ ਹੈ ਵੀ ਹੁਣ ਅਸੀਂ ਗਏ, ਫਿਰ ਇਕੱਠੇ ਹੋ ਜਾਂਦੇ ਨੇ। ਆਪਣੇ ਅੰਦਰੋਂ ਨਹੀਂ ਕੋਈ ਵੀ ਇਕੱਠਾ ਇਹਨਾਂ ਚੋਂ, ਉੱਪਰੋਂ ਇਕੱਠੇ ਹੋ ਜਾਂਦੇ ਨੇ। ਇਵੇਂ ਸਿਆਸਤਦਾਨ ਨੇ 20 ਵਾਰ ਅਕਾਲੀ ਦਲ ਇਕੱਠਾ ਕੀਤਾ ਇੱਥੇ, ਅਕਾਲ ਤਖਤ ਤੇ ਕਸਮਾਂ ਖਾ ਕੇ ਫਿਰ ਤਿੜੀ ਬਿੜੀ ਹੋ ਜਾਂਦਾ। ਬੇਈਮਾਨ ਕਿਤੇ ਇਕੱਠੇ ਹੋ ਸਕਦੇ ਹੁੰਦੇ ਨੇ। ਈਮਾਨ ਇਕੱਠਾ ਕਰਦਾ ਹੈ, ਸੱਚ ਇਕੱਠਾ ਕਰਦਾ ਹੈ। ਜਿੱਥੇ ਈਮਾਨ ਨਾ ਹੋਵੇ ਇਕੱਠ ਨਹੀਂ ਰਹਿ ਸਕਦਾ। ਸੱਚ ਤਾਂ ਰਿਹਾ ਨਹੀਂ, ਸੱਚ ਛੱਡਤਾ, ਇਕੱਠ ਕਿੱਥੋਂ ਰਹਿਣਾ ਦੀ ਸਿੱਖਾਂ ਦਾ। ਈਮਾਨ ਨਹੀਂ ਰਿਹਾ ਹੈ। ਜਦ ਤੁਸੀਂ ਮਾਇਆ ਦੇ ਆ ਗਏ, ਗੋਲਕ ਦੇ ਆ ਗਏ, ਜਿੰਨੇ ਮਰਜ਼ੀ ਰੁਪਈਏ ਪਾ ਦਿਓ ਨੋਟ, ਦੇਖਾ ਆਪਸ ਵਿੱਚ ਹੀ ਜੁੜ ਜਾਣ। ਕੱਲੇ ਨੇ ਬਾਹਰ ਰੱਖ ਦਿਓ, ਹਵਾ ਉਹ ਤਿੜੀ ਬਿੜੀ ਸਾਰੇ ਹੀ, ਕੋਈ ਕਿਧਰੇ ਨੂੰ ਉੜ ਜੂ, ਕੋਈ ਕਿਧਰੇ ਨੂੰ। ਨੋਟ ਇਕੱਠੇ ਰਹਿੰਦੇ ਹੁੰਦੇ ਨੇ, ਕਾਗਜ਼ ਨੇ, ਟੁਕੜੇ ਕਾਗਜ਼ ਦੇ ਭੱਜਣਗੇ, ਹਵਾ ਆਉਂਦੀ ਸਾਰੇ। ਇਵੇਂ ਜੇ ਲੋਭ ਲਹਿਰ ਚੱਲਦੀ ਹੈ, ਸਾਰੇ ਅੱਡੋ ਅੱਡ ਹੋ ਜਾਂਦੇ ਨੇ। ਇਹਨਾਂ ਦੇ ਮਨ ਲੋਭ ਲਹਿਰ ਆਉਂਦੀ ਹੈ, ਸਾਰਿਆਂ ਦੇ ਮਨ ਅੱਡੋ ਅੱਡੀ ਹੋ ਜਾਂਦੇ। ਲੋਭੀਆਂ ਦੇ ਲੋਭੀ ਨਹੀਂ ਇਕੱਠੇ ਰਹਿ ਸਕਦੇ ਹੁੰਦੇ। ਇਸ ਕਰਕੇ ਗੁਰਬਾਣੀ ਕਹਿੰਦੇ ਲੋਭੀ ਕਾ ਵਸਾ ਨਾ ਕੀਜੈ ਜੇ ਕਾ ਪਾਰ ਵਸਾਏ। ਲੋਭੀ ਦਾ ਨਹੀਂ ਭਰੋਸਾ ਕਰੀਦਾ ਹੁੰਦਾ। ਇਹਨਾਂ ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਵੀ ਸਿੱਖ ਬਣ ਜਾਣਗੇ, ਸਿੱਖੀ ਦਾ ਪ੍ਰਚਾਰ ਕਰਨਗੇ। ਕਿਉਂ ਕਰਨਗੇ? ਜਿੱਧਰ ਲੋਭ ਮਿਲੂਗਾ ਉਧਰ ਚਲੇ ਜਾਣਗੇ। ਹਾਂਜੀ। ਪਟਹਿ ਨਗਾਰੇ ਮੁਰਜ ਮਚੰਗਾ। ਮੁਰਜ ਮਚੰਗਾ, ਨਗਾਰੇ ਪਟੇ, ਇਹਨਾਂ ਦੀ ਆਵਾਜ਼ ਕਰ ਰਹੇ ਨੇ। ਆਵਾਜ਼ ਕਰਨ ਦਾ ਮਤਲਬ ਹੈ ਵੀ ਆਹ ਆਵਾਜ਼ ਹੈ ਜਿਹੜੀ ਸ਼ਬਦ ਦੀ। ਉਹ ਕਹਿੰਦੇ ਥੋੜੀ ਤਾਂ ਆਪਸ ਵਿੱਚ ਹੀ ਨਹੀਂ ਰਲਦੀ, ਫਿਰ ਮੇਰੇ ਨਾਲ ਕੀ ਗੱਲ ਕਰਨੀ। ਇਹ ਤਾਂ ਸਾਰੀਆਂ ਕੰਨਾਂ ਨੂੰ ਸੁਣਦੀਆਂ ਨੇ। ਇਹ ਤਾਂ ਮਾਇਆ ਹੈ, ਇਹ ਆਵਾਜ਼ ਸਾਰੀ ਉਹ ਮਾਇਆ ਹੈ। ਮਾਇਆ ਬਹੁਤ ਪ੍ਰਕਾਰੀ ਹੈ, ਇਸ ਕਰਕੇ ਤੁਹਾਡੇ ਖਿਆਲ ਬਹੁਤ ਪ੍ਰਕਾਰੀ ਨੇ। ਮਾਇਆ ਧਾਰੀਆਂ ਦੇ ਆਪਣੇ ਆਪਣੇ ਮਤ ਹੁੰਦੀ ਹੈ, ਖਿਆਲ ਹੁੰਦੇ ਨੇ। ਮਾਇਆ ਇੱਕ ਪ੍ਰਕਾਰ ਦੀ ਹੈ ਹੀ ਨਹੀਂ, ਬਹੁਤ ਪ੍ਰਕਾਰੀ ਹੈ। ਸੱਚ ਇੱਕ ਪ੍ਰਕਾਰੀ ਹੈ। ਸੱਚ ਦੀ ਜਿਹਨੇ ਗੁਰਬਾਣੀ ਸਚਿਆਰੇ ਨੇ ਸਾਰੇ ਭਗਤ, ਉਹਨਾਂ ਨੇ ਕੋਈ ਗੱਲ ਕਹੀ ਹੈ ਸਾਰੇ। ਤੁਹਾਡਾ ਕਿਉਂ ਫਰਕ ਹੈ, ਦੂਜਿਆਂ ਦਾ ਕਿਉਂ ਫਰਕ ਹੈ? ਰਾਧਾ ਸੁਆਮੀਆਂ ਨੇ ਵੀ ਫਰਕ ਪਾ ਲਿਆ। ਹੁਣ ਕੋਈ 5 ਕਹਿੰਦਾ, ਕੋਈ 3 ਕਹਿਣ ਲੱਗ ਗਿਆ। ਘਟਾਉਣ ਲੱਗ ਗਏ, ਸ਼ਾਇਦ ਇੱਕ ਤੇ ਹੀ ਆ ਜਾਣ ਹੌਲੀ ਹੌਲੀ।
ਹਾਂਜੀ ਡਬਰੂ ਗੁੜਗੁੜੀ ਕਹੂੰ ਉਪੰਗਾ ਨਾਇਨ ਫੀਰੀ ਬਜਤ ਸੁਰੰਗਾ। ਡੁਗਡਗੀ ਡੌਰੂ ਇਹੋ ਜਿਹੇ ਚੀਜ਼ਾਂ ਵਜਾਉਂਦੇ ਨੇ। ਉਹ ਡੌਰੂ ਦਾ ਜਾਂ 2 ਵਜੇ ਦੁਚਿੱਤੀ ਦਾ ਨਾਮ ਡੌਰੂ ਹੈ। ਦੁਚਿੱਤੀ ਹੈ ਜਿੱਥੇ ਉੱਤੇ ਡੌਰੂ ਵੱਜਣਾ, ਹੋਰ ਕੀ ਵੱਜਣਾ। ਸ਼ਿਵ ਜੀ ਦੁਚਿੱਤੀ ਉਹ ਹੈ। ਦੁਚਿੱਤੀ ਕਰਕੇ ਤਾਂ ਜਾਂ ਸੱਚ ਪ੍ਰਗਟ ਹੁੰਦਾ, ਸ਼ਿਵ ਜੀ ਚੁੱਪ ਹੱਥ ਖੜੇ ਕਰ ਦਿੰਦਾ। ਜਾਂ ਇੱਕ ਪ੍ਰਗਟ ਹੁੰਦਾ, ਸ਼ਬਦ ਹੱਥ ਖੜੇ ਕਰ ਦਿੰਦਾ ਸ਼ਿਵ ਜੀ ਜਦੇ। ਹਾਂਜੀ ਡਬਰੂ ਗੁੜਗੁੜੀ ਕਹੂੰ ਉਪੰਗਾ। ਕਿਤੇ ਉਪੰਗਾ ਗੁੜਗੁੜੀ ਡੁਗਡੁਗੀ ਨੂੰ ਗੁੜਗੁੜੀ ਕਹਿੰਦੇ ਨੇ। ਡੁਗਡੁਗੀ ਕਹੂੰ ਉਪੰਗਾ। ਹਾਂ ਨਾਇਨ ਫੀਰੀ ਬਜਤ ਸੁਰੰਗਾ। ਕਿਤੇ ਨਫੀਰੀ ਵੱਜਦੀ ਹੈ, ਪਰ ਉਹ ਸੁਰ ਆਪਣੀ ਚੀਜ਼ ਨੂੰ ਆਪਣੇ ਸੁਰ 'ਚ ਵਜਾਉਂਦੇ ਨੇ। ਢੋਲ ਵੱਜਦਾ ਕੱਲਾ, ਉਹ ਵੀ ਸੁਰ 'ਚ ਵੱਜਦਾ। ਨਫੀਰੀ ਵੱਜਦੀ ਹੈ, ਉਹ ਵੀ ਸੁਰ 'ਚ ਵੱਜਦੀ ਹੈ ਆਪਣੇ। ਢੋਲ ਵਜਾਉਂਦੇ ਨੇ, ਹਰੇਕ ਆਦਮੀ ਥੋੜ੍ਹੀ ਢੋਲ ਵਜਾ ਲੂਗਾ। ਜਾਂ ਢੋਲ ਵਜਾਉਂਦਾ, ਉਹ ਢੋਲ ਦੀ ਅਲੱਗ ਸੁਰ ਹੈ। ਬਾਂਸਰੀ ਵਜਾਉਂਦਾ, ਉਹ ਵੀ ਉਹੀ ਆਦਮੀ ਟ੍ਰੇਨਡ ਵਜਾ ਸਕੂਗਾ। ਸਾਜ਼ ਕੋਈ ਵੀ ਹੋਵੇ ਜਿਹੜਾ ਵਜਾਉਣਾ ਹੈ, ਉਹਨੂੰ ਸੁਰ 'ਚ ਵਜਾਉਣ ਵਾਸਤੇ ਉਹ ਟ੍ਰੇਨ ਚਾਹੀਦਾ। ਉਹ ਆਪਣੀ ਆਪਣੀ ਮੱਤ ਦੇ ਟ੍ਰੇਨਡ ਨੇ, ਆਪਣੀ ਆਪਣੀ ਮੱਤ ਹੈ ਉਹਨਾਂ ਦੀ। ਸਾਜ਼ ਵਜਾਉਣ ਦੇ ਟ੍ਰੇਨਡ ਨੇ, ਹੋਰ ਕੁਝ ਨਹੀਂ ਉਹਨਾਂ 'ਚ। ਹਾਂਜੀ ਮੁਰਲੀ ਕਹੂੰ ਬਾਂਸਰੀ ਬਾਜਤ। ਕਿਤੇ ਮੁਰਲੀ ਹੈ, ਮੁਰਲੀ ਬਾਂਸਰੀ ਨੂੰ ਕਹਿੰਦੇ ਨੇ। ਕਹੂੰ ਬਾਂਸਰੀ ਬਾਜਤ, ਕਿਤੇ ਬਾਂਸਰੀ ਵਜਾਉਂਦੇ ਨੇ। ਕਹੂੰ ਉਪੰਗ ਮਰਦੰਗ ਬਰਾਜਤ। ਕਿਤੇ ਮਰਦੰਗ ਵਜਾਉਂਦੇ ਨੇ। ਉਪੰਗ ਹੁੰਦੀ ਆ ਜਿਹੜੀ ਆ ਇਹਦੇ ਮੜ ਲੈਂਦੇ ਨੇ ਨਾ, ਇਹਦੇ ਨਾਲ, ਇਹਨੂੰ ਚਮੜੇ ਨਾਲ ਜਿਹੜਾ ਹੁੰਦਾ ਜ਼ਿਆਦਾ ਚਮੜੇ ਨਾਲ ਕਸਣਾ ਚਮੜੇ ਦੀਆਂ ਪਾਈਆਂ ਹੁੰਦੀਆਂ ਨੇ ਬਹੁਤ ਜ਼ਿਆਦਾ, ਉਹ ਪੰਗ ਕਹਿੰਦੇ ਨੇ ਉਹਨੂੰ। ਦੁੰਦ ਵੀ ਢੋਲ ਕਹੂੰ ਸ਼ਹਿਨਾਈ। ਦੁੰਦ ਵੀ ਢੋਲ, ਦੋਹਾਂ ਪਾਸਿਆਂ ਤੇ ਵੱਜਣ ਵਾਲਾ ਢੋਲ। ਢੋਲ 2 ਪਾਸੇ ਵੱਜਦਾ ਨਾ। ਦੁੰਦ ਵੀ ਢੋਲ ਜਿਵੇਂ ਆ ਨਗਾਰੇ ਹੁੰਦੇ ਨੇ, ਕਹੂੰ ਸ਼ਹਿਨਾਈ। ਕਿਤੇ ਸ਼ਹਿਨਾਈ ਵੱਜਦੀ ਹੈ। ਬਾਜਤ ਭੇਲਕ ਪਰੀ ਲੜਾਈ। ਬਸ ਵੱਜਦੇ ਨੇ, ਉਹਦਾ ਲੜਾਈ, ਉਹਦੇ ਚਰਚਾ ਵੀ ਹੈ। ਦੂਰ ਵੱਜਦੇ ਨੇ ਨਾ ਉਹ ਆਪਣੇ ਆਪਣੇ। ਉਹ ਆਪਣੇ ਢੋਲ, ਉਹ ਤਾਂ ਢੋਲ ਵਜਾਉਣ ਵਾਲੇ ਢੋਲੇ ਵਜਾਉਣ ਜਾਣਦੇ ਨੇ। ਉਹ ਹੋਰ ਗਿਆਨਵਾਨ ਨਹੀਂ ਹੈਗੇ। ਜਿਵੇਂ ਸਾਡੇ ਕੀਰਤਨ ਵਾਲੇ ਨੇ, ਇਹ ਜਿਹੜੇ ਰਾਗੀ ਨੇ, ਇਹ ਗਿਆਨ ਚਰਚਾ ਨਹੀਂ ਕਰ ਸਕਦੇ, ਸ਼ਬਦ ਕੀਰਤਨ ਕਰ ਸਕਦੇ ਨੇ। ਸਾਜੀ ਸਾਜੇ ਵਜਾ ਸਕਦੇ ਨੇ ਬਹੁਤ ਸਾਰੇ, ਉਹ ਕੀਰਤਨ ਨਹੀਂ ਕਰਦੇ ਹੁੰਦੇ। ਪਰ ਇਹ ਕੀਰਤਨ ਨਾਲ ਸਾਜ ਦੋਏ ਕਰ ਲੈਂਦੇ ਨੇ। ਤਬਲੇ ਵਾਲਾ ਤਬਲਾ ਹੀ ਵਜਾਉਂਦਾ, ਕੀਰਤਨ ਨਾਲ ਇਕੱਠੇ ਕਰਦੇ ਨੇ। ਉਹ ਆਪਣੇ ਉਹ ਚਰਚਾ ਵਾਲੇ ਪਰੇ ਚਰਚਾ ਕਰਦੇ ਨੇ। ਉਹ ਆਪਣੇ ਲੋਕ ਲਾਏ ਹੋਏ ਨੇ ਉਧਰ। ਇਕੱਠ ਨੂੰ ਵੀ ਤਾਂ ਹੁਣ ਕਿਤੇ ਲਾ ਕੇ ਰੱਖਣਾ ਹੀ ਹੈ। ਉਹ ਚਰਚਾ ਕਿਹੜਾ ਸਾਰਿਆਂ ਨੇ ਕਰਨੀ ਹੈ, ਉਹਨਾਂ ਨੂੰ ਦੂਏ ਪਾਸੇ ਲਾ ਕੇ ਰੱਖਿਆ ਬਈ ਇਹ ਬੋਲਣ ਨਾ ਆਪਣੇ। ਇੱਧਰ ਤੁਸੀਂ ਕੀਰਤਨ ਸੁਣਦੇ ਰਹੋ, ਜਿਹੜੇ ਆਦਮੀ ਗੱਲਾਂ ਕਰਨ ਵਾਲੇ ਨੇ ਦੂਏ ਪਾਸੇ ਰਹਿਣ। ਨਾਲੇ ਦੂਜਿਆਂ ਨੂੰ, ਬਹੁਤਿਆਂ ਨੂੰ ਪਤਾ ਬਣਾ ਲੱਗ ਜਵੇ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਦੇ ਖਿਲਾਫ ਜਾਣੀਆਂ, ਘੱਟ ਲੋਕ ਸੁਣਨ। ਕੀਰਤਨ ਆਪਣਾ ਭਰਿਆ, ਉਹ ਆਪਣਾ ਅੱਡ ਚਰਚਾ ਹੋ ਰਹੀ ਹੈ, ਤਾਂ ਕਿ ਆਮ ਪਬਲਿਕ ਦੇ ਵਿੱਚ ਬਹੁਤੀ ਗੱਲ ਜਾਵੇ ਨਾ। ਇਹਨਾਂ ਨੂੰ ਕੋਈ ਲਾ ਰੱਖੀ ਆਪਣੇ ਅੱਡ ਅੱਡ। ਹਾਂ ਸਾਜਾਂ 'ਚ ਰਾਗ ਬੰਦੇ ਜੜ ਜਾ ਕੇ ਰੱਖ ਲਈਏ। ਹਾਂ ਮੁਰਜ ਮਚੰਗ ਬਜੈ ਤੁਰ ਹੀ ਰਣ। ਮੁਰਜਾ ਮਚੰਗ ਤੁਰ ਹੀ ਸਾਰੇ ਵੱਜਦੇ ਨੇ ਅੱਡ ਅੱਡ ਆਪਣੇ ਟੋਲੇ ਬਣਾ ਕੇ। ਜਿਵੇਂ ਬੜੇ ਬੜੇ ਮੇਲਿਆਂ ਤੇ ਹੁੰਦੇ ਨੇ, ਕੋਈ ਕਿਤੇ ਕੋਈ ਚੀਜ਼ ਹੈ, ਕਿਤੇ ਕੋਈ ਚੀਜ਼ ਹੈ, ਕਿਤੇ ਕੋਈ ਚੀਜ਼ ਹੈ। ਉਹ ਆਪਣੇ ਨਾਲੇ ਇਹਨਾਂ ਦੇ ਅਲੱਗ-ਅਲੱਗ ਇਲਾਕਿਆਂ ਦੇ ਅਲੱਗ-ਅਲੱਗ ਭਾਸ਼ਾ ਹੁੰਦੀ ਹੈ, ਅਲੱਗ-ਅਲੱਗ ਬੋਲੀ ਹੁੰਦੀ ਹੈ, ਅਲੱਗ-ਅਲੱਗ ਇਹਨਾਂ ਦੇ ਸਾਜ਼ ਰਾਗ ਰਾਗਣੀਆਂ ਹੁੰਦੀਆਂ ਨੇ। ਅਲੱਗ-ਅਲੱਗ ਇਲਾਕੇ ਦੇ ਆਦਮੀ ਅਲੱਗ-ਅਲੱਗ ਗਵਈਆਂ ਦੇ ਕੋਲ ਅਲੱਗ-ਅਲੱਗ ਜਗ੍ਹਾ ਖੜੇ ਨੇ। ਹਾਂਜੀ ਭੇਰਨ ਕੇ ਭਵਕਾਰ ਕਰਤ ਗਣ। ਭੇੜ ਜਿਹੜੇ ਗਲ ਨੇ ਉਹ ਵੀ ਗਾ ਕੇ ਭੇੜਾਂ ਦੇ ਪ੍ਰਚਾਰ, ਜਿਵੇਂ ਸਾਡੇ ਨਹੀਂ ਸੁਣਾਉਂਦੇ 12, ਉਹ ਵੀ ਇਹੋ ਜਿਹੀਆਂ ਹੀ ਸੁਣਾਉਂਦੇ ਨੇ ਗੱਲਾਂ। ਉਹਦੇ ਭੱਟਾਚਾਰੀਆ ਸੀ, ਕੁਝ ਉਹ ਸੁਣਾ ਰਹੇ, ਕੋਈ ਇਹਨਾਂ ਦੇ ਸੁਣਾ ਰਹੇ ਨੇ ਸ਼ਿਵ ਜੀ ਦੀਆਂ। ਇਹਨਾਂ ਦੇ ਮਨਕੜਾਂ ਤੇ ਇਹਨਾਂ ਦੀਆਂ ਵਿਜੋੜੀਆਂ ਹੁੰਦੀਆਂ ਨੇ, ਜਿਹੜੀਆਂ ਸਾਖੀਆਂ ਸੁਣਾਉਂਦੇ ਨੇ ਇਹਨਾਂ ਨੇ ਆਪਣੀਆਂ ਜੋੜੀਆਂ ਨੇ।
ਹਾਥੀ ਘੋਰਨ ਕੇ ਦੁੰਦਵੀ ਰਣ। ਜਿਵੇਂ ਉਹਦਾ ਸਿਰ ਵੱਢ ਦਿੱਤਾ ਵਿਸ਼ਨੂੰ ਦਾ ਨਾ ਬ੍ਰਹਮਾ ਦਾ, ਸ਼ਿਵ ਜੀ ਨੇ। ਚਾਰ ਸਿਰ ਸੀਗੇ, ਪੰਜਵਾਂ ਉੱਤੇ ਕੱਢ ਲਿਆ, ਉਹ ਕਹਾਣੀ ਬਣਾਈ, ਉਹਦਾ ਸਿਰ ਵੱਢਤਾ। ਇਹ ਜਿਹਾ ਵੀ ਬ੍ਰਹਮਾ ਹੱਤਿਆ ਦਾ ਦੋਸ਼ ਲੱਗ ਗਿਆ। ਉਹ ਜਿਹੜਾ ਫਿਰ ਗਊ ਉਹ ਸੀ ਆ ਜਿਹੜਾ ਹੈਗਾ ਇਹਨਾਂ ਨੇ ਬਣਾਇਆ ਹੈ ਤੀਰਥ ਕਪਾਲ ਮੋਚਨ, ਉੱਥੇ ਫਿਰ ਉਹ ਇਹੋ ਜਿਹੀਆਂ ਕਹਾਣੀਆਂ ਇਹਨਾਂ ਦੀਆਂ ਹੁੰਦੀਆਂ ਨੇ, ਇਹ ਵੀ ਆਪਣੀਆਂ ਗਾਈ ਜਾਂਦੇ ਨੇ। ਹਾਥੀ ਘੋਰਨ ਕੇ ਦੁੰਦਵੀ ਰਣ। ਹਾਥੀ ਕੌਣ ਉਹ ਜਿਹੜਾ ਇਹਨਾਂ ਦਾ ਹੈ ਗਣੇਸ਼, ਆ ਜਿਹੜੇ ਹਾਥੀ ਲਈ ਫਿਰਦੇ ਨੇ ਨਾ ਹੁਣ ਇੱਥੇ ਗਲੀਆਂ 'ਚ, ਇਹ ਹੁਣ ਤਾਂ ਬੋਲਦੇ ਨਹੀਂ, ਇਹ ਤਾਂ ਬੜੇ ਆਪਣੇ ਆਪ ਨੂੰ ਉਹ ਸਮਝਦੇ ਸੀ ਸਾਡਾ ਰਾਜ ਹੈ। ਹੁਣ ਤਾਂ ਮੰਗਤੇ ਨੇ, ਉਹ ਤਾਂ ਮੰਗਤੇ ਨਹੀਂ ਸੀ। ਇਹ ਹਾਥੀਆਂ ਦੇ ਚੜੇ ਫਿਰਦੇ ਹੁੰਦੇ ਸੀ ਇਹਨਾਂ ਦੇ। ਉਹ ਉਹਨਾਂ ਦੀ ਘਰਾਂ ਦੇ ਵਿੱਚ ਪੂਜਾ ਹੁੰਦੀ ਸੀ। ਅਗਲੇ ਪਿੰਡ 'ਚ ਆ ਜਾਣਾ, ਉੱਥੇ ਜਾ ਕੇ ਅਗਲੇ ਨੇ ਚੜਾਵਾ ਲੈ ਕੇ ਜਾਣਾ ਪਿੰਡ 'ਚੋਂ। ਪਿੰਡਾਂ ਦੇ ਪਿੰਡ ਹੁੰਦੇ ਸੀ ਇਹਨਾਂ ਦੇ। ਉਹ ਕਹਿੰਦੇ ਨੱਤੀਆਂ ਨਹੀਂ ਸੀ ਪਾਉਂਦੇ ਹੁੰਦੇ ਜਿਹੜੇ ਲੋਕ, ਨੱਤੀਆਂ ਨੇ ਸ਼ਿਵਜੀ ਦੀਆਂ ਸੀ, ਹੋਰ ਕਿਹਦੀਆਂ ਸੀ? ਇਹਨਾਂ ਸਾਧਾਂ ਦੀਆਂ ਸੀ। ਹਾਂ, ਉਸਟਣ ਕੇ ਬਾਜੇ ਰਣ ਮੁਰਧਨ। ਉਸਟਣ ਉੱਠ ਵੀ ਨੇ, ਉੱਠ ਜਿਹੜੇ ਆਏ ਨੇ ਇਹ ਪਿੱਛੋਂ ਆਏ ਨੇ, ਇਹ ਅਰਬ ਤੇ ਆਏ ਨੇ। ਇਹਦਾ ਮਤਲਬ ਉਦੋਂ ਮੁਸਲਮਾਨ ਆ ਚੁੱਕੇ ਸੀ ਜਦ ਦੀ ਇਹ ਗੱਲ ਹੈ। ਪਹਿਲੇ ਚੰਡੀ ਦੀ ਲੜਾਈ 'ਚ ਊਠ ਨਹੀਂ ਆਏ ਹੋਏ ਹਨ, ਉੱਥੇ ਊਠ ਨਹੀਂ ਆਏ ਹੋਏ ਕਦੇ ਵੀ। ਦੋਏ ਚਰਿੱਤਰਾਂ ਲੜਾਈ ਤ੍ਰਿਆ ਚਰਿੱਤਰਾਂ 'ਚ ਊਠ ਨਹੀਂ ਕਦੇ ਵੀ, ਇੱਥੇ ਊਠ ਵੀ ਆ ਗਏ। ਉਸਟਣ ਕੇ ਬਾਜੇ ਰਣ ਮੁਰਧਨ। ਉਸ਼ਟਾਂ ਦੇ ਮੂੰਹ ਵਾਲੇ, ਗਊ ਦੇ ਮੂੰਹ ਵਾਲੇ ਬਾਜੇ ਬਣਾਏ ਹੋਏ ਨੇ। ਇਹਦਾ ਮਤਲਬ ਊਠਾਂ ਤੇ ਚੜ ਕੇ ਜਿਹੜੇ ਲੜਦੇ ਤੇ ਉਹ ਵੀ ਬੰਦੇ ਹੈਗੇ ਨੇ ਵਿੱਚ। ਪੱਛਮ ਦੇ ਜਿਹੜੇ ਦੇਸ਼ ਨੇ ਇਹ ਊਠਾਂ ਦੇ ਵਪਾਰ ਕਰਦੇ ਰਹੇ ਨੇ, ਅਰਬ ਵਾਲੇ। ਇੱਧਰਲੇ ਵਿੱਚ ਨੇ ਬੰਦੇ ਨਾਲ। ਕੇਤਕ ਸੁਭੱਟ ਸਰਨ ਕੇ ਮਾਰੇ, ਗਿਰਤ ਭਏ ਰਨ ਡੀਲ ਡਲਾਰੇ। ਕਿੰਨੇ ਹੀ ਸੁਭੱਟ ਜਿਹੜੇ ਨੇ ਸੂਰਮੇ ਨੇ ਮਾਰੇ ਹੋਏ ਰਣ ਦੇ ਵਿੱਚ, ਸ਼ਰਨ ਵਿੱਚ ਆ ਕੇ ਮਾਰ ਖਾ ਕੇ ਸ਼ਰਨ ਵਿੱਚ ਆ ਗਏ ਔਰ ਢਹਿ ਢੇਰੀ ਹੋ ਗਏ। ਗਿਰਤ ਭਏ ਰਨ ਡੀਲ ਡਲਾਰੇ। ਹਾਂ, ਉਹ ਹਾਰ ਮੰਨ ਗਏ। ਉਹ ਕਹਿੰਦੇ ਵੀ ਨਹੀਂ ਠੀਕ ਹੈ। ਜਿਹੜੇ ਇਮਾਨਦਾਰ ਹੁੰਦੇ ਨੇ ਮੰਨ ਜਾਂਦੇ ਨੇ। ਉਹਨਾਂ ਦੇ ਵਿੱਚ ਕੌਣ ਸੀ? ਉਹਨਾਂ 'ਚ ਊਠਾਂ ਵਾਲੇ ਸੀਗੇ, ਮੁਸਲਮਾਨਾਂ ਦੇ ਵਿੱਚ ਆਏ ਹੋਏ ਸੀ ਜਿਹੜੇ। ਦੋ ਪਦਾਰਥਾਂ ਉਹਨਾਂ ਕੋਲ ਪਹਿਲਾਂ ਹੀ ਸੀ। ਊਠਾਂ ਵਾਲਿਆਂ ਦੀ ਗੱਲ ਹੈ ਹੁਣ ਇਹ। ਊਠਾਂ ਵਾਲਿਆਂ 'ਚੋਂ ਮੰਨਿਆ, ਬਾਕੀ ਮੰਨਿਆ ਕੋਈ ਵੀ ਨਹੀਂ। ਹਿੰਦੁਸਤਾਨ ਦਾ ਕੋਈ ਵੀ ਨਹੀਂ ਮੰਨਿਆ। ਜੇ ਪਹਿਲੀ ਵਾਰ ਕੋ ਮੰਨੇ ਨੇ ਤਾਂ ਇਸਲਾਮ ਵਾਲਿਆਂ 'ਚੋਂ ਮੰਨੇ ਨੇ, ਜਿਨ੍ਹਾਂ 'ਚ ਇਸਲਾਮ ਦੀ ਮੱਤ ਸੀ। ਜੇ ਕਬੀਰ ਨੂੰ ਗਿਆਨ ਹੋਇਆ ਪਹਿਲਾਂ ਇਸਲਾਮ 'ਚ ਆਇਆ ਹੋਇਆ, ਉਹ ਜਨਮ ਇਸਲਾਮ 'ਚ ਹੋਇਆ ਹੈ। ਫਰੀਦ ਨੂੰ ਜੇ ਗਿਆਨ ਹੋਇਆ ਉਹ ਵੀ ਇਸਲਾਮ 'ਚ ਆਇਆ ਹੈ। ਬਾਕੀ ਜਿਹੜੇ ਦੂਏ ਆਏ ਹੋਏ ਨੇ ਸ਼ਿਵ ਜੀ ਨੂੰ ਮੰਨਣ ਵਾਲਿਆਂ 'ਚ ਕੋਈ ਵੀ ਨਹੀਂ ਹੈ। ਭਗਤਾਂ 'ਚ ਪਹਿਲਾਂ ਕੋਈ ਇੱਕ ਵੀ ਨਹੀਂ ਜਿਹੜਾ ਸ਼ਿਵ ਜੀ ਨੂੰ ਮੰਨਦਾ ਹੋਵੇ, ਜਿਹੜਾ ਆਇਆ ਹੋਵੇ। ਸਾਰੇ ਦੇਵੀ ਨੂੰ ਮੰਨਣ ਵਾਲੇ ਹੀ ਨੇ। ਗੰਗਾ ਨੂੰ ਮੰਨਣ ਵਾਲੇ ਨੇ ਜਾਂ ਦੇਵੀ? ਗੰਗਾ ਦੇਵੀ ਤੇ ਕੋਈ ਗੱਲ ਹੈ, ਉਹਨੂੰ ਮੰਨਣ ਵਾਲੇ ਨੇ ਸਾਰੇ। ਗੁਰੂ ਅੰਗਦ ਵੀ ਦੇਵੀ ਨੂੰ ਮੰਨਦਾ ਸੀ, ਗੁਰੂ ਅਮਰਦਾਸ ਵੀ ਦੇਵੀ ਨੂੰ ਮੰਨਦਾ ਸੀ। ਉਹ ਗੰਗਾ ਦੇ ਰੂਪ 'ਚ ਮੰਨਦਾ ਸੀ, ਉਹ ਕਿਸੇ ਹੋਰ ਰੂਪ 'ਚ ਮੰਨਦਾ ਸੀ। ਰੂਪ ਹੈ ਤਾਂ ਇੱਕੋ ਹੀ। ਉਧਰੋਂ ਆਏ ਹੋਏ ਨੇ ਸਾਰੇ। ਵੈਸ਼ਨਵ ਭਗਤ ਸੀ ਇਹਨਾਂ ਨੂੰ ਕਹਿੰਦੇ, ਵੈਸ਼ਨਵ। ਇਹ ਵੇਦ ਦੇ ਵਿੱਚੋਂ ਵੈਸ਼ਨਵ ਭਗਤ ਬਣਿਆ ਹੋਇਆ। ਅਸਲ 'ਚ ਵਿਸ਼ਨੂੰ ਜਿਹੜਾ ਹੈਗਾ ਵਿਦਵਾਨਾਂ ਦਾ, ਜਿਹੜੇ ਬ੍ਰਾਹਮਣ ਸੀ, ਬ੍ਰਾਹਮਣਾਂ ਨੇ ਬਾਟ ਪਾੜੀ ਸੀ, ਉਹ ਪਾੜੀ ਵੀ ਬਾਟ ਠੀਕ ਕਰ ਲਈ। ਕਿਉਂਕਿ ਨਕਸ਼ਾ ਪਲਟਾ ਦੇਵੇ, ਨਕਸ਼ੇ ਦੀ ਗੜਬੜ ਕਰ ਦੇਵੇ, ਮੇਲ ਖਾਵੇ ਨਾ,
ਸਿਆਣਾ ਆਦਮੀ ਠੀਕ ਕਰ ਲੈਂਦਾ ਵੀ ਨਕਸ਼ੇ 'ਚ ਗੜਬੜ ਹੋਈ ਹੋਈ ਹੈ ਇੱਥੇ ਮੀਟਰ ਗਲਤ ਬਣਾਤੇ ਨਾ, ਲਿਖਤੇ ਨਕਸ਼ਾ ਗਲਤ ਕਰਤਾ, ਇੱਥੋਂ ਤਾਂ ਨਹੀਂ ਮੈਚ ਕਰਦਾ। ਅਸਲੀ ਪੁਆਇੰਟ ਆ ਪਿਆ, ਇਹ ਨਕਸ਼ੇ ਦੇ ਹਿਸਾਬ ਨਾਲ ਅਸਲੀ ਪੁਆਇੰਟ ਤੱਕ ਜਾਂਦੀ ਨਹੀਂ ਲਾਈਨ ਸਾਡੀ। ਕਿਉਂ ਨਹੀਂ ਜਾਂਦੀ? ਇੱਥੋਂ ਗੜਬੜ ਕੀਤੀ ਹੋਈ ਹੈ, ਲੱਭ ਲੈਂਦੇ ਨੇ। ਗੁਰਬਾਣੀ ਦੇ ਵਿੱਚ ਜਿਹੜਾ ਨਕਸ਼ਾ ਦੱਸਿਆ ਹੋਇਆ ਠੀਕ ਹੈ ਜੀ, ਨਕਸ਼ਾ ਵਿਗਾੜਤਾ, ਲਫ਼ਜ਼ਾਂ ਨੂੰ ਵੈਲਿਊ ਗਲਤ ਦੇ ਦਿੱਤੀ। ਲਾਈਨ ਤਾਂ ਆਡੀਓ ਖਿੱਚੀ ਹੈ, ਲੰਬਾਈ ਘਟਾਤੀ, ਲੰਬਾਈ ਘਟਾ ਕੇ ਲਿਖਤੀ। ਜਾਂ ਨਾਪਾਂਗੇ ਲੰਬਾਈ ਉਨੀ, ਫਿਰ ਤਾਂ ਉਹ ਗਾਹਾਂ ਜਗ੍ਹਾ ਨੂੰ ਮਿਲਣੀ ਨਹੀਂ, ਗੱਲ ਲਾਈਨ ਸਿੱਧੀ ਆਉਣੀ ਨਹੀਂ। ਉਹ ਵੈਲਿਊ ਜਿਹੜੀ ਗਲਤ ਦਿੱਤੀ ਸੀ ਸ਼ਬਦਾਂ ਨੂੰ, ਉਹ ਵੈਲਿਊ ਠੀਕ ਕਰ ਲਓ, ਲਾਈਨ ਸਿੱਧੀ ਖਿੱਚੀ ਜਾਊਗੀ। ਇਹੀ ਗੜਬੜ ਹੋ ਸਕਦੀ ਸੀ, ਹੋਰ ਕੁਝ ਨਹੀਂ ਸੀ ਹੋ ਸਕਦਾ। ਅਰਥ ਕਰਨ ਵੇਲੇ ਅਨਰਥ ਕਰ ਦੇਣੇ ਸੀ, ਅਨਰਥ ਕਰਤਾ। ਲਾਈਨ ਨਹੀਂ ਕਢਾਈ ਵਧਾਈ, ਭਾਸ਼ਾ ਉਹੀ ਹੈ, ਉਹਦੀ ਲਫ਼ਜ਼ਾਂ ਦੇ ਅਰਥਾਂ ਦਾ ਫਰਕ ਪਾਤਾ, ਵੈਲਿਊ ਘਟਾ ਵਧਾਤੀ ਲਫ਼ਜ਼ ਦੀ। ਚਾਲਾਂ ਨੂੰ ਪੈਰ ਬਣਾਤਾ, ਚੱਲ ਗੱਲ ਖਤਮ ਹੋ ਗਈ। ਅੰਦਰਲੇ ਸੂਖਮ ਸਰੀਰ ਗਾਇਬ ਕਰਤਾ, ਸੂਖਮ ਸਰੀਰ ਗਾਇਬ ਕਰਤਾ। ਸੂਖਮ ਸਰੀਰ ਵਾਲੇ ਜਿਹੜੇ ਬਾਹਰਲੇ ਸਰੀਰ ਦੇ ਅੰਦਰਲੇ ਸਰੀਰ ਦੇ ਅਰਥਕ ਕਰਤੇ, ਉਹ ਗਾਇਬ ਕਰਤਾ। ਹੁਣ ਸੂਖ ਹੁੰਦੇ ਪਹੁੰਚੇ ਕਿਵੇਂ? ਜਾਂ ਲੱਭਿਆ, ਲੱਭ ਗਿਆ। ਪੈਰਾਂ ਬਾਝੋ ਚੱਲਣਾ, ਚਰਨ ਚਲੋ ਮਾਰੋ ਗੋਬਿੰਦੋ ਕਹਿੰਦੇ ਆਪੇ। ਇਹ ਕਦੇ ਗੜਬੜ ਕੀਤੀ ਇਹਨਾਂ ਨੇ? ਚਰਨ ਚਲੋ ਮਾਰੋ ਗੋਬਿੰਦ, ਪੈਰਾਂ ਬਾਝੋ ਚੱਲਣਾ, ਤਾਂ ਚਰਨਾਂ ਪੈਰ ਅੱਡੋ ਅੱਡ ਨੇ। ਇੱਥੇ ਗੜਬੜ ਕੀਤੀ ਹੈ ਪੰਡਤ ਨੇ, ਫੜਿਆ ਗਿਆ। ਹੁਣ ਕੀ ਕਹਿਣ, ਕੀ ਕਹਿਣ? ਚੀਜ਼ ਆ ਸੀ ਦੇਖਣ ਵਾਲੀ। ਵਿਆਕਰਣ ਤਾਂ ਲਾਗੂ ਹੀ ਨਹੀਂ ਹੈ ਗੁਰਬਾਣੀ ਤੇ, ਵੇਦ ਵਿਆਕਰਣ ਲਾਗੂ ਹੈ, ਨਾਲੇ ਕਵਿਤਾ ਦੇ ਵਿਆਕਰਣ ਲਾਗੂ ਨਹੀਂ ਹੁੰਦੀ। ਜਿਨ੍ਹਾਂ ਨੇ ਪ੍ਰਚਾਰ ਕੀਤਾ ਜ਼ੋਰ ਸ਼ੋਰ ਨਾਲ, ਉਹੀ ਤਾਂ ਮਿਸਰ ਤੇ, ਆਪੇ ਤਾਂ ਵਿਪਰ ਤੇ ਹੋ। ਸੁਣ ਸਾਹਿਬ ਹੋ ਗਏ ਵਿਪਰ, ਇਹੀ ਤੇ ਆਪੇ ਪ੍ਰਚਾਰਕ ਬਣ ਗਏ, ਆਪੇ ਵਿਪਰ ਸੀ, ਆਪੇ ਅਨਰਥ ਕੀਤੇ ਸੀ। ਇਹਨਾਂ ਦੇ ਬਜ਼ੁਰਗਾਂ ਨੇ ਅਨਰਥ ਕੀਤੇ ਤੇ ਆਪੇ ਗਾਹਾਂ ਹੋ ਗਏ, ਜਾਂ ਫੜੇ ਗਏ। ਹੁਣ ਬਗਲਾਂ ਝਾਕਦੇ, ਹੁਣ ਜਵਾਬ ਕੋਈ ਨਹੀਂ। ਹੁਣ ਉਹ ਬਣਾਉਂਦੇ ਨੇ ਬਹਾਨੇ, ਬਣਾਉਂਦੇ ਨੇ ਵੀ ਰਣਜੀਤ ਸਿੰਘ ਨੂੰ ਕਿਵੇਂ ਸਾਬਤ ਕਰੀਏ ਵੀ ਉਹ ਠੀਕ ਸੀ। ਠੀਕ ਆ ਇਹਨਾਂ ਦਾ ਹੀ, ਇਹ ਰਣਜੀਤ ਸਿੰਘ ਦਾ, ਰਣਜੀਤ ਸਿੰਘ ਇਹਨਾਂ ਦਾ। ਇਹ ਉਹਨੇ ਮੂਰਤੀਆਂ, ਇਹਨਾਂ ਨੇ ਕਿਹਾ ਉਹਨੇ ਮੂਰਤੀਆਂ ਰਖਾਤੀਆਂ ਪ੍ਰਕਰਮਾਂ 'ਚ। ਲਾਹੌਰ ਤੇ ਆਏ ਸੀ ਵੀ ਮੂਰਤੀਆਂ ਨਾ ਕੱਢੋ, ਰਖਾਈਆਂ ਜੋ ਉਹਨਾਂ ਨੇ ਸੀ, ਉਹ ਰਖਾਈਆਂ ਜੋ ਉਹਨਾਂ ਨੇ ਸੀਆਂ ਜਾਂ ਕੱਢ ਦਿੱਤੀਆਂ। ਉਹ ਲਾਹੌਰ ਤੋਂ ਆਏ ਤਾਂ ਲਾਹੌਰ ਉਹਦਾ ਰਾਜ ਸੀ। ਤੇ ਰਣਜੀਤ ਸਿੰਘ ਨੂੰ ਮਾੜਾ ਕਿਵੇਂ ਕਹਿਣ? ਹੁਣ ਲਾਹੌਰ ਤੇ ਪਰੇ ਵਾਲੇ ਜਿਨ੍ਹਾਂ ਦਾ ਲਾਹੌਰ ਸੈਂਟਰ ਸੀ, ਉਹਨਾਂ ਦੀ ਮਜਬੂਰੀ ਹੈ ਰਣਜੀਤ ਸਿੰਘ ਦੇ ਨਾਲ ਖੜੇ ਹੋਣਾ। ਜੇ ਰਣਜੀਤ ਸਿੰਘ ਨਾਲ ਖੜੇ ਨਹੀਂ ਹੁੰਦੇ, ਆ ਮਰ ਗਏ। ਰਣਜੀਤ ਸਿੰਘ ਦੇ ਨਾਲ ਹੀ ਉਹਨਾਂ ਦੀ ਮੌਤ ਹੈ। ਰਣਜੀਤ ਸਿੰਘ ਨੂੰ ਬੇਈਮਾਨੀ ਆ ਮਜਬੂਰ ਕਰਨ ਵਾਲੇ, ਬੇਈਮਾਨੀ ਵਾਸਤੇ ਇਹ ਲੋਕ ਨੇ ਵੀ ਸਾਥ ਤਾਂ ਦੇਵਾਂਗੇ ਜੇ ਆ ਸਾਡੀਆਂ ਗੱਲਾਂ ਮੰਨੇਗਾ। ਬਾਅਦ 'ਚ ਸ਼੍ਰੋਮਣੀ ਕਮੇਟੀ ਨੂੰ ਵੀ ਇਹੀ ਲੋੜ ਸੀ ਰਾਜ ਕਰਨ ਦੀ। ਜਿਹਨੇ ਰਾਜ ਕਰਨਾ ਉਹਦੀ ਆਪਣੀ ਮਜਬੂਰੀ ਹੁੰਦੀ ਹੈ, ਉਹ ਆਪਣੀ ਮਜਬੂਰੀ ਨੂੰ ਇਹਨਾਂ ਨੇ ਧਰਮ ਛੱਡਤਾ। ਸ਼੍ਰੋਮਣੀ ਕਮੇਟੀ ਨੇ, ਇਹਨਾਂ ਨੇ ਧਰਮ ਕਿਉਂ ਛੱਡਿਆ? ਜਿਹਨੇ ਇਲੈਕਸ਼ਨ ਲੜਨਾ ਧਰਮ ਛੱਡਣਾ ਹੀ ਪਊਗਾ, ਉਹ ਛੱਡਣਾ ਪਊਗਾ ਹੀ। ਇਹਦੇ ਦੋ ਰਾਵਾਂ ਹੈ ਹੀ ਨਹੀਂ। ਹੁਣ ਸਾਰੇ ਹੀ ਮੰਨਦੇ ਨੇ ਮੰਦਰ ਬਣਾਉਣ ਦਾ ਖਿਆਲ ਛੱਡਣਾ ਪਿਆ ਬੀਜੇਪੀ ਨੂੰ ਜੇ ਰਾਜ ਕਰਨਾ ਸੀ। ਅਗਲੇ ਜੁੜੇ ਹੀ ਤਾਂ ਨੇ ਵੀ ਮੰਦਰ ਬਣਾਉਣ ਵਾਲੀ ਗੱਲ ਛੱਡੋਗੇ ਤਾਂ ਜੁੜਦੇ ਨਹੀਂ, ਜੁੜਦੇ ਹੀ ਨਹੀਂ ਤੁਹਾਡੇ ਨਾਲ। ਉਹਨਾਂ ਨੇ ਕਿਹਾ ਠੀਕ ਹੈ ਜੁੜ ਜਾਓ। ਧਰਮ ਛੱਡਣਾ ਹੀ ਪਊ ਜੇ ਰਾਜ ਕਰਨਾ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਊ, ਫਿਰ ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ। ਹਾਂਜੀ। ਜਦ ਪ੍ਰਾਣ ਸਮੂਹ ਹਵੈ ਦੇ ਕਰਤੇ ਤਜਤ ਕਿਰਪਾਨਨ ਭਏ। ਜਿਹੜੇ ਮੂਹਰੇ ਹੋ ਕੇ ਪ੍ਰਾਣ ਦਿੰਦੇ ਨੇ
ਗੱਲ ਮੰਨਦੇ ਨੇ ਪ੍ਰਾਣ ਦੇਣਾ ਬੋਲ ਚੁੱਪ ਹੋ ਜਾਣਾ, ਚੁੱਪ ਹੋ ਜਾਣਾ ਹੀ ਪ੍ਰਾਣ ਦੇਣਾ। ਚੁੱਪ ਹੋਣਾ ਜਿਹੜਾ ਮਰਨਾ ਦੇ ਬਰਾਬਰ ਹੈ। ਜਾਂ ਮਨ ਚੁੱਪ ਹੋ ਗਿਆ ਮਰ ਗਿਆ, ਮੂੰਹ ਵੀ ਚੁੱਪ ਹੋ ਗਿਆ। ਵਿਰੋਧ ਕਰਨਾ ਜਿਨ੍ਹਾਂ ਨੇ ਛੱਡਤਾ ਉਹਨਾਂ ਨੇ ਆਪਣੀ ਕਿਰਪਾਨ ਛੱਡ ਦਿੱਤੀ। ਕਰਤੇ ਤਜਤ ਕਿਰਪਾਨਨ ਭਏ, ਤਜਤੀਆਂ ਵੀ ਵਿਰੋਧ ਕਰਨਾ ਛੱਡਤਾ ਉਹਨਾਂ ਦੀ ਬੁੱਧ ਨੇ, ਵਿਰੋਧ ਕਰਨਾ ਹੀ ਛੱਡਤਾ। ਲੜਾਈ ਬੰਦ ਕਰਤੀ। ਉਹ ਕਹਿੰਦੇ ਨਹੀਂ, ਸੱਚ ਨਾਲ ਲੜਾਈ ਨਹੀਂ ਲੜਨੀ ਸੀ। ਜਿੰਨਾ ਚਿਰ ਨਹੀਂ ਸੀ ਪਤਾ ਸੱਚ ਦਾ, ਸੱਚ ਦੇ ਖਿਲਾਫ ਲੜਨਾ ਮੁਸਲਮਾਨਾਂ ਨੇ ਛੱਡਤਾ, ਕਿਉਂਕਿ ਈਮਾਨ ਸੀ। ਭਾਵੇਂ ਹਿੰਦੂਆਂ ਨੇ ਤੁਰਕੂ ਕਰਨਾ ਕਿਹਾ ਸੀ, ਭਗਤਾਂ ਨੇ ਕਿਹਾ ਸੀ, ਉੱਥੇ ਵੀ ਸਿਆਸਤ ਸੀ। ਉਹਦੀ ਇੱਕ ਅੱਖ ਬਚਾ ਲਈ, ਉਹਦੀਆਂ ਦੋ ਪੰਥੀਆਂ। ਉੱਥੇ ਵੀ ਸੁਪੀਰੀਅਰ ਕਿਹਾ ਸੀ ਉਹਨੂੰ, ਮਾੜਾ ਤਾਂ ਕਿਹਾ ਨਹੀਂ। ਅੰਨਿਆਂ ਜਕਾਣਾ ਰਾਜਾ ਹੁੰਦਾ ਹੀ ਹੈ। ਉੱਥੇ ਵੀ ਰਾਜ ਦੇ ਹੱਕਦਾਰ ਉਹੀ ਬਣਾਏ ਸੀ। ਰਾਜ ਦੇ ਹੱਕਦਾਰ ਉਹ, ਰਾਜੇ ਨੂੰ ਰਾਜ ਚਾਹੀਦਾ ਸੀ, ਜੋ ਮਰਜ਼ੀ ਕਹੀ ਜਾਓ। ਰਾਜੇ ਨੂੰ ਰਾਜ ਦੇ ਦਿਓ, ਜੋ ਮਰਜ਼ੀ ਕਹੀ ਜਾਓ, ਉਹਨੂੰ ਕੋਈ ਰੌਲਾ ਨਹੀਂ ਰਹਿੰਦਾ। ਫਿਰ ਰਾਜ ਦਾ ਹੱਕਦਾਰ ਇਹੀ ਹੈ, ਫਿਰ ਜੋ ਮਰਜ਼ੀ ਕਹੀ ਜਾਓ ਉਹਨੂੰ। ਫਿਰ ਉਹਨੂੰ ਉਹ ਗਾਲਾਂ ਵੀ ਘਿਓ ਦੀਆਂ ਨਾਲਾਂ ਹੀ ਲੱਗਦੀਆਂ ਨੇ। ਤੇ ਜਦ ਫਿਰ ਕਿਹਾ ਗੁਰੂ ਨਾਨਕ ਨੇ, ਉਹਨੇ ਕਿਹਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ। ਉਹ ਆ ਇੱਥੇ ਮੋੜ ਤੇ ਆ ਕੇ ਕਿਹਾ, ਉਹ ਆ ਮੋੜ ਹੈ। ਉਹਨਾਂ ਦੇ ਵਰਸ਼ਨ ਸਟੈਂਡਰਡ ਦੇ ਸੀ, ਉਹਨਾਂ ਦੀ ਲੜਾਈ ਤਰੀਕੇ ਦੀ ਸੀ, ਈਮਾਨ ਦੀ ਲੜਾਈ ਸੀ, ਹੱਕ ਸੱਚ ਦੀ ਲੜਾਈ ਸੀ। ਉਹ ਹੱਕ ਸੱਚ ਤੇ ਆ ਕੇ ਖੜੇ ਹੋ ਕਹਿੰਦੇ ਵੀ ਤੁਹਾਡੇ ਵਾਲੀ ਗੱਲ ਠੀਕ ਹੈ, ਆਪਾਂ ਹੱਕ ਸੱਚ ਦੀ ਗੱਲ ਕਰੀਏ। ਜਾਂ ਹੱਕ ਸੱਚ ਦੀ ਗੱਲ ਕਰੀ, ਉਹ ਨਾਲ ਹੀ ਸਾਰੀ ਉਹ ਵਿੱਚ ਆ ਗਈ, ਉਹਨਾਂ ਵਾਲੀ ਸਾਰੀ ਉਹ ਮੰਨ ਲਈ। ਜਦ ਹੱਕ ਤੋਂ ਜਾਓਗੇ ਅਲੱਗ, ਕਿਸੇ ਦਾ ਹੱਕ ਖਾਓਗੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਫਿਰ ਤਾਂ ਮੁਸਲਮਾਨ ਨੂੰ ਕਹੇ ਜੇ ਹੱਕ ਇਸਲਾਮ ਹੈ, ਕਹਿੰਦੇ ਉਸ ਸੂਰ ਉਸ ਗਾਏ। ਇਹ ਤਾਂ ਇਸਲਾਮ ਦੀ ਉਹ ਪਰਸ਼ਨ ਹੈ। ਇਹ ਗੁਰਬਾਣੀ ਨੇ ਤਾਂ ਉਹਦੇ ਮੋਹਰੇ ਲਾਈ ਹੈ। ਕੀ ਮੁਸਲਮਾਨ ਨੂੰ ਚਾਹੋਗੇ ਵੀ ਹੱਕ ਕਿਸੇ ਦਾ ਖਾਵੇ? ਕਹਿੰਦੇ ਬਿਲਕੁਲ ਨਹੀਂ, ਹੱਕ ਖਾਣਾ ਤਾਂ ਸੂਰ ਖਾਣ ਦੇ ਬਰਾਬਰ ਹੈ। ਫਿਰ ਗੱਲ ਤਾਂ ਉਹਨਾਂ ਦੀ ਹੋਈ, ਇਸ ਕਰਕੇ ਮੰਨੇ ਨੇ ਉਹ। ਉਹਨਾਂ ਨੇ ਕਿਹਾ ਨਹੀਂ ਲੜਾਈ ਕਰਨੀ ਅਸੀਂ। ਵਿਚਾਰ ਧਾਰਕ ਲੜਾਈ ਮੁਸਲਮਾਨਾਂ ਨਾਲ ਸਾਡੀ ਨਹੀਂ ਸੀ। ਵਿਚਾਰ ਧਾਰਕ ਨਾ ਅੱਜ ਹੈ ਨਾ ਪਹਿਲਾਂ ਸੀ। ਵਿਚਾਰ ਧਾਰਕ ਲੜਾਈ ਇਹਨਾਂ ਨਾਲ ਹੀ ਹੈ। ਇਹਨਾਂ ਨਾਲ ਵੀ ਕੋਈ ਨਹੀਂ। ਇਹਨਾਂ ਨੇ ਛੱਡਤਾ ਧਰਮ, ਧਰਮ ਕੋਈ ਹੈ। ਇਹਨਾਂ ਨੇ ਛੱਡ ਕੇ ਸਾਰਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਸਾਰੇ ਹੀ ਧਰਮ ਛੱਡ ਕੇ ਕਰਪਟ ਹੋ ਜਾਓ, ਧਰਮ ਨੂੰ ਛੱਡ ਕੇ ਕਰਪਟ ਹੋ ਜਾਓ, ਧਾਰਮਿਕ ਤੌਰ ਤੇ ਕਰਪਟ ਹੋ ਜਾਓ। ਝੂਠ ਨੂੰ ਤੁਸੀਂ ਅਪਣਾ ਲਓ, ਸੱਚ ਨੂੰ ਤਿਆਗ ਦਿਓ। ਬੁਰਾਈ ਨੂੰ ਮੰਨ ਲਓ, ਸੱਚ ਨੂੰ ਛੱਡ ਦਿਓ। ਤੇ ਗੁਰੂ ਨੇ ਨਹੀਂ ਮੰਨਿਆ, ਬਸ ਗੱਲ ਇਹ। ਹਿੰਦੂ ਲਫ਼ਜ਼ ਦਾ ਵੀ ਮਤਲਬ ਇਹੀ ਹੈ, ਜਿਹਨੇ ਸੱਚ ਛੱਡਿਆ ਹੋਇਆ ਹੋਵੇ। ਸੱਚ ਦੇ ਤਿਆਗੀ ਨੂੰ ਹਿੰਦੂ ਕਹਿੰਦੇ ਨੇ। ਤਾਂ ਇਹ ਕਹਿੰਦੇ ਹਿੰਦੂ ਕੋਈ ਧਰਮ ਨਹੀਂ ਹੈ, ਹਿੰਦੂ ਤਾਂ ਉਹ ਹੈ, ਕਲਚਰ ਹੈ, ਸਭਿਅਤਾ ਹੈ ਹਿੰਦੂ। ਸੱਚ ਨੂੰ, ਸੱਚ ਦੇ ਖਿਲਾਫ ਚੱਲਣਾ ਹਿੰਦੂ ਹੈ। ਸਭਿਅਤਾ ਦੱਸੋ ਕੀ ਹੈ, ਉਹਨੂੰ ਡਿਫਾਈਨ ਕਰੋ ਕੀ ਹੈ ਸਭਿਅਤਾ ਹੈ। ਡਿਫਾਈਨ ਵੀ ਕਰੋ ਕੀ ਹੈ। ਉਹ ਗੋਲ ਮੋਲ ਗੱਲ ਕਰਦੇ ਨੇ ਅਜੇ ਵੀ, ਗੋਲ ਮੋਲ। ਡਿਫਾਈਨ ਕਰੋ ਪੂਰਾ। ਸੱਚ ਤੇ ਸੱਚ ਨੂੰ ਤਿਆਗ ਦੇਣਾ, ਪੱਥਰ ਪੂਜਾ ਕਰਨੀ, ਲੋਕਾਂ ਨੂੰ ਗੁੰਮਰਾਹ ਕਰਨਾ, ਇਹ ਹਿੰਦੂ ਹੈ। ਹੋਰ ਕੀ ਹੈ? ਬੇਤੋੜ ਚੱਲਣਾ ਹਿੰਦੂ ਹੈ। ਹਾਂਜੀ। ਚਲਤ ਭਈ ਸਰਤਾ ਸਰੋਣਤ ਤਹਿ, ਉੱਥੇ ਖੂਨ ਦੀ ਨਦੀ ਚੱਲ ਪਈ। ਖੂਨ ਦੀ ਨਦੀ ਕੀ ਲੋਭ ਵਗ ਗਿਆ। ਜਦੋਂ ਕਹਿਤਾ ਵੀ ਹੱਕ ਸੱਚ ਦੀ ਲੜਾਈ, ਹੱਕ ਤੇ ਖੜ ਗਏ ਤੇ ਖੂਨ ਦੀ ਤਾਂ ਨਦੀ ਵਗਣੀ ਹੋ ਸੀ। ਕਹਿੰਦੇ ਵੀ ਛੱਡੋ, ਛੱਡੋ ਲੋਭ। ਮਕਾਨਾ ਅਕਾਲਾਂ ਜੇ ਛੱਡ ਦਈਏ ਤਾਂ ਨਦੀ ਵਗ ਗਈ ਖੂਨ ਦੀ। ਫਿਰ ਕੀ ਹੈ? ਤਿਸਕਾ ਕੁੱਠਾ ਹੋਵੇ ਸੇਖ, ਲੋਹੂ ਲੱਭ ਨਕਥਾ, ਲੋਹੂ ਲੱਭ ਨਕਥਾ ਦੇਖ। ਦੇਖ ਫਿਰ ਲੋਹੂ ਨਿਕਲਦਾ ਵਿੱਚੋਂ।
ਹੋਏ ਹਲਾਲ, ਇਹ ਹਲਾਲ ਹੈ। ਲੱਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਅੰਦਰ ਦਰ ਖੁੱਲੂਗਾ, 10ਵਾਂ ਦੀਦਾਰ ਹੋ ਜਾਊਗਾ ਅੰਦਰੇ, ਉੱਥੇ ਹੀ ਸਮਾ ਜਾਏਗਾ। ਮੁਸਲਮਾਨ ਨੂੰ ਉਪਦੇਸ਼ ਦਿੱਤਾ, ਉਹ ਕਹਿੰਦੇ ਬਿਲਕੁਲ ਠੀਕ ਹੈ। ਉਹਨਾਂ ਕਿਹਾ ਨਹੀਂ ਲੜਨਾ ਅਸੀਂ, ਜਿੱਥੇ ਤੱਕ ਕੁਰਾਨ ਨੇ ਸਾਨੂੰ ਗੱਲ ਦੱਸੀ ਉਹ ਤੋਂ ਗਾਂ ਦੀ ਗੱਲ ਹੈ। ਜਿਹੜੀ ਅਸੀਂ ਗੈਬੀ ਸ਼ਕਤੀ ਕਹਿੰਦੇ, ਗੈਬੀ ਦੇ ਦਰਸ਼ਨ ਕਰਾਤੇ। ਜਿੱਥੇ ਤੱਕ ਅਸੀਂ ਗੈਬੀ ਸ਼ਕਤੀ ਕਹਿੰਦੇ ਉਹਦੇ ਦਰਸ਼ਨ ਵੀ ਕਰਵਾ ਰਿਹਾ ਨਾਨਕ। ਤਾਂ ਨਾਨਕ ਨੂੰ ਪੀਰ ਮੰਨਿਆ, ਐਵੇਂ ਨਹੀਂ ਮੰਨਿਆ ਹੋਇਆ। ਉਹਨਾਂ ਕਿਹਾ ਨਾਨਕ ਪੀਰ ਹੈ। ਹਿੰਦੂ ਕਹਿੰਦੇ ਸਾਡਾ, ਕਹਿੰਦੇ ਤੁਹਾਡਾ ਨਹੀਂ ਹੈ, ਤੁਸੀਂ ਵਿਰੋਧੀ ਹੋ ਇਹਦੇ। ਠੀਕ ਕਹਿੰਦੇ ਸੀ ਉਹ, ਤੁਸੀਂ ਸੱਚ ਦੇ ਵਿਰੋਧ 'ਚ ਖੜੇ ਹੋ, ਤੁਹਾਡਾ ਨਹੀਂ ਹੈ, ਸਾਡਾ ਸੀ ਉਹਨਾਂ ਦਾ। ਹਿੰਦੂਆਂ ਦਾ ਕੀ ਸੀ? ਹਿੰਦੂਆਂ ਨੇ ਤਾਂ ਸਰੀਰ ਲੈ ਲਿਆ। ਫਿਰ ਕਹਿੰਦੇ ਸਰੀਰ ਤੁਹਾਡਾ, ਆਤਮਾ ਸਾਡੀ। ਆਤਮਾ ਨਾਨਕ ਦੀ ਮੁਸਲਮਾਨਾਂ ਨਾਲ ਮੇਲ ਖਾਂਦੀ ਹੈ, ਸਰੀਰ ਨੂੰ ਜਿਹੜਾ ਮਰਜ਼ੀ ਲੈ ਜਾਵੇ। ਸਰੀਰ ਤਾਂ ਮਾਇਆ, ਮਾਇਆ ਤੁਸੀਂ ਲੈ ਜਾਓ। ਸ੍ਰੀ ਚੰਦ ਮਾਇਆ ਲੈ ਗਿਆ, ਡੇਰੇ ਲੈ ਗਿਆ ਸਿੱਧਾ ਨੇ। ਤੇ ਲੈਣਾ ਕੀ ਲੈ ਕੇ ਆਇਆ? ਲੈਣਾ ਲੈ ਕੇ ਆਇਆ ਆਤਮਾ। ਲੈਣਾ ਸੱਚ ਹੈ, ਉਹ ਲਾਇਆ। ਝੂਠ ਉੱਤੇ ਤੇ ਆਇਆ, ਝੂਠ ਛੱਡਿਆ ਆ। ਸਰੀਰ ਬਾਹਲਾ ਝੂਠ ਸੀ, ਛੱਡਿਆ ਆ। ਆਤਮਾ ਸੱਚ ਸੀ, ਉਹ ਲੈ ਆਇਆ। ਤੇ ਜਿਹੜਾ ਆਤਮਾ ਲਾਇਆ ਉਹ ਨਾਨਕੇ ਬਣ ਗਿਆ। ਉਹ ਨਾਨਕ ਆ, ਉਹ ਸ੍ਰੀ ਚੰਦ ਹੈ। ਦੱਸੋ, ਉਹ ਸ੍ਰੀ ਚੰਦ, ਉਹ ਨਾਨਕ ਹੈ। ਇੱਥੇ ਹੀ ਹੈ ਨੁਕਤਾ। ਅਸਲੀ ਨਾਨਕ ਕੌਣ ਹੈ? ਅਸਲੀ ਸੱਚ ਕਿਹਦੇ ਕੋਲ ਹੈ? ਉਹ ਤਾਂ ਨਾਨਕ ਆਪ ਹੈ, ਜਿਹਦੇ ਕੋਲ ਸੱਚ ਹੈ। ਉਹਦੇ ਕੋਲ ਨਾਨਕ, ਉਹਦੀ ਆਤਮਾ ਨਾਨਕ ਦੇ ਕੋਲ, ਨਾਨਕ ਦੀ ਆਤਮਾ ਉਹਦੇ ਨਾਲ ਹੈ। ਉਹਨਾਂ ਕੋਲ ਕੀ ਹੈ? ਉਹਨਾਂ ਕੋਲ ਸਰੀਰ ਹੈ, ਉਹਨਾਂ ਕੋਲ ਮਾਇਆ ਹੈ। ਹਾਂਜੀ। ਜੁੱਧ ਭਇਓ ਕਾਲੀ ਅਸੁਰਨ ਜਹੈ। ਜੁੱਧ ਪਇਓ ਕਾਲੀ, ਕਾਲੀ ਅਸੁਰਨ ਜਹੈ। ਆਹੀ ਅਸੁਰਾਂ ਦਾ ਜੁੱਧ। ਅਸੁਰ ਕਾਹਤੇ ਨੇ? ਦੇਖੋ, ਇਹ ਨਹੀਂ ਹੈ ਵੀ ਸੱਚ ਨਾਲ ਸੁਰ ਨਹੀਂ ਮਿਲਦੀ ਇਹਨਾਂ ਦੀ, ਇਹਨਾਂ ਦੀ ਆਪਸ ਵਿੱਚ ਵੀ ਸੁਰ ਨਹੀਂ ਮਿਲਦੀ। ਇਹ ਨਹੀਂ ਹੈ ਵੀ ਸੱਚ ਨਾਲ ਸੁਰ ਨਹੀਂ ਮਿਲਦੀ, ਆਪਸ ਵਿੱਚ ਵੀ ਸੁਰ ਨਹੀਂ ਮਿਲਦੀ। ਅਕਾਲੀਆਂ ਦੀ, ਲੀਡਰਾਂ ਦੀ ਆਪਸ ਵਿੱਚ ਮਿਲਦੀ ਹੈ ਸੁਰ? ਮਿਲਾ ਕੇ ਦਿਖਾਉਣ। ਆਪਸ ਵਿੱਚ ਵੀ ਨਹੀਂ ਸੁਰ ਮਿਲਦੀ। ਹਾਂ, ਇਹ ਤਾਂ ਮਜਬੂਰੀ ਦੀਆਂ ਸੁਰਾਂ ਮਿਲਾਉਂਦੇ ਨੇ ਉੱਤੋਂ ਉੱਤੋਂ। ਇੱਕ ਆਦਾ ਜੇ ਹੋਰ ਸਿਆਸਤਦਾਨ ਨੇ ਹੋ ਜੇ ਨੇ, ਇਹ ਸਭ ਦਿਖਾਵਾ ਉੱਤੋਂ ਉੱਤੋਂ। ਉਹ ਭਰਮ ਦੂਰ ਹੋ ਗਿਆ ਲੋਕਾਂ ਨੂੰ। ਜਿਹੜਾ ਧਰਮ ਦੇ ਨਾਂ ਤੇ ਵੋਟਾਂ ਵਾਲਾ ਭਰਮ ਸਭ ਨੂੰ ਦੂਰ ਹੋ ਗਿਆ। ਆਪ ਨਹੀਂ ਹੁਣੇ ਲੈਂਦੇ, ਪਤਾ ਲੱਗ ਗਿਆ ਇਹਨਾਂ ਨੂੰ ਵੀ ਹੁਣ ਸ਼ਰਮ ਆਉਂਦੀ ਹੈ ਮੰਗਦਿਆਂ ਨੂੰ। ਸਭ ਲੋਕਾਂ ਨੂੰ ਪਤਾ ਹੈ ਹੁਣ ਵਿਕਾਸ ਤੇ ਵੋਟ ਮੰਗਦੇ ਨੇ। ਚੰਗੀ ਗੱਲ ਹੈ, ਵਿਕਾਸ ਤੇ ਵੋਟ ਮੰਗਣੀ ਚਾਹੀਦੀ ਹੈ। ਰਾਜ ਦਾ ਕੰਮ ਹੈ ਵਿਕਾਸ ਕਰਨਾ। ਬਾਹਰਲਾ ਕੰਮ ਕਰੋ, ਵੋਟ ਮੰਗੋ। ਕਿਉਂ ਝੂਠ ਬੋਲਦੇ ਹੋ? ਕੀ ਲੋੜ ਹੈ? ਜਿਵੇਂ ਹੋਰ ਪਾਰਟੀ ਆ ਤੁਸੀਂ ਕਰੋ। ਹਾਂ, ਗੋਲ ਕੇ ਛੱਡ ਦਿਓ ਫਿਰ ਗੁਰੂ ਦੀ ਗੋਲਕ। ਆਪਣਾ ਗੁਰੂ ਦਾ ਕੰਮ ਕਰੇ, ਕੋਈ ਹੋਰ ਬੰਦੇ ਆਉਣ ਉੱਥੇ ਗੋਲਕ ਤੇ। ਗੋਲਕ ਦੀ ਪੌੜੀ ਨਹੀਂ ਬਣਾਉਣੀ ਚਾਹੀਦੀ, ਇਹ ਵੀ ਛੱਡ ਦਿਓ। ਇਹ ਕੰਮ ਹੋਰ ਹੁੰਦਾ ਰਹੇ, ਪਰਉਪਕਾਰ ਦਾ ਹੁੰਦਾ ਰਹੇ। ਤੁਸੀਂ ਆਪਣਾ ਸਰਕਾਰ ਦਾ ਕਰਦੇ ਰਹੋ। ਹਾਂਜੀ। ਸੀਸ ਕੇਸ ਜਹ ਭਏ ਸਵਾਰਾ, ਸਰੂਣ ਪ੍ਰਵਾਹ ਬਹਿਦ ਹਾਹਾਰਾ। ਸੀਸ ਕੇਸ ਜਹ ਭਏ ਸਵਾਰਾ, ਜਹ ਭਏ ਸਵਾਰਾ। ਕੋਈ ਸਿਰ ਦੇ ਕੇਸ ਸਵਾਰਦਾ, ਕੇਸ ਸੰਭਾਲਣ ਲੱਗੇ ਕਈ। ਸਰੂਣ ਪ੍ਰਵਾਹ ਬਹਿਤ ਹਾਹਾਰਾ। ਹਾਹਾਕਾਰ ਹੋ ਗਈ। ਸਰੋਣ ਦਾ ਪ੍ਰਵਾਹ ਚੱਲਣ ਲੱਗਾ, ਪਸੀਨਾ ਆ ਗਿਆ ਕੇਸਾਂ 'ਚ ਵੀ ਜਟਾਣਿਆਂ ਨੂੰ। ਕਈ ਦੂਏ ਵੀ ਕੇਸ ਰੱਖਦੇ ਸੀ, ਸਾਰੇ ਕੇਸ ਰੱਖਦੇ ਸੀ, ਬ੍ਰਾਹਮਣ ਵੀ ਰੱਖਦੇ ਸੀ ਕੇਸ। ਉਸ ਬਹੁਤ ਚਿਰ ਦੀ ਗੱਲ ਹੈ, ਕਿਹੜਾ ਅੱਜ ਦੀ ਗੱਲ ਹੈ। ਉਹ ਤਾਂ ਅੰਗਰੇਜ਼ਾਂ ਦੇ ਬਾਅਦ ਕਟਾਉਣ ਦਾ ਰਿਵਾਜ ਹੋਇਆ ਕੇਸ ਤਾਂ। ਹਾਂਜੀ। ਬਾਜ ਬ੍ਰਿਛ ਜੈ ਬਹੇ ਅਨੇਕਾ। ਬਾਜ ਬ੍ਰਿਛ ਜੈ ਬਹੇ ਅਨੇਕਾ। ਜੈ ਬਹੇ ਅਨੇਕਾ। ਜਿਹੜੇ ਘੋੜੇ ਨੇ, ਬਾਜ ਨੇ, ਘੋੜੇ ਨੇ, ਅਨੇਕਾਂ ਘੋੜੇ ਜਿਹੜੇ ਨੇ
ਬਹਿ ਬਾਜ ਉਹਨਾਂ ਜ਼ਖਮੀ ਹੋਏ ਨੇ, ਅਨੇਕਾਂ ਹੀ ਜ਼ਖਮੀ ਹੋਏ ਫਿਰਦੇ ਨੇ ਜਿਹੜੇ ਵਿਦਵਾਨ ਨੇ। ਵਿਦਵਾਨ ਕੋਈ ਜ਼ਖਮ ਤੋਂ ਬਿਨਾਂ ਨਹੀਂ ਛੱਡਿਆ। ਜਿਹੜਾ ਬੋਲਿਆ ਨਾ, ਜਿਹੜਾ ਬੋਲਿਆ ਤੇ ਜ਼ਖਮ ਖਾ ਕੇ ਹੀ ਗਿਆ, ਫਿਰ ਖੂਨ ਫੇ ਵਗਦਾ ਹੀ ਗਿਆ ਉਹਦਾ, ਖੂਨ ਵਗਦਾ ਹੀ ਗਿਆ ਉਹਦਾ। ਫਿਰ ਜਦੋਂ ਹੁਣ ਕਾਇਲ ਹੋ ਜੂ, ਖੂਨ ਤਾਂ ਵਗਦਾ ਜਾਣਾ ਹੀ ਹੈ ਅਨੇਕਾਂ ਪ੍ਰਕਾਰ ਦੇ। ਬਿਨ ਬ੍ਰਿਣ ਵੀਰ ਰਹਾ ਨਹਿ ਇੱਕ, ਕੋਈ ਵੀਰ ਜ਼ਖਮ ਤੇ ਬਿਨਾਂ ਨਹੀਂ ਰਿਹਾ, ਜ਼ਖਮ ਹੀ ਹੋਏ ਤੇ ਬਿਨਾਂ ਨਹੀਂ ਛੱਡਿਆ ਕੋਈ। ਵੀਰ ਉਹ ਆ ਜਿਹੜਾ ਆ ਕੇ ਮੂਹਰੇ ਲੜਿਆ, ਜਿਹੜਾ ਲੜਿਆ ਉਹ ਜ਼ਖਮ ਤੇ ਬਿਨਾਂ ਨਹੀਂ ਗਿਆ ਕੋਈ, ਉਹਦਾ ਲਹੂ ਫਿਰ ਡੁੱਲਦਾ ਹੀ ਗਿਆ। ਸਰੋਨ ਭਰੇ ਪਟ ਅਦਕ ਸੁਹਾਏ, ਚਾਚਰੀ ਖੇਲ ਮਨੋਂ ਘਰ ਆਏ। ਐ ਖੂਨ ਨਾਲ ਲੱਥਪੱਥ ਹੋਏ ਰੰਗੇ ਫਿਰਦੇ ਨੇ ਜਿਵੇਂ ਹੋਲੀ ਖੇਲ ਕੇ ਆਏ ਹੁੰਦੇ ਨੇ ਸਾਰੇ ਹੀ। ਚਾਚਰੀ ਖੇਲ ਮਨੋਂ ਘਰ ਆਏ, ਹਾਂ ਹੋਲੀ ਕਹਿੰਦੇ ਨੇ ਚਾਚਰੀ ਨੂੰ, ਜਿਵੇਂ ਹੋਲੀ ਖੇਲ ਕੇ ਆਏ ਨੇ ਰੰਗ ਦਿੱਤੇ ਸਾਰੇ ਖੂਨ ਨਾਲ। ਸੂਰਨ ਕੇ ਚਹਿ ਮੂੰਡ ਪਖਾਨਾ, ਹੋਬਤ ਰੰਗ ਭੂਮ ਮਹਿਨਾਨਾ। ਸੂਰਿਆਂ ਦੇ ਸਿਰ ਐ ਪਏ ਨੇ ਥੱਲੇ ਧਰਤੀ ਤੇ ਜਿਵੇਂ ਪੱਥਰ ਪਏ ਹੁੰਦੇ ਨੇ, ਛੋਟੇ ਛੋਟੇ ਪੱਥਰ ਨਹੀਂ ਪਏ ਹੁੰਦੇ ਪਹਾੜਾਂ ਦੇ ਨੇੜੇ ਜੜ੍ਹਾਂ 'ਚ, ਜੋ ਪੱਥਰ ਪਏ ਨੇ ਕਹਿੰਦੇ ਐ ਪਏ ਨੇ। ਜਿਹੜੇ ਬੈਠੇ ਨੇ ਸਿਰ ਫੜੀ, ਜਿਹੜੇ ਬਹਿ ਗਏ ਨਾ ਸਿਰ ਫੜ ਕੇ ਹਾਰ ਮੰਨ ਕੇ, ਉਹ ਐ ਪਏ ਨੇ ਜਿਵੇਂ ਪੱਥਰ ਪਏ ਹੁੰਦੇ ਨੇ, ਹਿੱਲਦੇ ਹੀ ਨਹੀਂ। ਸੋਭਿਤ ਰੰਗ ਭੂਮ ਮਹਿਨਾਨਾ। ਉਹ ਪਛਤਾਉਂਦੇ ਨੇ ਵੀ ਅਸੀਂ ਬੇਇੱਜ਼ਤੀ ਕਰਾ ਲਈ ਆ ਕੇ। ਅਸਲ 'ਚ ਇਮਾਨਦਾਰ ਆਦਮੀ ਨੂੰ ਇੰਨਾ ਝਟਕਾ ਲੱਗਦਾ, ਅਸੀਂ ਇਹਨਾਂ ਨਾਲ ਕਿੱਥੇ ਮੂਰਖਾਂ ਨਾਲ ਦੂਜਿਆਂ ਨਾਲ, ਦੂਜੇ ਸਾਨੂੰ ਵੀ ਛੱਡ ਗਏ। ਜਦ ਉਹਨਾਂ ਨੇ ਕਿਹਾ ਵੀ ਇਹ ਸੱਚ ਮੰਨ ਲਈਏ, ਦੂਜੇ ਨਹੀਂ ਮੰਨਦੇ। ਫਿਰ ਜਿਹੜੇ ਧੜੇ 'ਚ ਆਏ ਨੇ ਉਹ ਧੜਾ ਹੀ ਨਹੀਂ ਨਾਲ। ਉਹਨਾਂ ਨੂੰ ਇਹ ਵੀ ਅਸੀਂ ਤਾਂ ਇਹਨਾਂ ਨਾਲ ਰਲ ਕੇ ਬੇਇੱਜ਼ਤੀ ਕਰਾ ਲਈ, ਸਗੋਂ ਇਹ ਤਾਂ ਆਦਮੀਆਂ ਬੇਈਮਾਨ ਨੇ ਸਾਰੇ। ਅੱਜ ਸਾਡੇ ਨਾਲ ਹੀ ਅੱਡ ਹੋ ਗਏ। ਬਹੇ ਜਾਤ ਜੈ ਬਿਰਛ ਤੁਰੰਗਾ, ਬੜੇ ਸੈਲ ਸੇ ਲਸਤ ਮਤੰਗਾ। ਜਿਵੇਂ ਘੋੜੇ ਬੜੇ ਬੜੇ ਬਿਰਛ ਜਿਵੇਂ ਡਿੱਗੇ ਹੁੰਦੇ ਨੇ, ਐ ਡਿੱਗੇ ਪਏ ਨੇ। ਜਿਹੜੇ ਵਿਦਵਾਨ ਨੇ ਐ ਡਿੱਗੇ ਹੋਏ ਨੇ ਜਿਵੇਂ ਪੇੜ ਉਖੜ ਜਾਂਦਾ ਨਾ। ਵੱਡੇ ਸੈਲ ਸੇ ਲਸਤ ਮਤੰਗਾ, ਜਿਵੇਂ ਵੱਡੇ ਪੱਥਰ ਹੁੰਦੇ ਨੇ, ਸੈਲ ਪੱਥਰ ਨੂੰ ਕਹਿੰਦੇ ਨੇ ਨਾ। ਵੱਡੇ ਸੈਲ ਸੇ ਲਸਤ ਮਤੰਗਾ। ਹਾਂ, ਉਹ ਮਤੰਗ ਜਿਹੜੇ ਬਹੁਤ ਹੰਕਾਰੀ ਸੀ ਨਾ ਲੋਕ, ਜਿਹੜੇ ਵਿਦਵਾਨ ਹੰਕਾਰੀ ਸੀ, ਉਹ ਟੇਢੇ ਹੋਏ ਪਏ ਨੇ। ਜੇ ਪੱਥਰ ਜਾਂ ਪੱਟ ਕੇ ਟੇਢਾ ਜਿਹਾ ਕਰ ਦਈਦਾ ਨਾ, ਐ ਟੇਢੇ ਜਿਹੇ ਪਏ ਨੇ ਹੋਏ। ਉਹ ਵੀ ਆ ਕੇ ਕਿਤੇ ਟੇਢੇ ਹੋ ਕੇ ਬਹਿ ਗਏ, ਟਿੱਕੇ ਟਿਕ ਗਏ। ਉਹ ਦੂਏ ਦੂਰ ਭੱਜ ਗਏ, ਜਿਹੜੇ ਨਾ ਮੰਨਣ ਵਾਲੇ ਨੇ ਉਹ ਦੂਰ ਭੱਜ ਗਏ, ਦੂਰ ਹਟ ਗਏ। ਮਛਰੀ ਤਣਪ ਅੰਗੁਰੀਐ ਸੋਹੈ। ਜਿਵੇਂ ਮਛਲੀ ਹੁੰਦੀ ਆ ਨਾ ਛੋਟੀ ਛੋਟੀ, ਐ ਉਂਗਲੀਆਂ ਨੇ ਕਈਆਂ ਦੀਆਂ, ਜਿਹੜੇ ਬੈਠੇ ਨੇ, ਜਿਹੜੇ ਦੀਂਦੇ ਨੇ। ਉਂਗਲੀਆਂ ਮੱਛੀ ਹੁੰਦੀਆਂ ਨਾ ਛੋਟੀ ਛੋਟੀ ਮੱਛੀ, ਲੰਬੀ ਲੰਬੀਆਂ ਮੱਛੀਆਂ ਹੁੰਦੀਆਂ ਨੇ ਪਤਲੀਆਂ, ਉਹਨਾਂ ਦੀਆਂ ਉਂਗਲੀਆਂ ਇਹੋ ਜਿਹੀਆਂ ਨੇ। ਹਾਂ, ਭੁਜਾ ਭੁਜੰਗਣ ਸੀ ਮਨ ਮੋਹੈ। ਐ ਬਾਹਾਂ ਸੱਪਾਂ ਵਰਗੀਆਂ ਬਾਹਾਂ ਨੇ ਜਿਹੜੇ ਵਿਦਵਾਨ ਨੇ, ਜਿਹੜੇ ਪਏ ਨੇ ਬੈਠੇ ਨੇ। कहूँ ग्रहा से खड़ग चमकै, कहूँ ग्रहा से खड़ग चमकै। ਕਿਤੇ ਖੜਗਾਂ ਪਈਆਂ ਨੇ ਵਿਖਰੀਆਂ ਹੋਈਆਂ ਉਹਨਾਂ ਦੀਆਂ। ਭੱਕ ਭੱਕ ਕਰ ਜਿਹੜੇ ਲਿਆਏ ਤੇ ਸਮਾਨ ਖੜਕੀ ਦੀ, ਜਿਹੜੇ ਲਿਆਏ ਤੇ ਵਜਾਉਣ ਵਾਲੇ ਸਾਜ਼ ਉਹ ਪਏ ਨੇ, ਉਹੀ ਖੜਗਾਂ ਦੀਆਂ, ਉਹਨਾਂ ਦੀਆਂ ਕੀਸੀਆਂ ਜਾਂ ਕਿਤਾਬਾਂ ਸੀਆਂ। ਜਿਹੜੇ ਲਿਆਏ ਤੇ ਸਾਜ਼ ਕੋਲ ਉਹ ਪਈਆਂ ਨੇ, ਜੋ ਸਮਾਨ ਲਿਆਏ ਤੇ। ਭੱਕ ਭੱਕ ਕਰ कहूँ ਘਾਏ ਭਵਕੈ। ਕਿਤੇ ਭੱਕ ਭੱਕ ਕਰਕੇ ਖੂਨ ਨਿਕਲਦਾ। ਭੁਜੰਗ ਛੰਦ ਉਹਨਾਂ ਦੇ ਅੰਦਰ ਜਾਣੀ ਉਹ ਜਿਹੜੇ ਉੱਭੇ ਸਾਹ ਲੈਂਦੇ ਨੇ ਨਾ ਕਦੇ ਕਦੇ ਅੰਦਰੋਂ, ਉਹ ਅੰਦਰੋਂ ਉਹਨਾਂ ਦੇ ਜਿਹੜਾ ਨਿਕਲਦਾ ਯਾਨੀ ਉਹ ਇੱਕ ਕਿਸਮ ਦਾ ਪਛਤਾਤਾਪ ਕਰਦੇ ਨੇ। ਪਛਤਾਉਂਦੇ ਨੇ। ਬੇਇੱਜ਼ਤੀ ਹੋ ਗਈ ਜ਼ਿਆਦਾ, ਸੱਚ ਤੋਂ ਖਿਲਾਫ ਖੜੇ ਸਾਬਤ ਹੋ ਗਏ,
ਆਦਮੀ ਇਮਾਨਦਾਰ ਸੀ। ਅੱਜ ਇਹ ਸਾਬਤ ਹੋ ਗਿਆ ਵੀ ਤੁਸੀਂ ਵੀ ਇਮਾਨਦਾਰ ਨਹੀਂ ਹੈਗੇ। ਸਾਰੀ ਜ਼ਿੰਦਗੀ ਜਿਹਨੇ ਇਮਾਨ ਦੇ ਖਾਤਰ ਲਾਈ ਹੋਵੇ, ਸਾਬਤ ਹੋ ਜਾਵੇ ਤੂੰ ਬੇਈਮਾਨ ਹੈ, ਤੂੰ ਵੀ ਬੇਈਮਾਨ ਹੈ ਜੇ, ਬਹੁਤ ਔਖਾ ਹੈ ਉਹਦੇ ਵਾਸਤੇ। ਉਹਦੇ ਜ਼ਖਮ ਜਿਹੜਾ ਲੱਗਿਆ ਉਹ ਚੋਂ ਅੱਗ ਨਿਕਲਦੀ ਹੈ ਉਹਨੂੰ ਅੰਦਰੋਂ ਪੂਰਾ। ਮਨ ਨੂੰ ਲੱਗਿਆ ਜ਼ਖਮ, ਤਾਂ ਸਰੀਰ ਨੂੰ ਤਾਂ ਲੱਗਿਆ ਹੀ ਨਹੀਂ ਵਾਹਲੇ ਨੂੰ। ਵੀ ਮੈਂ ਤਾਂ ਸਾਬਤ ਹੋ ਗਿਆ ਬੇਈਮਾਨ ਆ ਜੂ। ਮੈਨੂੰ ਤਾਂ ਬਹੁਤ ਬੜਾ ਭੁਲੇਖਾ ਸੀ, ਮੇਰੇ ਵਰਗਾ ਕੋਈ ਬੰਦਾ ਹੀ ਨਹੀਂ ਹੈ ਸੰਸਾਰ 'ਚ। ਆਪਣੇ ਅੰਦਰ ਝਾਕਦੇ ਨੇ ਹੁਣ। ਆਦਮੀ ਮਾੜੇ ਨਹੀਂ ਸੀ, ਪਰ ਭਰਮ ਦੂਰ ਹੋ ਗਿਆ ਉਹਨਾਂ ਦਾ। ਹਾਂਜੀ, ਕੋਈ ਅੰਗ ਛੰਦ ਜਹਾਂ ਵੀਰ ਬੈਰੀ ਬੜੇ ਘੇਰ ਮਾਰੇ, ਤਹਾਂ ਭੂਤੋ ਪ੍ਰੇਤ ਨਾਚੇ ਮਤਿਆਰੇ। ਜਿੱਥੇ ਬੜੇ ਬੜੇ ਬੈਰੀ ਡਿੱਗੇ ਪਏ ਨੇ, ਜਿਹੜੇ ਵਿਰੋਧ ਕਰਦੇ ਸੀ ਸੱਚ ਦਾ, ਉੱਥੇ ਭੂਤ ਪ੍ਰੇਤ ਨੱਚਦੇ ਨੇ। ਭੂਤ ਪ੍ਰੇਤ ਇਹਨਾਂ ਨਾਲ ਵੀ ਜਿਹੜੇ ਨੇ, ਇਹ ਸੱਚ ਵਾਲੇ ਪਾਸੇ ਵੀ ਭੂਤ ਪ੍ਰੇਤ ਹੁੰਦੇ ਨੇ। ਖੁਸ਼ੀ ਮਨਾਉਂਦੇ ਨੇ ਪਰ ਸੱਚ ਨੂੰ ਮੰਨਣ ਵਾਲੇ ਹੈ ਨਹੀਂ। ਸਿੱਖਾਂ 'ਚ ਕਿਤੇ ਭੂਤ ਪ੍ਰੇਤ ਨਹੀਂ। ਆ ਜਿਹੜੇ ਨੱਚਦੇ ਹੁੰਦੇ ਨੇ ਜ਼ਿਆਦਾ ਨਗਰ ਕੀਰਤਨਾਂ 'ਚ ਭੂਤ ਪ੍ਰੇਤ ਨੇ, ਔਰ ਕੀ ਹੁੰਦੇ ਨੇ? ਸੱਚ ਨੂੰ ਕਿਤੇ ਮੰਨਦੇ ਨੇ, ਸੱਚ ਨੂੰ ਨਹੀਂ ਮੰਨਦੇ ਹਨ। ਇਹ ਜੁੜੇ ਹੋਏ ਮਾਇਆ ਨਾਲੇ ਨੇ, ਮਾਇਆਧਾਰੀ ਨੇ ਸਾਰੇ। ਸੱਚ ਦੇ ਧੜੇ ਖੜੇ ਨੇ, ਖੜੇ ਰਹਿਣ। ਉਹ ਜਿਹੇ ਜੇ ਉਹ ਨੇ, ਉਹ ਜਿਹੇ ਨੇ, ਫਰਕ ਕੋਈ ਵੀ ਨਹੀਂ। ਜੇ ਹਿੰਦੂ ਨੇ ਹੋ ਜਾਏ ਸਿੱਖ ਨੇ, ਮੱਥਾ ਟੇਕਣ ਲੱਗਦੇ ਸਿੱਖ ਬਣ ਗਏ। ਅੰਦਰ ਅਵਸਥਾ ਕੀ ਹੈ? ਸਵਾਲ ਇਹ ਹੈ ਕਿ ਅੰਦਰ ਉਹਨਾਂ ਦਾ ਮਾਇਆ ਨਾਲ ਉਨਾ ਹੀ ਮੋਹ ਨਹੀਂ ਹੈ ਜਿੰਨਾ ਦੂਆਂ ਦਾ। ਕਿ ਉਹਨਾਂ ਹੀ ਝੂਠ ਨਹੀਂ ਬੋਲਦੇ ਜਿੰਨਾ ਦੂਏ ਬੋਲਦੇ ਨੇ। ਕਿ ਦੁਕਾਨ ਤੇ ਬਹਿ ਕੇ ਉਹੀ ਕੰਮ ਉਹ ਨਹੀਂ ਕਰਦੇ ਜਿੰਨੇ ਦੂਏ ਕਰਦੇ ਨੇ। ਆਮ ਜ਼ਿੰਦਗੀ ਦੇ ਵਿੱਚ ਉਹੋ ਜਿਹੇ ਨਹੀਂ, ਉਹ ਜਿਹੇ ਦੂਏ ਨੇ। ਸਵਾਲ ਤਾਂ ਇਹ ਹੈ ਕਿਹੜੇ ਧੜੇ 'ਚ ਖੜਾ, ਦਾ ਕੋਈ ਫਰਕ ਨਹੀਂ ਹੈਗਾ। ਜੇ ਉਹ ਇੱਕ ਧਰ, ਜੇ ਦੂਆ ਹਾਰ ਜਾਂਦਾ, ਜੇ ਰੌਲਾ ਪਾਉਂਦੇ ਨੇ, ਨੱਚਦੇ ਵੀ ਨੇ, ਤਾਂ ਉਹਨਾਂ ਨੂੰ ਭੂਤ ਪ੍ਰੇਤ ਮੰਨਿਆ ਜਾਊਗਾ। ਉਹ ਗਿਆਨਵਾਨ ਤਾਂ ਨੱਚਦਾ ਹੀ ਨਹੀਂ ਹੁੰਦਾ, ਨੱਚਣ ਵਾਲੇ ਹੁੰਦੇ ਹੀ ਭੂਤ ਪ੍ਰੇਤ ਨੇ। ਗਿਆਨਵਾਨ ਚੁੱਪ ਕਰ ਜਾਊਗਾ, ਉਹਨੂੰ ਕੀ ਲੋੜ ਹੈ ਨੱਚਣ ਦੀ। ਜਿਹੜੇ ਜ਼ਿਆਦਾ ਖੁਸ਼ੀਆਂ ਮਨਾਉਂਦੇ, ਜਗਾਰੇ ਛੱਡਦੇ ਨੇ ਨਾ, ਐਵੇਂ ਹੀ ਉਹ ਭੂਤ ਪ੍ਰੇਤ ਨੇ। ਗੱਲ ਗੱਲ ਤੇ ਜਗਾਰੇ ਬੋਲੇ ਸੋਨੇ ਹਲ ਕਹੀ ਜਾਣਾ, ਇਹ ਭੂਤ ਪ੍ਰੇਤ ਨੇ, ਹੋਰ ਕੀ ਨੇ? ਨਾ ਉਹਨਾਂ ਨੂੰ ਸਮਝ, ਨਾ ਲੈਣ ਨਾ ਦੇਣ। ਉਹ ਦਿਖਾਉਂਦੇ ਹੁੰਦੇ ਨੇ ਵੀ ਸਾਡੇ ਤੇ ਨਿਗਾਹ ਚਲੀ ਜਾਵੇ ਲੀਡਰਾਂ ਦੀ, ਵੀ ਬੱਲੇ ਬੱਲੇ ਇਹ ਬੜੇ ਵਫਾਦਾਰ ਨੇ ਸਾਡੇ। ਕਹੂੰ ਡਾਕਣੀ ਝਾਕਣੀ ਹਾਂ ਕਮਾਰੈ, ਕਹੂੰ ਡਾਕਣੀ ਝਾਕਣੀ ਹਾਂ ਕਮਾਰੈ, ਇਹ ਦੂਏ ਪਾਸੇ ਵਾਲੇ ਨੇ। ਉਹ ਦੇਖਦੇ ਨੇ ਉਹਨਾਂ ਤੇ ਵੀ ਕੌਣ ਕੌਣ ਨੱਚਦੇ ਨੇ, ਕਿਹੜੇ ਕਰਦੇ ਨੇ। ਉਹ ਝਾਤੀ ਮਾਰਦੇ ਨੇ, ਆਪਣੇ ਅੰਦਰ ਵੀ ਝਾਤੀ ਮਾਰਦੇ ਨੇ ਵੀ ਅਸੀਂ ਕਿਉਂ ਹਾਰ ਗਏ। ਇੱਕ ਤਾਂ ਆਪਣੇ ਅੰਦਰ ਝਾਤੀ ਮਾਰਦੇ ਨੇ, ਆਪਣੀ ਹਾਰ ਦੀ ਵਜ੍ਹਾ ਦੇਖਦੇ ਨੇ। ਇੱਕ ਨੂੰ ਵਜ੍ਹਾ ਕੋਈ ਨਹੀਂ ਪਤਾ, ਕੋਈ ਆਪਣਾ ਬਸ। ਅੱਜ ਮੈਂ ਕੋਈ ਖੇਲਦਾ ਆਪਣੀ ਟੀਮ ਨੂੰ ਦੇਖ ਕੇ ਰੌਲਾ ਨਹੀਂ ਪਾਉਂਦੇ। ਜਿਹਨੂੰ ਕਹਦੇ ਬੱਲਾ ਫੜ ਕੇ ਤੂੰ ਆ ਜਾ ਖੇਡਣ ਲੱਗ ਜਾ, ਖੇਡ ਲੂਗਾ। ਆਪ ਨਹੀਂ ਕੁਛ ਕਰਨ ਜੋਗੇ ਹੁੰਦੇ, ਆਪ ਕੁਛ ਵੀ ਨਹੀਂ ਕਰਨ ਜੋਗੇ, ਉਹ ਹੀ ਰੌਲਾ ਪਾਉਣ ਵਾਲੇ ਨੇ। ਉਠੇ ਨਾਦ ਭਾਰੇ ਛੂਟੇ ਚੀਤਕਾਰੈ, ਉਠੇ ਲਾਲ ਭਾਰੇ, ਉਠੇ ਨਾਦ ਭਾਰੇ ਛੂਟੇ ਚੀਤਕਾਰੇ। ਛੋਟੇ ਚੀਤਕਾਰ, ਉਠੇ ਨਾਦ ਭਾਰੇ, ਨਾਦ ਭਾਰੇ, ਬੜੇ ਬੜੇ ਉੱਤੇ ਆਵਾਜ਼ਾਂ ਆਉਣ ਲੱਗੀਆਂ ਨੇ। ਛੂਟੇ ਚੀਤਕਾਰੈ ਚਿੰਗਾੜ, ਮਤਲਬ ਬਹੁਤ ਰੌਲਾ ਚਿੰਗਾੜਾਂ ਪੈਂਦੀਆਂ ਨੇ, ਜ਼ੋਰ ਨਾ ਦੂਰ। ਅਜ ਉਹ ਹਾਰ ਨਹੀਂ ਮੰਨੀ ਉਹਨਾਂ ਨੇ, ਉਹ ਆਪਣੀ ਬੋਲੀ ਬੋਲੀ ਜਾਂਦੇ ਨੇ। ਉਹ ਤਾਂ ਕਈ ਵਾਰ ਇਹ ਕਹਿੰਦੇ ਅਸੀਂ ਜਿੱਤ ਗਏ, ਹਾਰ ਕੇ ਜਾਂਦੇ ਨੇ, ਰੌਲਾ ਆਪਣੀ ਜਨਤਾ 'ਚ ਪਾਉਂਦੇ ਨੇ ਅਸੀਂ ਜਿੱਤਿਆ, ਚੁੱਪ ਕਰਾਇਆ, ਇਹ ਕਰਾਇਆ, ਉਹ ਕਰਾਇਆ। ਇਹ ਤਾਂ ਇਹੋ ਜਿਹਾ ਕੁਛ ਕਹਿੰਦੇ ਹੁੰਦੇ ਨੇ। ਗੱਲ ਕਰਕੇ ਚਾਹੇ ਮੋਬਾਈਲ ਤੇ ਥੱਪੜ ਖਾ ਕੇ ਜਾਂਦੇ, ਉਹ ਕਹਿੰਦੇ ਜੀ ਅਸੀਂ ਚੁੱਪ ਕਰਾਤਾ, ਜਾ ਕੇ ਐਂ ਕਹਿੰਦੇ ਨੇ। ਏਦਾਂ ਹੀ ਕਹਿੰਦੇ ਹੁੰਦੇ ਨੇ ਝੂਠੇ। ਇਹ ਜਾ ਕੇ ਐਂ ਨਹੀਂ ਕਹਿੰਦੇ ਅਸੀਂ ਹਾਰ ਕੇ ਆਏ ਹਾਂ, ਛਿੱਤਰ ਖਾ ਕੇ ਆਏ ਹਾਂ।
ਸਾਨੂੰ ਗੱਲ ਨਹੀਂ ਆਈ ਨਾ, ਅਸੀਂ ਬੋਲਤੀ ਬੰਦ ਕਰਤੀ, ਐਂ ਕਹਿੰਦੇ ਹੁੰਦੇ ਨੇ। ਉਹ ਨੇ ਉਹ ਆਪਣੇ ਬੰਦੇ ਤਾਂ ਜੋੜ ਕੇ ਰੱਖਣੇ ਨੇ ਨਾਲ, ਉਹ ਤਾਂ ਪਹਿਲਾਂ ਉਹੀ ਲਾਏ ਹੋਏ ਤੇ ਉਧਰ ਵੀ ਇੱਧਰ ਤੁਸੀਂ ਸੁਣੀ ਜਾਓ, ਅਸੀਂ ਕਰਦੇ ਹਾਂ ਗੱਲ, ਉੱਥੇ ਜਾ ਕੇ ਆਹ ਗੱਲ ਕਹਿ ਦੇਣੀ ਉਹਨਾਂ ਨੂੰ, ਤਾਂ ਨਾਲ ਜੁੜੇ ਰਹਿਣਗੇ। ਹਾਂ, ਕਹੂੰ ਅੰਗੁਲੇ ਤਰਾਣ ਕਾਟਾ ਬਿਰਾਜੈ, ਕਿਤੇ ਉਂਗਲੀਆਂ ਕੱਟੀਆਂ ਪਈਆਂ ਨੇ, ਅੰਗੁਲੇ ਤਰਾਣ ਕਾਟਾ ਬਿਰਾਜੈ, ਉਂਗਲੀਆਂ ਕੱਟੀਆਂ ਹੋਈਆਂ ਨੇ। ਹਾਂ, ਕਹੂੰ ਅੰਗੁਲਾ ਕਾਟ ਕੇ ਰਤਨ ਰਾਜੈ, ਕੱਟੀਆਂ ਉਂਗਲੀਆਂ ਦੇ ਰਤਨ ਪਏ ਨੇ ਕਿਤੇ, ਕਈਆਂ ਨੇ ਰਤਨ ਕੱਢ ਕੇ ਉਂਗਲੀਆਂ ਦੇ ਬਾਹਰ ਸੁੱਟੇ, ਜਿਹੜੇ ਪਏ ਨੇ ਕੱਟੇ ਹੋਏ। ਜਾਂ ਉਹਨਾਂ ਨੂੰ ਕਿਹਾ ਜਿਹੜੀਆਂ ਅੰਗੂਠੀਆਂ ਪਾਈ ਫਿਰਦੇ ਹੋਏ ਸੋਨੇ ਦੀਆਂ, ਆ ਵਿੱਚ ਰਤਨ ਨੇ, ਮਾਇਆ ਨਹੀਂ ਹੈ, ਇਹ ਕਾਹਦੇ ਪਾਈਆਂ ਨੇ, ਤੁਸੀਂ ਤਾਂ ਬੜੇ ਉਹਨਾਂ ਕੱਢ ਕੇ ਬਾਹਰ ਮਾਰੀਆਂ ਪਈਆਂ। ਕਈਆਂ ਨੇ ਉਂਗਲੀਆਂ ਹੀ ਵੜਦੀਆਂ ਗੁੱਸੇ ਚ ਆ ਕੇ, ਰਤਨ ਕੱਢ ਕੇ, ਬਿਨਾਂ ਉਂਗਲੀਆਂ ਨੇ ਅਪਰਾਧ ਕੀਤਾ। ਉਂਗਲੀਆਂ ਇਹ ਅਗਿਆਨੀ ਇਹੋ ਜਿਹੇ ਕੰਮ ਕਰ ਲੈਂਦੇ ਹੁੰਦੇ ਨੇ, ਜਿਵੇਂ ਬਿਲਵਾ ਬੰਗਲ ਨੇ ਅੱਖਾਂ ਭੰਨ ਲਈਆਂ ਸੀ ਆਪਣੀਆਂ, ਕਈਆਂ ਨੇ ਉਂਗਲਾਂ ਹੀ ਵੜਤੀਆਂ, ਕਈਆਂ ਰਤਨ ਕੱਢ ਕੇ ਬਾਹਰ ਸੁੱਟਤੇ ਵੀ ਅਸੀਂ ਗਲਤੀ ਕੀਤੀ ਹੈ। ਕਿਉਂਕਿ ਗੁੱਸਾ ਹੈ ਨਾ, ਜੋ ਅਗਿਆਨਤਾ 'ਚ ਗੁੱਸਾ ਹੁੰਦਾ ਹੀ ਆ। ਇਹ ਤਾਂ ਨਹੀਂ ਕਿਹਾ ਤਿਆਗ ਕਰਨ ਦੀ ਨਹੀਂ ਗੱਲ ਕੀਤੀ, ਤਿਆਗ ਦਿੰਦੇ ਉਹਨੂੰ, ਪੈਸੇ ਉਹਦੇ ਵੱਟ ਕੇ ਕਿਸੇ ਗਰੀਬਾਂ ਦੇ ਗਾਹ ਨੂੰ ਨਹੀਂ ਪਾਉਣਾ। ਤੈਸਾ ਸੁਣ ਤੈਸੀ ਉਸ ਮਾਟੀ ਹੈ, ਜੇ ਤੈਸਾ ਸੁਣ ਤੈਸੀ ਉਸ ਮਾਟੀ ਹੈ, ਜੇ ਤੈਨੂੰ ਹੈ ਨਹੀਂ ਤੈਂ ਹੀਰੇ ਦੀ ਅੰਗੂਠੀ ਕਿਉਂ ਪਾਈ ਹੈ? ਇਹਦਾ ਕੀ ਮਤਲਬ? ਦਿਖਾਵਾ ਕੀਤਾ ਹੈ ਵੀ ਮੈਂ ਬਹੁਤ ਬੜਾ ਸੰਤ ਹਾਂ, ਦੁਨੀਆ ਦੀ ਵਡਿਆਈ ਦੀ ਗੱਲ ਹੈ। ਉਹਨਾਂ ਕਿਹਾ ਬਹੁਤ ਅਪਰਾਧ ਕੀਤਾ ਸੀ, ਉਹਨਾਂ ਨੇ ਸਿੱਟੇ ਨੇ। ਕਹੂੰ ਟੀਕ ਟਾਕੇ ਕਟੇ ਕੋਪ ਸੋਹੈ, ਕਹੂੰ ਟੀਕ ਟਾਕੇ, ਹਾਂ ਠੀਕ ਟਾਕਾ ਹੈ, ਕਟੇ ਕੋਪ ਸੋਹੈ, ਕਟਾ ਕੋਪ ਸੋਹੈ। ਕਿਤੇ ਜੋ ਗੱਲਬਾਤ ਹੌਲੀ ਹੌਲੀ ਚੱਲਦੀ ਹੈ, ਗੱਲਬਾਤ ਵੀ ਚੱਲਦੀ ਹੈ, ਉਹ ਪੁੱਛ ਰਹੇ ਨੇ ਹੌਲੀ ਹੌਲੀ ਗਾਂ ਗੱਲ, ਜਿਹੜੇ ਬੈਠੇ ਨੇ ਹਾਰ ਮੰਨ ਗਏ ਨੇ, ਉਹ ਕਈ ਗੱਲਾਂ ਹੋਰ ਸ਼ੰਕਾ, ਉਹ ਕਈ ਬੋਲੇ ਵੀ ਨਹੀਂ ਜ਼ਿਆਦਾ, ਕੋਈ ਜ਼ਰੂਰੀ ਨਹੀਂ ਕਿਸੇ ਨੇ ਝਗੜਾ ਹੀ ਕੀਤਾ ਹੋਵੇ, ਕਈ ਦੂਜੀਆਂ ਗੱਲਾਂ ਚੋਂ ਸੁਣ ਕੇ ਹੀ ਸਮਝ ਕੇ ਠੀਕ ਟਾਕਾ ਟੀਕਾ ਟਿੱਪਣੀ ਕਰ ਰਹੇ ਨੇ, ਆਪਣੀ ਗੱਲ ਪੁੱਛ ਰਹੇ ਨੇ ਵੀ ਜਿਹੜੀ ਆ ਤੁਸੀਂ ਗੱਲ ਕਹੀ ਹੈ, ਕਈ ਗੱਲਾਂ ਨਹੀਂ ਨਾ ਸਮਝਦੇ, ਉਹਦਾ ਹੋਰ ਚਾਹੁੰਦੇ ਨੇ ਵੀ ਸਾਨੂੰ ਹੋਰ ਬਰੀਕ ਖੁਲਾਸਾ ਹੋਵੇ। ਨਹੀਂ ਗੱਲਾਂ ਸਮਝੇ ਬਹੁਤ ਸਾਰੀਆਂ, ਸਮਝਦਾ ਹੁੰਦਾ ਆਦਮੀ ਨਵੀਂ ਗੱਲ, ਉਹਦੇ ਤੇ ਹੀ ਉਹ ਟਿੱਪਣੀ ਕਰਕੇ ਦੇਖਦੇ ਨੇ ਵੀ ਸਾਨੂੰ ਹੋਰ ਇਹਦਾ ਬਰੀਕੀ ਨਾਲ ਪਤਾ ਲੱਗੇ। ਕਹੂੰ ਵੀਰ ਮਾਰੇ ਗਿਰੇ ਭੂਮੀ ਮੋਹ ਹੈ, ਕਿਤੇ ਵੀਰ ਮਾਰੇ ਭੂਮੀ ਦੇ ਵਿੱਚ ਗਿਰੇ ਪਏ ਨੇ, ਉਹ ਜਿਹੜੇ ਆਏ ਭਿੜੇ, ਜਿਹੜੇ ਭਿੜੇ ਉਹ ਡਿੱਗੇ ਪਏ ਨੇ। ਦੂਏ ਪੁੱਛਦੇ ਨੇ ਵੀ ਇਹਨੇ ਜਿਹੜੀ ਗੱਲ ਕਹੀ, ਆਹ ਤੁਸੀਂ ਜਿਹੜਾ ਜਵਾਬ ਦਿੱਤਾ ਸੀ, ਜਾਂ ਇਹਨੇ ਉਹ ਜਿਹੜੀ ਉਹਨਾਂ ਗੱਲਾਂ ਦਾ ਖੁਲਾਸਾ ਦੂਏ ਕਰ ਰਹੇ ਨੇ। ਹੋਰ ਗਿਰਿਆ ਇੱਕ ਆ, 6 ਵਾਲਿਆਂ ਨੂੰ ਕੰਨ ਹੋ ਜਾਂਦੇ ਨੇ, ਅਗਲਾ ਕਹਿੰਦਾ ਵੀ ਇਹੀ ਗੱਲ ਮੈਂ ਕਹੀ, ਜਿਹਨੇ ਕਹੀ ਉਹਨੇ ਬੇਇੱਜ਼ਤੀ ਕਰਾ ਲਈ, ਜਿਹੜਾ ਚੁੱਪ ਕਰਕੇ ਬੋਲਿਆ ਨਹੀਂ ਉਹ ਚੰਗਾ ਰਿਹਾ। ਜਿਤੇ ਸਰੋਣ ਕੇ ਬੂੰਦ ਭੂੰਪੈ ਪਰੇ ਹੈ, ਜਿੰਨੇ ਦਾਨਵੋ ਰੂਪ ਬਾਂਕੇ ਧਰੇ ਹੈ, ਜਿੰਨੇ ਸਰੋਣ ਦੇ ਬੂੰਦ ਥੱਲੇ ਪਏ ਨੇ, ਗਿਰੇ ਨੇ, ਜੋ ਵੀ ਗਿਆਨ ਚਰਚਾ ਦੇ ਵਿੱਚੋਂ ਗੱਲਾਂ ਆਈਆਂ ਨੇ, ਉਹਦੇ ਚੋਂ ਦਾਨਵੋ ਹੀ ਪੈਦਾ ਹੋਏ ਨੇ, ਹਿੰਦੂ ਮਤ ਦੇ ਖਿਲਾਫ ਵਾਲੇ ਬੰਦੇ ਹੀ ਪੈਦਾ ਹੋਏ ਨੇ। ਕਹਿਣ ਦਾ ਮਤਲਬ ਇਹ, ਮੂਰਤੀ ਪੂਜਕ ਨਹੀਂ ਕੋਈ ਪੈਦਾ ਹੋਇਆ, ਸਿਮਰਤ ਸ਼ਾਸਤਰ ਮੰਨਣ ਵਾਲਾ ਨਹੀਂ ਕੋਈ ਪੈਦਾ ਹੋਇਆ, ਸਿਮਰਤ ਸ਼ਾਸਤਰ ਦੇ ਵਿਰੋਧੀ ਉਹ ਪੈਦਾ ਹੋਏ ਨੇ। ਅੱਗੇ ਜਾ ਕੇ ਤਾਂ ਆ ਜਿਹੜੀਆਂ ਕਹਾਣੀਆਂ ਨੇ ਝੂਠੀਆਂ ਬਈ ਉਹ ਦੁੱਧ ਪਿਲਾਤਾ, ਇਹ ਵਾਲਾ ਨਹੀਂ ਕੋਈ ਪੈਦਾ ਹੋਇਆ। ਇਹ ਤਾਂ ਗਾਹਾਂ ਵਾਲੇ ਪੈਦਾ ਵੀ, ਇਹ ਤਾਂ ਗੱਲਾਂ ਨੇ ਝੂਠੀਆਂ, ਇਹ ਤਾਂ ਹਰੇਕ ਹੀ ਮੰਨ ਜਾਂਦਾ ਵੀ ਸਿਰ ਚੱਕ ਕੇ ਕੋਈ ਲੜੂਗਾ, ਲੜ ਕੇ ਦਿਖਾਓ, ਕਹਿੰਦੇ ਵੀ ਇਹ ਤਾਂ ਮੁਸ਼ਕਲ ਹੈ। ਇਹ ਸਾਇੰਟੀਫਿਕ ਗੱਲ ਨਹੀਂ ਹੈ। ਜਿਹੜੀ ਗਾਂ ਕਿਵੇਂ ਜਿਉਂਦੀ ਹੋ ਜੂਗੀ ਹਲਾਲ ਕੀਤੀ ਹੋਈ, ਕਰਕੇ ਦਿਖਾਓ। ਫਿਰ ਉੱਥੇ ਤਾਂ ਕਹਿੰਦਾ ਵੀ ਬਿਸਮਿਲ ਕੀਆ ਜੀਆ ਨਾ ਕੋਈ, ਉਹ ਤਾਂ ਉਹਦੇ ਵਿੱਚ ਹੀ ਲਿਖਿਆ ਹੋਇਆ
हठी और चारों बिखे आन ढूके हठी और चारों बिखे आन ढूके ਜਿਹੜੇ ਹਠੀ ਸੀ ਹਠਯੋਗ ਵਾਲੇ ਸੀ ਨਹੀਂ ਸੀ ਮੰਨਣ ਵਾਲੇ ਉਹ ਚਾਰੇ ਪਾਸੇ ਤੇ ਫੇਰ ਆ ਗਏ महाकोप के मार ही मार कूके ਹਾਂ ਮਹਾਕੋਪ ਕੇ ਕੋਲ ਮਾਰੋ ਮਾਰੋ ਮਾਰ ਲੋ ਜੋ ਚਰਚਾ ਕਰਨ ਫੇਰ ਆ ਗਏ ਚਾਰਾਂ ਪਾਸਿਆਂ ਤੇ ਜਿਹੜੇ ਹਠੀ ਸੀ ਮੂਰਖ ਸੀ ਹਠੀ ਮੂਰਖ ਨੂੰ ਕਹਿੰਦੇ ਤੇ मार ही मार कूके ਮਾਰੀ ਮਾਰ ਕੂਕ ਉਹ ਹਠੀ ਹੋਣੇ ਜਿਹੜੇ ਹੁਣ ਵੀ ਨਹੀਂ ਮੰਨਦੇ ਹਠੀ ਮੂਰਖ ਨੂੰ ਕਹਿੰਦੇ ਨੇ ਉਹ ਇਹ ਦਲਬੀਰ ਸਿੰਘ ਨੇ ਜਿਹੜਾ ਲਿਖਿਆ ਹਠੀ ਹੋਈ ਹੈ ਮੂਰਖ ਹੈ ਸੁਣਿਆ ਹੈ ਨਹੀਂ ਸਮਝਿਆ ਹੈ ਨਹੀਂ ਕੀ ਕਿਹਾ ਉਹੀ ਗੱਲ ਫੇ ਕਰੀ ਜਾਂਦੇ ਮੂਰਖ ਹੈ ਫਿਰ ਉਹ ਨਾ ਸੁਣਦੇ ਹੁੰਦੇ ਨਾ ਸਮਝਦੇ ਹੁੰਦੇ ਨੇ ਹਠੀ ਕਿਉਂਕਿ ਅੰਨੇ ਬੋਲੇ ਹੁੰਦੇ ਨੇ ਨਾ ਬੁੱਧੀ ਕਰਕੇ ਅੰਨੇ ਨੇ ਕੰਨਾਂ ਕਰਕੇ ਬੋਲੇ ਨੇ ਦੂਏ ਦੀ ਗੱਲ ਨਾ ਸੁਣਨੀ ਬੋਲਾ ਪਾਣਾ ਨਾ ਸਮਝਣੀ ਅੰਨਾ ਪਾਣਾ ਨਾ ਸੁਣਨਾ ਨਾ ਸਮਝਣਾ ਅੰਨੇ ਬੋਲੇ ਉਹਨੂੰ ਕਹਿੰਦੇ ਨੇ ਤੋ ਜੋ ਲਈ ਬੈਠੇ ਨੇ ਉਹੀ ਫਿਰ ਗਾਈ ਜਾਣੀ ਉਹੀ ਫਿਰ ਗਾਈ ਜਾਣੀ ਉਹੀ ਗਾਈ ਜਾਣੀ ਇਹ ਉਹ ਹਟੀ ਨੇ ਅੰਨੇ ਬੋਲੇ ਨੇ ਮੂਰਖ ਨੇ